ਸ਼ਹਿਰੀਆਂ ਦੀ ਭਾਸ਼ਾ 'ਚ ਸਮਝਾਵਾਂ ਤੇ ਅੱਜ ਆ ਜੀ ਸੰਡੇ ਵਾਰ। ਜੇ ਮੈਂ ਪਿੰਡਾਂ ਵਾਲਿਆਂ ਦੇ ਹਿਸਾਬ ਨਾਲ ਸਮਝਾਵਾਂ ਤੇ ਕਈ ਵਾਰ ਦਿਨ ਵਾਰ ਦਾ ਵੈਸੇ ਹੀ ਪਤਾ ਨਹੀਂ ਲੱਗਦਾ, ਕਿਉਂਕਿ ਕਦੋਂ ਦਿਨ ਚੜ੍ਹਦਾ ਤੇ ਕਦੋਂ ਰਾਤ ਪੈਂਦੀ ਆ ਉਹਦੀ ਕਹਾਣੀ ਪਿੰਡਾਂ 'ਚ ਘੱਟ ਸਮਝ ਆਉਂਦੀ ਹੈ। ਤੇ ਜੇ ਮੈਂ ਅੱਜ ਕੱਲ੍ਹ ਦੇ ਹਿਸਾਬ ਨਾਲ ਕਹਾਂ ਤਾਂ ਵੈਸੇ ਹੀ ਸਮਝ ਨਹੀਂ ਆਉਂਦੀ। ਅੱਜ ਇੱਕ ਵਾਰ ਫਿਰ ਤੋਂ ਆਪ ਜੀ ਦੇ ਨਾਲ ਲਾਈਵ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ, ਤੇ ਤੁਸੀਂ ਆਪਣੀਆਂ ਦਿਲੀ ਭਾਵਨਾਵਾਂ ਸਾਡੇ ਨਾਲ ਸਾਂਝੀਆਂ ਕਰਨੀਆਂ, ਕਿਉਂਕਿ ਜਿਹੜਾ ਮੁੱਦਾ ਇਸ ਵਕਤ ਪੰਜਾਬ ਦੇ ਵਿੱਚ ਖੇਤੀ ਬਿੱਲਾਂ ਨੂੰ ਲੈ ਕੇ ਭਖਿਆ ਸੀ, ਉਹਦੇ 'ਤੇ ਇੱਕ ਬਹੁਤ ਵੱਡਾ ਝਟਕਾ ਜਿਹੜਾ ਹੈ ਉਹ ਰਾਜਨੀਤਿਕ ਤੌਰ ਦੇ ਉੱਪਰ ਆਇਆ। ਇੰਨਾ ਲੰਮਾ ਇੰਨਾ ਪੁਰਾਣਾ ਗੱਠਜੋੜ ਅਕਾਲੀ ਭਾਜਪਾ ਦਾ ਉਹ ਟੁੱਟ ਗਿਆ ਰਾਤ ਦਾ। ਉਹਦੇ 'ਤੇ ਆਪਾਂ ਅੱਜ ਗੱਲ ਕਰਨੀ, ਉਹਦੀਆਂ ਕਹਾਣੀਆਂ, ਉਹਦੇ ਪਿਛਲੇ ਕਾਰਨ, ਅਗਲੇ ਸਮੀਕਰਨ, ਅਤੇ ਤੁਹਾਡੇ ਵਿਚਾਰ ਇਹਦੇ ਲਈ ਬੜੇ ਵਡਮੁੱਲੇ ਆ। ਸੋ ਜਦੋਂ ਜੇ ਤੁਸੀਂ YouTube 'ਤੇ ਦੇਖ ਰਹੇ ਹੋ ਤਾਂ ਚੈਟ ਬਾਕਸ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਕਾਰਨ ਅਤੇ ਫਿਊਚਰ, ਉਹ ਜ਼ਰੂਰ ਲਿਖਣਾ। ਇਸ ਵਕਤ ਦੇਖ ਰਹੇ ਹੋ ਤੁਸੀਂ ਪ੍ਰਾਈਮ ਏਸ਼ੀਆ TV ਸਾਡੇ YouTube ਚੈਨਲ 'ਤੇ ਵੀ, ਨਾਲ ਦੀ ਨਾਲ ਸਾਡੇ ਮੇਨ ਚੈਨਲ 'ਤੇ ਵੀ, ਅਤੇ ਨਾਲ ਆਪਣੇ ਪਰਮਵੀਰ ਬਾਠੂਰੀ ਵਿੱਚ ਕੈਨੇਡਾ ਦੇ ਹੋਰ WhatsApp। ਐਨ ਚੜ੍ਹਦੀ ਕਲਾ ਜੀ, ਠੀਕ ਠਾਕ ਆ ਜੀ, ਮਾਹੌਲ ਵਧੀਆ, ਸੋਸ਼ਲ ਮੀਡੀਆ ਭਰਿਆ ਪਿਆ। ਕਿਤੇ ਲਿਖਿਆ ਟੁੱਟ ਗਈ ਤੜਕ ਕਰਕੇ, ਕਿਤੇ ਲਿਖਿਆ ਵੱਡਾ ਧਮਾਕਾ, ਕੋਈ ਕਹਿੰਦਾ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਪਰਮਾਣੂ ਬੰਬ ਚੱਲ ਗਿਆ, ਕਿਸੇ ਨੂੰ ਸੰਧਾਲੀਆ ਸਾਹਿਬ ਐਂ ਲੱਗਦਾ ਕਿ ਭਾਈ ਆਹ ਕੀ ਹੋ ਗਿਆ, ਕੋਈ ਐਂ ਕਹੀ ਜਾਂਦਾ ਕਿ ਨੌ ਤੋਂ ਮਾਸ ਅੱਡ ਹੋ ਗਿਆ, ਬੜਾ ਕੁਝ ਚੱਲੀ ਜਾਂਦਾ। ਤੇ ਇਹਦੇ ਤੋਂ ਪਹਿਲਾਂ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਕਿਉਂ ਟੁੱਟਾ, ਕੀ ਕਾਰਨ ਸੀ, ਇਹਦੇ ਨਾਲ ਕੀ ਹੋਊਗਾ, ਆਪਾਂ ਕੱਲੀ ਕੱਲੀ ਪਰਤ ਉੱਪਰੋਂ ਲਾਉਣੀ ਆ ਨਾ, ਜਿੱਦਾਂ ਆਮ ਪਾਪੜ ਦੀ ਹੁੰਦੀ ਆ। ਪਰ ਇੱਕ ਬੇਨਤੀ ਜਿਹੜੀ ਕਰਨੀ ਬੜੀ ਜ਼ਰੂਰੀ ਹੈ ਜੀ। 10 ਦਿਨਾਂ ਤੋਂ ਹਰ ਖਬਰ ਇਹ ਸੀ ਕਿ 3 ਆਰਡੀਨੈਂਸ ਨੇ, ਆਰਡੀਨੈਂਸ ਬਿੱਲ ਬਣੇ, ਬਿੱਲਾਂ ਤੋਂ ਕਾਨੂੰਨ ਬਣਨ ਜਾ ਰਹੇ ਨੇ। ਖਬਰ ਇਹ ਸੀ ਕਿ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ, ਅੰਦੋਲਨ ਦੇ ਕਰਕੇ ਸਿਆਸੀ ਪਾਰਟੀਆਂ ਨੂੰ ਸੜਕਾਂ ਤੇ ਆਉਣਾ ਪਿਆ। ਖਬਰ ਇਹ ਸੀ ਕਿ ਕਿਸਾਨੀ ਦਾ ਬਣੂਗਾ ਕਿ ਬਹੁਤ ਸਾਰੇ ਜਿਹੜੇ ਮਾਹਿਰ ਸੀ, ਜਿਹੜੇ ਖਾਸ ਤੌਰ ਤੇ ਪੇਂਡੂ ਆਰਥਿਕਤਾ ਦੇ ਮਾਹਿਰ ਤੇ ਖੇਤੀਬਾੜੀ ਦੇ ਮਾਹਿਰ ਸੀ, ਉਹਨਾਂ ਦੇ ਬਿਆਨ ਸੁਰਖੀਆਂ ਬਣਦੇ ਸੀ ਕਿ ਆਹ ਕਾਰਨ ਹੈ ਜਿਹਦੇ ਕਰਕੇ ਪੰਜਾਬ ਨੂੰ ਸੱਟ ਲੱਗੂ, ਪੰਜਾਬ ਨੂੰ ਢਾਹ ਲੱਗੂ। ਪਰ ਅਚਾਨਕ ਹੁੰਦਾ ਕੀ ਹੈ? ਅਚਾਨਕ ਹੁੰਦਾ ਹੈ ਬ੍ਰੇਕਿੰਗ ਨਿਊਜ਼। ਅਚਾਨਕ ਖਬਰ ਆਉਂਦੀ ਹੈ ਕਿ ਬਹੁਤ ਵੱਡੀ ਖਬਰ, ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਤੋਂ ਨਾਤਾ ਤੋੜਿਆ, ਅਕਾਲੀ ਦਲ ਨੇ ਆਹ ਕਾਰਨ ਦੱਸੇ, ਮੋਰਿਓਂ ਬੀਜੇਪੀ ਦੀ ਲੀਡਰਸ਼ਿਪ ਨੇ ਆਹ ਕੀਤਾ ਜਵਾਬੀ ਫਾਇਰ। ਪਿਛਲੇ 8-9 ਘੰਟਿਆਂ ਤੋਂ ਸੰਧਾਲੀਆ ਸਾਹਿਬ ਕਿਸਾਨ ਆਗੂ ਕਿਸੇ ਦਾ ਬਿਆਨ ਨਹੀਂ ਅੱਗੇ ਆਇਆ, ਆਰਥਿਕਤਾ ਦੇ ਮਾਹਿਰ ਦਾ ਬਿਆਨ ਨਹੀਂ ਅੱਗੇ ਆਇਆ, ਪੰਜਾਬ ਦੇ ਪੇਂਡੂ ਖੇਤਰ ਨੂੰ ਕੀ ਨੁਕਸਾਨ ਆ ਉਹ ਨਹੀਂ ਅੱਗੇ ਆਇਆ। ਇਹੀ ਇਕੱਲੀ ਖਬਰ ਰਹਿ ਗਈ। ਜਿੱਦਾਂ ਕਿਸਾਨ ਧਰਨਿਆਂ ਤੇ ਇਹ ਖਬਰ ਰਹਿ ਗਈ ਸੀ ਨਾ ਕਿ ਕਿਹੜਾ ਕਲਾਕਾਰ ਕਿੱਥੇ ਆਇਆ ਤੇ ਉਹਨੇ ਕੀ ਬਿਆਨ ਦਿੱਤਾ, ਕਿਸਾਨ ਆਗੂ ਪਿੱਛੇ ਰੱਖ ਲਿਆ ਗਿਆ ਸੀ। ਹੁਣ ਕਿਸਾਨ ਕਿੱਥੇ ਰੇਲਾਂ ਰੋਕ ਕੇ ਬੈਠੇ ਆ, ਕੀ ਕਹਿੰਦੇ ਆ, ਅਗਲਾ ਵਿਜ਼ਨ ਕੀ ਹੈ, ਪ੍ਰੋਗਰਾਮ ਕੀ ਹੈ, ਸਭ ਥੱਲੇ ਉੱਪਰਲੇ ਪਾਸੇ ਇੱਕ ਪਰਾਲੀ ਦੀ ਪਰਤ ਪਾਤੀ ਗਈ ਹੈ ਕਿ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲੋਂ ਗੱਠਜੋੜ ਤੋੜਿਆ। ਇਹ ਮੁੱਦਾ ਵਿਚਾਰਨ ਵਾਲਾ ਕਿ ਭਾਈ ਇੰਨੀ ਛੇਤੀ ਇੱਕ ਗਰਦ ਬਹਿ ਕੇ ਦੂਜੀ ਉੜਦੀ ਕਿਉਂ ਆ। WhatsApp ਇੱਥੇ ਇੱਕ ਚੀਜ਼ ਕਲੀਅਰ ਕਰ ਦਈਏ ਕਿ ਇਹੀ ਤਾਂ ਰੋਣਾ ਜਿਹੜਾ ਆਪਾਂ ਬੜੇ ਚਿਰਦਾ ਰੋਂਦੇ ਆ ਕਿ ਵੀ ਯਾਰ ਜਿਹੜੀਆਂ ਆਪਣੇ ਦਿਮਾਗ ਦੇ ਵਿੱਚ ਖਾਨੇ ਬਣੇ ਹੋਏ ਆ, ਉਹਨਾਂ ਖਾਨਿਆਂ ਦੇ ਵਿੱਚ ਜਾਂ ਕਹਿ ਲਓ ਕਿ ਵੀ ਨਿੱਕੇ ਨਿੱਕੇ ਡੱਬੀਆਂ ਦੇ ਵਿੱਚ ਆਪਾਂ ਇੰਨਾ ਕੁਛ ਭਰ ਲੈਂਦੇ ਆ ਕਿ ਇਹ ਬਾਅਦ 'ਚ ਭੁੱਲ ਜਾਂਦਾ ਕਿ ਕਿਹੜੀ ਚੀਜ਼ ਕਿੱਥੇ ਰੱਖਣ ਦੀ ਲੋੜ ਹੈ। ਜਿੱਦਾਂ ਤੁਸੀਂ ਉਹ ਉਦਾਹਰਨ ਬੀਬੀਆਂ ਵਾਲੀ ਜ਼ਿਆਦਾ ਵਧੀਆ ਦਿੰਦੇ ਹੁੰਦੇ, ਮੇਰੇ ਤਾਂ ਹਿਸਾਬ 'ਚ ਆਉਂਦੀ ਨਹੀਂ ਵੀ ਸੰਦੂਖ ਦੇ ਵਿੱਚ ਜੇ ਚੀਜ਼ਾਂ ਸਾਂਭਣੀਆਂ ਤੇ ਖੇਸ ਕਿੱਥੇ ਰੱਖਣੇ ਆ, ਚਾਦਰਾਂ ਕਦੋਂ ਕੱਢਣੀਆਂ, ਰਜਾਈਆਂ ਤਲਾਈਆਂ ਕਿਹੜੀ ਨੁੱਕਰੇ ਵਾੜਨ ਦੀ ਲੋੜ ਆ, ਕਿਉਂਕਿ ਉਹ ਅਜੇ ਬਾਅਦ 'ਚ ਆਪਾਂ ਨੂੰ ਚਾਹੀਦੀਆਂ। ਸੋ ਮੇਰੇ ਖਿਆਲ ਨਾਲ ਇਸ ਵਕਤ ਜਿਹੜਾ ਕਿਸਾਨੀ ਮੁੱਦਾ ਹੈ ਉਹ ਜ਼ਰੂਰ ਪ੍ਰਮੁੱਖ ਰਹਿਣਾ ਚਾਹੀਦਾ। ਠੀਕ ਹੈ, ਰਾਜਨੀਤਿਕ ਗੱਠਜੋੜ ਗਠਬੰਧਨ ਹੋਏ, ਉਹ ਹੁੰਦੇ ਵੀ ਰਹਿਣੇ ਆ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਟੁੱਟਦੇ ਵੀ ਰਹਿਣੇ ਆ। ਅੱਜ ਇੱਕ ਗੱਠਜੋੜ ਟੁੱਟਾ, ਠੀਕ ਹੈ, ਕੋਈ ਕਹਿੰਦਾ ਜੀ ਵੀ ਇਹ ਤਾਂ 40 ਸਾਲਾਂ ਦਾ ਗੱਠਜੋੜ ਸੀਗਾ, ਪਰ ਜੇ ਉਸ ਤੋਂ ਨਵੇਂ ਭਾਜਪਾ ਦੇ ਹਿਸਾਬ ਨਾਲ ਗੱਠਜੋੜ ਦੀ ਕਰੀਏ ਤਾਂ ਉਹ ਕਹਿੰਦੇ 2.5 ਦਹਾਕਿਆਂ ਦਾ ਗੱਠਜੋੜ ਸੀ। ਜਿਵੇਂ ਵੀ ਸੀ, ਆਪਾਂ ਹੌਲੀ ਹੌਲੀ ਉਹਨਾਂ ਸਾਰੀਆਂ ਗੱਲਾਂ 'ਤੇ ਆਉਂਦੇ ਹਾਂ। ਪਰ ਇਹਦੇ ਨਾਲ ਕਿਸਾਨਾਂ ਦੇ ਉਸ ਮੁੱਦੇ ਦਾ ਕਿੰਨਾ ਕੁ ਭਲਾ ਹੋਊਗਾ ਤੇ ਪੰਜਾਬ ਦਾ ਕਿੰਨਾ ਕੁ ਭਲਾ ਹੋਊਗਾ, ਆਪਾਂ ਉਹਦੇ 'ਤੇ ਵੀ ਆਉਣਾ ਜੀ। ਸੰਧਾਲੀਆ ਸਾਹਿਬ, ਮੈਨੂੰ ਲੱਗਦਾ ਕਿ ਬੇਸਿਕ ਸਵਾਲ ਹੀ ਇਹ ਹੈ। ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੁੰਦੀ ਹੈ, ਉਹਦੇ ਵਿੱਚ ਲੰਬੀਆਂ ਚੌੜੀਆਂ ਵਿਚਾਰਾਂ ਹੁੰਦੀਆਂ। ਆਪਾਂ 3-4 ਦਿਨ ਪਹਿਲਾਂ ਇਹ ਕਹਿਣ ਲੱਗ ਪਿਆ ਸੀ ਕਿ ਉਹ 25 ਤਰੀਕ ਦੀ ਬੈਠਕ ਦੇ ਵਿੱਚ ਜਾਂ 26 ਵਾਲੀ ਬੈਠਕ ਦੇ ਵਿੱਚ ਕਲੀਅਰ ਹੋ ਜਾਣਾ ਕਿ ਅਕਾਲੀ ਭਾਜਪਾ ਗੱਠਜੋੜ ਕਦੋਂ ਤੱਕ ਤੁਰੂ। ਦੇਖੋ, ਇੱਕ ਗੱਲ ਤਾਂ ਇਹ ਕਲੀਅਰ ਸੀ ਕਿ ਖਬਰ ਇੱਕ ਵੀ ਬਣ ਸਕਦੀ ਸੀ, ਪਰ ਉਹ 2 ਹਿੱਸਿਆਂ 'ਚ ਦਿੱਤੀ ਪੰਜਾਬ ਦੇ ਲੋਕਾਂ ਨੂੰ। ਇੱਕ ਖਬਰ ਇਹ ਹੋ ਸਕਦੀ ਸੀ ਕਿ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਤੇ ਅਕਾਲੀ ਦਲ ਨੇ
ਕੇਂਦਰ ਸਰਕਾਰ ਦੇ ਵਿੱਚੋਂ ਆਪਣੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦਵਾਇਆ ਤੇ ਭਾਜਪਾ ਦੇ ਨਾਲੋਂ ਗੱਠਜੋੜ ਤੋੜਨ ਦਾ ਐਲਾਨ ਕੀਤਾ। ਉਹ ਇੱਕ ਖਬਰ ਸੀ ਜੀ, ਪਰ ਉਹਨੂੰ ਦੋ ਹਿੱਸਿਆਂ 'ਚ ਪੇਸ਼ ਕੀਤਾ ਗਿਆ ਕਿ ਅਕਾਲੀ ਦਲ ਨੇ ਪਹਿਲਾਂ ਬੀਬੀ ਬਾਦਲ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਲਿਆਂਦਾ, ਉਹਦੇ ਤੋਂ 9ਵੇਂ ਦਿਨ ਇਹ ਫੈਸਲਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਸਾਡਾ ਗੱਠਜੋੜ ਤੜਕ ਕਰਕੇ ਟੁੱਟ ਗਿਆ। ਹੁਣ ਇਹ ਉਦੋਂ ਹੀ ਕਲੀਅਰ ਹੋ ਗਿਆ ਸੀ। ਦੇਖੋ, ਜਦੋਂ ਮਦਨ ਮੋਹਨ ਮਿੱਤਲ ਹੋਰੀ ਕਹੀ ਜਾਂਦੇ 59 ਤੇ ਅਸੀਂ 58 ਤੇ ਅਕਾਲੀ, ਲੜਨੀਆਂ ਲੜੋ ਨਹੀਂ ਤਾਂ ਤੁਹਾਡਾ ਆਪਣਾ ਰਾਹ ਤੇ ਸਾਡਾ ਆਪਣਾ ਰਾਹ। ਇਸ ਖਬਰ ਨੂੰ ਜੇ ਕੋਈ ਬੰਦਾ ਅੱਜ ਵੀ ਹੈਰਾਨੀਜਨਕ ਢੰਗ ਨਾਲ ਲੈਂਦਾ ਨਾ, ਹੈ ਗੱਠਜੋੜ ਟੁੱਟ ਗਿਆ, ਇਸ ਗੱਲ ਦੀ ਹੈਰਾਨੀ ਤਾਂ ਹੋ ਸਕਦੀ ਆ ਕਿ 9 ਦਿਨ ਕਿਉਂ ਲੱਗੇ, ਕਿ ਗੱਠਜੋੜ 9ਵੇਂ ਦਿਨ ਕਿਉਂ ਟੁੱਟਿਆ, ਪਰ ਇਸ ਗੱਲ ਦੀ ਹੈਰਾਨੀ ਨਹੀਂ ਕਿਸੇ ਨੂੰ ਹੋਣੀ ਚਾਹੀਦੀ ਕਿ ਗੱਠਜੋੜ ਟੁੱਟ ਗਿਆ, ਕਿਉਂਕਿ ਗੱਠਜੋੜ ਹੀ ਟੁੱਟਣਾ ਹੀ ਸੀ। ਉਹ ਤਾਂ ਬਿਲਕੁਲ ਉਸੇ ਤਰੀਕੇ ਦੀ ਗੱਲ ਸੀ ਕਿ ਭਾਈ ਤਰੀਕ ਪੈਣੀ ਬਾਕੀ ਸੀ। ਜੇ ਕੋਈ ਨਿਆਣਾ 5 ਪੇਪਰ ਨੇ ਇੱਕ ਜਮਾਤ ਦੇ, ਉਹਦੇ ਵਿੱਚੋਂ 3 ਉਹਨੇ ਦਿੱਤੇ ਤੇ 2 ਦਿੱਤੇ ਹੀ ਨਹੀਂ, ਤੇ ਜੇ ਇੱਕ ਪੇਪਰ 'ਚੋਂ ਫੇਲ ਆ ਤਾਂ ਕੋਈ ਨਹੀਂ, ਜੇ 2 ਪੇਪਰਾਂ 'ਚੋਂ ਫੇਲ ਆ ਤਾਂ ਨਿਆਣਾ ਫੇਲ ਹੋ ਜਾਂਦਾ, ਤੇ ਉਹਦੇ ਰਿਜ਼ਲਟ ਦੀ ਅਸੀਂ ਉਡੀਕ ਕਿੱਦਾਂ ਦੀ ਕਰਦੇ ਹਾਂ? ਦੇਰ ਸਵੇਰ ਕੰਮ ਹੋਣਾ ਸੀ, ਹੋ ਗਿਆ, ਤਰੀਕ ਅੱਗੇ ਪਿੱਛੇ ਹੋ ਸਕਦੀ ਸੀ ਬਸ। WhatsApp ਤੁਸੀਂ ਕਹਿੰਦੇ 9 ਦਿਨ ਲੇਟ ਹੋ ਗਿਆ, ਪਰ ਇੱਕ ਜਿਹੜੀ ਜਾਣਕਾਰੀ ਇਨਫੋਰਮੇਸ਼ਨ ਆਪਾਂ ਇਸ ਪ੍ਰੋਗਰਾਮ ਤੋਂ ਬਾਅਦ ਸਾਂਝੀ ਕਰਾਂਗੇ, ਉਸ ਪ੍ਰੋਗਰਾਮ ਦੇ ਹਿਸਾਬ ਨਾਲ ਜਿਹੜੀ 5 ਜੂਨ ਨੂੰ ਆਰਡੀਨੈਂਸ ਆਏ ਸੀ ਨਾ, ਉਹਦੇ ਹਿਸਾਬ ਨਾਲ 3 ਮਹੀਨੇ ਤੇ 20-21 ਦਿਨ ਉੱਪਰ ਬਣ ਜਾਂਦੇ ਆ ਇਹ ਗੱਠਜੋੜ ਟੁੱਟਣ ਦੇ ਤੇ ਅਸਤੀਫਾ ਦੇਣ ਦੇ। ਮਤਲਬ ਇੰਨੇ ਦਿਨਾਂ ਦਾ ਫਰਕ ਪੈ ਗਿਆ। ਇਹ 3 ਮਹੀਨੇ ਤੇ 20-21 ਦਿਨ ਪਹਿਲਾਂ ਹੋ ਜਾਣੀ ਚਾਹੀਦੀ ਸੀ ਕਹਾਣੀ। ਇਹ 3 ਮਹੀਨੇ 20-21 ਦਿਨ ਮੈਂ ਕਿਉਂ ਕਹਿ ਰਿਹਾ, ਇਹ ਆਪਾਂ ਇਸ ਪ੍ਰੋਗਰਾਮ ਤੋਂ ਬਾਅਦ ਇੱਕ ਹੋਰ ਪ੍ਰੋਗਰਾਮ ਆਪ ਜੀ ਦੀ ਨਜ਼ਰ ਕਰਾਂਗੇ ਪ੍ਰਾਈਮ ਸਪੈਸ਼ਲ ਕਰਕੇ। ਉਹਦੇ ਵਿੱਚ ਇੱਕ ਬਾਪੂ ਹੈ ਬਜ਼ੁਰਗ, ਨਾਂ ਜੇ ਮੈਂ ਤੁਹਾਨੂੰ ਦੱਸਣਾ ਨਹੀਂ, ਉਸ ਬਜ਼ੁਰਗ ਬਾਪੂ ਨੇ 50-51 ਸਾਲ ਕਿਸਾਨੀ ਦੀ ਲੜਾਈ ਲੜਦਿਆਂ ਲਾਏ। ਉਹ ਕਹਿੰਦਾ 3 ਪ੍ਰਧਾਨ ਮੰਤਰੀਆਂ ਨੂੰ ਮੈਂ ਘੂਰ ਕੇ ਵੀ ਆਇਆ, ਕਿੱਥੇ ਕਿਹਦੇ ਨਾਲ ਕੀ ਗੱਲ ਕਹੀ, ਉਹ ਸਾਰਾ ਕੁਝ ਦੱਸੀ ਜਾਂਦਾ। ਉਹ ਸਾਰਾ ਕੁਝ ਇਸ ਪ੍ਰੋਗਰਾਮ ਤੋਂ ਬਾਅਦ ਤੁਸੀਂ ਸੁਣ ਲਿਓ। ਤੇ ਜੋ ਆਪਾਂ ਇਹਦੇ 'ਚ ਗੱਲ ਕਰ ਰਹੇ ਹਾਂ ਉਹਦੀ ਬਹੁਤ ਪਹਿਲਾਂ ਦੀ ਕਹਾਣੀ ਵੀ ਤੁਹਾਨੂੰ ਸਮਝ ਆ ਜਾਊਗੀ। ਇੱਕ ਕਹਾਣੀ 3 ਸਾਲ ਪਿੱਛੇ ਵੀ ਜਾਂਦੀ ਜੇ। WhatsApp ਆਪਾਂ ਉਹਦੇ ਤੇ ਨਹੀਂ ਜਾਂਦੇ, ਆਪਾਂ ਗੱਠਜੋੜ ਤੇ ਫਿਰ ਆ ਜਾਂਦੇ ਆ, ਕਿਉਂਕਿ ਇਸ ਵਕਤ ਜਿਹੜੀ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ, ਜਿਹੜੀ ਚੀਜ਼ ਹਾਂਜੀ 2.5 ਮੈਂ ਲਾਉਂਗਾ ਜ਼ਰੂਰ, ਇਸ ਕਰਕੇ ਕਿ ਤੁਸੀਂ ਇੱਕ ਗੱਲ ਉਹਦੇ ਵਿੱਚੋਂ ਭੁੱਲ ਗਏ ਜੀ। ਆ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ 'ਚ ਟਰੈਕਟਰ ਫੂਕਦੀਆਂ ਫਿਰਦੀਆਂ, ਨਵੀਆਂ ਜਾਂ ਪੁਰਾਣੀਆਂ, ਉਹ ਬੰਦਾ ਕੱਲੇ ਉਹ ਬਜ਼ੁਰਗ ਬਾਪੂ ਦੀ ਜਿਹਦੀ ਤੁਸੀਂ ਗੱਲ ਕੀਤੀ ਆ, ਕੱਲਾ 3 ਪ੍ਰਧਾਨ ਮੰਤਰੀਆਂ ਕੋਲ ਨਹੀਂ। ਆ ਜਿੰਨੀਆਂ ਸਿਆਸੀ ਪਾਰਟੀਆਂ ਅੱਜ ਕਹਿੰਦੀਆਂ ਕਿ ਅਸੀਂ ਕਿਸਾਨ ਹਿਤੈਸ਼ੀ ਆ, ਸਾਨੂੰ ਵੱਟ ਤੇ ਬੈਠ ਕੇ ਰੋਣਾ ਆਉਂਦਾ ਕੀ ਹੋ ਚੱਲਾ, ਇਹ ਕੱਲੇ ਲੀਡਰ ਨੂੰ ਵੀ ਬਾਹੋਂ ਫੜ ਕੇ ਉਹਨੇ ਕੀ ਕੁਛ ਦੱਸਿਆ ਸੀ, ਤੁਸੀਂ ਪ੍ਰੋਗਰਾਮ ਤੋਂ ਬਾਅਦ ਦਿਖਾ ਲਿਓ। ਕੱਲੇ ਲੀਡਰ ਦੀ ਖੁੱਦੋ ਦੇ ਵਿੱਚੋਂ ਲੀਰਾਂ ਉਹਨੇ ਬਾਹਰ ਕਿੱਦਾਂ ਲੈ ਕੇ ਆਉਣੀਆਂ, ਇਹ ਪ੍ਰਾਈਮ ਫੋਕਸ ਤੋਂ ਬਾਅਦ ਪਤਾ ਲੱਗੂ। WhatsApp ਮੈਂ ਚਾਹੁੰਦਾ ਥੋੜਾ ਜਿਹਾ ਪਰਦਾ ਬਾਕੀਆਂ ਦਾ ਰਹਿਣ ਦਿੰਦੇ। ਚਲੋ ਜੇ ਅਕਾਲੀ ਭਾਜਪਾ ਸਾਹਮਣੇ ਆਇਆ ਤਾਂ ਇਹਨਾਂ ਦੀ ਗੱਲ ਹੀ ਹੋਵੇ, ਪਰ ਚਲੋ ਤੁਸੀਂ ਹੁਣ ਜੇ ਪਰਦਾ ਚੱਕ ਹੀ ਦਿੱਤਾ ਤੇ ਇਹ ਵੀ ਗੱਲ ਸਹੀ ਹੈ ਜੀ। ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ, ਇਹਨਾਂ ਦੋਵਾਂ ਪਾਰਟੀਆਂ ਦਾ ਨਾਮ ਹੀ ਉਹ ਬਾਪੂ ਲੈ ਗਿਆ। ਕਿੱਥੇ ਕਿੰਨੀ ਤਰੀਕ ਨੂੰ ਕਿਹੜੇ ਲੀਡਰ ਨੂੰ ਕੀ ਕਿਹਾ ਸੀ ਇਹ ਵੀ ਦੱਸ ਗਿਆ। ਇਹ ਤੁਸੀਂ ਸੁਣ ਲਿਓ, ਜ਼ਰੂਰ ਲਿਓ। ਆਪਾਂ ਹੁਣ ਗੱਠਜੋੜ ਤੇ ਆ ਜਾਈਏ। WhatsApp ਹੁਣ ਗੱਠਜੋੜ ਜਿਹੜਾ ਹੈ ਇਹ ਟੁੱਟਣ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਬਿਆਨ ਸੀ ਕਿ ਵੀ ਦੇਖੋ ਗੱਲ ਇਹ ਹੈ ਕਿ ਅਸੀਂ ਕੇਂਦਰ ਸਰਕਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਖੇਤੀ ਆਰਡੀਨੈਂਸਾਂ ਦੇ ਮਾਮਲੇ 'ਚ ਸਾਡੇ ਨਾਲ ਕੋਈ ਸਲਾਹ ਨਹੀਂ ਕੀਤੀ, ਸਾਨੂੰ ਕੁਝ ਨਹੀਂ ਦੱਸਿਆ, ਸਾਨੂੰ ਰੱਖਿਆ ਹਨੇਰੇ 'ਚ। ਅਸੀਂ ਉਹਨਾਂ ਨੂੰ ਕਹੀ ਜਾਂਦੇ ਸੀ ਵੀ ਜੇ ਕਿਸਾਨਾਂ ਦੀ ਕੋਈ ਪਾਰਟੀ ਹੈ ਇਸ ਦੇਸ਼ ਦੇ ਵਿੱਚ, ਜਾਂ ਜਿਹੜਾ ਸਾਡੇ ਕੋਲੇ ਵਿਰਾਸਤ ਹੈ ਕਿਸਾਨਾਂ ਦੀ, ਜਾਂ ਕਹਿ ਲਓ ਇਤਿਹਾਸ ਹੈ, ਉਹ ਕਿਸਾਨੀ ਦੇ ਘੇਰੇ ਘੁੰਮਦਾ, ਤੇ ਸਾਡੇ ਕੋਲੇ ਤੁਸੀਂ ਪੁੱਛੋ ਨਾ ਵੀ ਤੁਸੀਂ ਕਿਸਾਨੀ ਨਾਲ ਫੈਸਲਾ ਕੀ ਕਰਨ ਲੱਗੇ ਹੋ, ਸਹੀ ਹੈ ਕਿ ਗਲਤ ਹੈ, ਇਹ ਸਾਨੂੰ ਬਰਦਾਸ਼ਤ ਨਹੀਂ ਹੈਗਾ। ਇਸ ਕਰਕੇ ਆਹ ਚੱਕ ਲਓ ਆਪਣਾ ਗੱਠਜੋੜ, ਅਸੀਂ ਤੁਹਾਡੇ ਗੱਠਜੋੜ 'ਚੋਂ ਬਾਹਰ ਹਾਂ। ਇੱਕ ਉਹਨਾਂ ਦੀ ਉਹ ਸਪੀਚ ਵੀ ਬੜੀ ਵਾਇਰਲ ਹੈ ਕਿ ਉਦੋਂ ਤਾਂ ਮੇਰਾ ਮੈਂ ਮਾਈਕ ਹੀ ਬੰਦ ਕਰਤਾ, ਨਹੀਂ ਤੇ ਮੈਂ ਬੰਬ ਸੁੱਟਣਾ ਸੀ ਉਦੋਂ ਅਸਤੀਫਾ ਵੀ, ਆਹ ਚੱਕੋ ਅਸਤੀਫਾ, ਕੋਈ ਲੋੜ ਨਹੀਂ ਤੁਹਾਡੀ ਕੁਰਸੀ ਦੀ। ਉਹ ਬਾਅਦ ਦੇ ਵਿੱਚ ਇੱਧਰ ਆ ਕੇ ਉਹ ਗੱਲਾਂ ਵੀ ਕਰਦੇ ਨੇ। ਅਖੀਰ ਕੋਰ ਕਮੇਟੀ ਦੇ ਵਿੱਚ ਫੈਸਲਾ ਲੈ ਕੇ ਉਹਨਾਂ ਨੇ ਅਸਤੀਫਾ ਵੀ ਵਗਾ ਕੇ ਮਾਰਿਆ, ਉਹ ਤਾਂ ਪਹਿਲਾਂ ਮਾਰਿਆ, ਤੇ ਹੁਣ ਜਿਹੜਾ ਗੱਠਜੋੜ ਵਾਲਾ ਪੱਤਰਾ ਸੀ ਉਹ ਵੀ ਹਵਾ 'ਚ ਡਾਤਾ ਵੀ ਆ ਚੱਕ ਲਓ ਗੱਠਜੋੜ। ਫਿਰ ਲੱਭਦੇ ਫਿਰ ਹੁਣ ਪਿੰਡ ਜਾ ਕੇ ਵੀ ਕਿਹੜੀ ਭਾਜਪਾ ਦੀ ਵੋਟ ਆ ਤੇ ਕਿਹੜੀ ਅਕਾਲੀਆਂ ਦੀ ਹੈ। ਦੋ ਚੀਜ਼ਾਂ ਬਹੁਤ ਜ਼ਰੂਰੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਤੋਂ ਜੀ। ਦੇਖੋ, ਜੇ ਅਕਾਲੀ ਦਲ ਗੱਠਜੋੜ ਨਾ ਤੋੜਦਾ ਕਿਸੇ ਨੇ ਲੱਤ ਨਹੀਂ ਸੀ ਭੰਨ ਲੈਣੀ। ਉਹਨਾਂ ਨੇ ਗੱਠਜੋੜ ਤੋੜਿਆ। ਜਿਹੜੀ ਕੱਲ ਤੱਕ ਗੱਲ ਹੁੰਦੀ ਸੀ, ਪਹਿਲਾਂ ਗੱਲ ਇਹ ਹੁੰਦੀ ਸੀ ਕਿ ਦੇਖੋ ਜੀ, ਅਕਾਲੀ ਦਲ ਕੇਂਦਰੀ ਕੈਬਨਿਟ ਦਾ ਹਿੱਸਾ, ਕੈਬਨਿਟ ਨੇ ਫੈਸਲਾ ਕੀਤਾ, 3 ਆਰਡੀਨੈਂਸ ਆਏ, ਅਕਾਲੀ ਦਲ ਉਹਨਾਂ ਫੈਸਲਿਆਂ ਦੇ ਵਿੱਚ ਭਾਗੀਦਾਰ ਹੈ, ਪੰਜਾਬ ਦੇ ਲੋਕ ਇਹਨਾਂ ਨੂੰ ਵੜਨ ਨਾ ਦੇਣ। ਉਹਨਾਂ ਨੇ ਕੈਬਨਿਟ ਦੇ ਵਿੱਚੋਂ ਬੀਬੀ ਜੀ ਨੂੰ ਬਾਹਰ ਲੈ ਆਂਦਾ। ਉਹਦੇ ਨਾਲ ਬਿੱਲ ਕਾਨੂੰਨਾਂ 'ਚ ਤਬਦੀਲ ਹੋਣੋਂ ਨਹੀਂ ਰੁਕੇ, ਪਰ ਅਕਾਲੀ ਦਲ ਨੇ ਜਿਹੜਾ ਬਹੁਤ ਵੱਡਾ ਦੋਸ਼ ਲੱਗਦਾ ਸੀ, ਘੱਟੋ ਘੱਟ ਉਸ ਦੋਸ਼ ਦੀ ਗਰਮੀ ਨੂੰ ਘਟਾਉਣ ਦਾ ਯਤਨ ਕੀਤਾ। ਫਿਰ ਅਗਲੀ ਗੱਲ ਇਹ ਸ਼ੁਰੂ ਹੋ ਗਈ, ਬੀਬੀ ਜੀ ਨੂੰ ਵਾਪਸ ਤਾਂ ਲੈ ਆਂਦਾ, ਗੱਠਜੋੜ ਤਾਂ ਹੈਗਾ, ਗੋਗਲੂਆਂ ਤੋਂ ਮਿੱਟੀ ਝਾੜਦੇ ਆ। ਸਾਰੇ ਵਿਰੋਧੀ ਪਾਰਟੀਆਂ ਵਾਲੇ ਇਹ ਕਰਦੇ ਸੀ।
ਅਗਲਿਆਂ ਨੇ ਹੌਲੀ ਦੇਣੀ ਗੱਠਜੋੜ ਵੀ ਤੋੜ ਲਿਆ। ਜਾਣੀ ਕਿ ਜਦੋਂ ਪ੍ਰੇਮ ਸਿੰਘ ਚੰਦੂਮਾਜਰਾ ਸਾਬਕਾ ਮੈਂਬਰ ਪਾਰਲੀਮੈਂਟ ਨੇ ਇਹ ਚਿੱਠੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ, ਤੁਸੀਂ ਅਗਵਾਈ ਕਰੋ ਤੇ ਆਪਾਂ ਆ ਖੇਤੀਬਾੜੀ ਆਰਡੀਨੈਂਸਾਂ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੀਏ, ਉਹਦੇ ਤੋਂ ਇੱਕ ਸੰਕੇਤ ਮਿਲਿਆ ਸੀ ਸੰਧਾਲੀਆ ਸਾਹਿਬ ਕਿ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਹੋ ਸਕਦੇ ਜਿਨ੍ਹਾਂ ਨੂੰ ਪਤਾ ਕਿ ਕਿਸਾਨੀ ਤੇ ਪੰਥਕ ਵੋਟ ਤੋਂ ਬਿਨਾਂ ਹੋਂਦ ਬਚਾਉਣੀ ਪੰਜਾਬ 'ਚ ਔਖੀ ਹੈ। ਉਹ ਚਿੱਠੀ ਨੇ ਦੱਸ ਦਿੱਤਾ ਸੀ ਕਿ ਅੰਦਰ ਖਾਤੇ ਕੁਝ ਸੁਲਝ ਰਿਹਾ ਤੇ ਅਕਾਲੀ ਦਲ ਦੇ ਲਈ ਜ਼ਰੂਰੀ ਸੀ ਕਿ ਢੀਂਡਸਾ ਸਾਹਿਬ ਤੇ ਉਹਨਾਂ ਦੇ ਸਾਥੀ, ਬ੍ਰਹਮਪੁਰਾ ਸਾਹਿਬ ਤੇ ਉਹਨਾਂ ਦੇ ਸਾਥੀ, ਮਨਜੀਤ ਸਿੰਘ ਜੀਕੇ ਤੇ ਉਹਨਾਂ ਦੇ ਸਾਥੀ, ਇਹਨਾਂ ਸਾਰਿਆਂ ਦੇ ਪਾਰਟੀ ਵਿੱਚੋਂ ਬਾਹਰ ਜਾਣ ਤੋਂ ਬਾਅਦ ਕੋਈ ਅਗਲਾ ਧੜਾ ਨਾ ਪਰੇ ਉਰੇ ਹੋ ਜਵੇ ਇਸ ਮੁੱਦੇ ਤੇ, ਉਹਨੂੰ ਬਚਾਉਣ ਦੇ ਲਈ ਆ ਕੰਮ ਕਰਨਾ ਪੈਣਾ ਸੀ। ਹੁਣ ਕਰਨਾ ਕਿੱਦਣ ਸੀ? ਮਸਲਾ ਕੱਲਾ ਇੰਨਾ ਸੀ। ਦੂਸਰੀ ਗੱਲ, ਹੁਣ ਅਕਾਲੀ ਦਲ ਇੱਕ ਤਾਂ ਇਹ ਕਹਿਣ ਜੋਗਾ ਹੋ ਗਿਆ, ਉਹਨਾਂ ਦੇ ਵਰਕਰ ਇਹ ਕਹਿਣ ਜੋਗੇ ਹੋ ਗਿਆ ਅਸੀਂ ਵਜ਼ੀਰੀ ਵੀ ਛੱਡੀ, ਅਸੀਂ ਗੱਠਜੋੜ ਵੀ ਤੋੜਿਆ, ਪਰ ਨਾਲ ਦੀ ਨਾਲ ਇਹ ਗੱਲ ਸਾਨੂੰ ਕਦੇ ਚੇਤੇ ਨਹੀਂ ਭੁੱਲਣੀ ਚਾਹੀਦੀ ਕਿ ਕਦੇ ਇਸ ਗੱਠਜੋੜ ਨੂੰ 9 ਮਾਸ ਦਾ ਰਿਸ਼ਤਾ ਦੱਸਿਆ ਗਿਆ ਸੀ। ਬਾਠ ਸਾਹਿਬ ਅਸੂਲਨ ਆਓ ਜੀ, ਵੈਸੇ ਤੇ ਤੁਸੀਂ ਵੱਡੇ ਪੱਤਰਕਾਰ ਹੋ, ਤੁਸੀਂ ਬਿਆਨ ਬਣਾ ਲੈਂਦੇ ਹੋ ਵੀ ਕੀ ਬਣਾਉਣਾ, ਮੈਂ ਇਹਦੇ 'ਚ ਐਡ ਕਰਦਾ ਜੇ ਤੁਸੀਂ ਮਾੜਾ ਜਿਹਾ ਗੁੱਸਾ ਨਾ ਕਰੋ ਤੇ। ਨਹੀਂ ਗੁੱਸਾ ਕਾਹਦਾ ਮਹਾਰਾਜ, ਜਦ ਆ ਹੀ ਗਏ ਘਰੇ ਤਾਂ ਫਿਰ ਗੁੱਸਾ ਕਾਹਦਾ, ਬੋਲੋ। ਅੱਛਾ ਗੱਲ ਇਹ ਆ, ਇਹ ਬਾਪੂ ਦੀਆਂ ਗੱਲਾਂ ਤੋਂ ਜਿਹੜੀਆਂ ਹੁਣ ਸੁਣਨੀਆਂ ਬਾਅਦ 'ਚ, ਜਿਹੜੀ ਤੁਸੀਂ ਕਿਹਾ ਨਾ ਵੀ ਗੱਠਜੋੜ ਜਾਂ ਕੋਈ ਹੋਰ ਧੜਾ ਆਸੇ ਪਾਸੇ ਹੋ ਨਾ ਜਾਵੇ, ਉਹ ਆਸੇ ਪਾਸੇ ਹੋਣ ਵਾਲੀ ਗੱਲ ਵੀ ਦੱਸ ਗਿਆ ਬਾਪੂ। ਕਹਿੰਦਾ ਵੀ ਇੱਕ ਨਹੀਂ ਲੈਣਾ ਦੀਆਂ ਲੈਣਾ ਸੀ। ਯਾਰ ਤਾਰ ਫੇਰ ਨਿਕਲਦੀ ਤੁਹਾਡੀ ਓਏ। ਅੱਛਾ ਚਲੋ ਕੋਈ ਨਾ। ਜਦੋਂ ਤੁਸੀਂ ਆਹ ਗੱਲ ਸਿਆਸੀ ਪਾਰਟੀਆਂ ਤੇ ਲਾਉਣੇ, ਤਾਰ ਤੁਹਾਡੀ ਨਿਕਲਦੀ ਹੈ, ਬਹਿਣਾ ਉੱਠਣਾ ਜੋ ਹੈਗਾ। ਮੇਰੀ ਗੱਲ ਸੁਣੋ। ਨਹੀਂ ਮੇਰਾ ਕਾਹਦਾ ਬਹਿਣਾ ਉੱਠਣਾ, ਤੁਹਾਨੂੰ ਹੋਰ ਦੱਸਦਾ। ਬਾਪੂ ਕਹਿੰਦਾ ਵੀ ਮੇਰੇ ਕੋਲੇ ਖੁਦ ਆਉਂਦੇ ਸੀ ਲੀਡਰ ਤੇ ਕਹਿੰਦੇ ਸੀ ਸਾਡਾ ਨਾਂ ਲਿਖੋ ਵੀ ਅਸੀਂ ਤੁਹਾਡੇ ਨਾਲ ਆ, ਅਖਬਾਰ 'ਚ ਫੋਟੋ ਲੱਗੇ, ਕਟਿੰਗ ਸਾਨੂੰ ਦੇ ਦਿਓ, ਅਸੀਂ ਪ੍ਰਧਾਨ ਜੀ ਨੂੰ ਭੇਜਣੀ ਹੈ ਵੀ ਭਾਈ ਅਸੀਂ ਵੀ ਵਿਰੋਧ 'ਚ ਹੈਗੇ ਜੇ। ਇਹ ਛੋਟੀ ਲੀਡਰਸ਼ਿਪ ਦੀ ਗੱਲ ਕਰਦਾ, ਇਹ ਇੱਕ ਨਵੀਂ ਕਹਾਣੀ ਹੈ। ਮੈਨੂੰ ਲੱਗਦਾ ਵੀ ਆਪਾਂ ਇਹ ਵਿਚਾਰ ਹੀ ਲਈਏ ਕਿ ਅਕਾਲੀ ਦਲ ਉੱਪਰੋਂ ਤਾਂ ਇਹ ਬਿਆਨ ਦਿੰਦਾ ਜੀ ਸਦਕੇ ਵੀ ਠੀਕ ਹੈ ਜੀ ਵੀ ਅਸੀਂ ਕਿਸਾਨਾਂ ਦਾ ਕਰਕੇ ਸਾਰਾ ਕੁਝ ਕੀਤਾ, ਪਰ ਜਿਸ ਕਾਡਰ ਦੀ ਉਹ ਗੱਲ ਕਰਦੇ ਆ ਉਹ ਕਹਿੰਦੇ ਵੀ ਪਿੰਡ ਪਿੰਡ ਤੱਕ ਸਾਡੇ ਅਕਾਲੀ ਦਲ ਦੇ ਛੋਟੇ ਤੋਂ ਲੈ ਕੇ ਵੱਡੇ ਲੀਡਰ ਵੱਸਦੇ ਆ। ਹੁਣ ਜਿਹੜਾ ਛੋਟੇ ਤੋਂ ਲੈ ਕੇ ਵੱਡਾ ਲੀਡਰ ਪਿੰਡ 'ਚ ਵੱਸਦਾ, ਇਹ ਤੇ ਹੈ ਨਹੀਂ ਵੀ ਉਹਨੇ ਉੱਥੇ ਕੋਈ ਗਹਿਣਿਆਂ ਦੀ ਦੁਕਾਨ ਪਾਈ ਹੈ ਜਾਂ ਫਿਰ ਉਹਦਾ ਕਾਰੋਬਾਰ ਹੀ ਇਹੋ ਜਿਹਾ ਜਿਹਦਾ ਕਿਸਾਨੀ ਨਾਲ ਕੋਈ ਲੈਣਾ ਦੇਣਾ ਹੀ ਹੈ ਨਹੀਂ। ਉਹ ਬੰਦੇ ਵੀ ਤਾਂ ਖੇਤੀ ਨਾਲ ਸਿੱਧੇ ਸਿੱਧੇ ਜੁੜੇ ਆ, ਉਹਨਾਂ ਨੂੰ ਤਾਂ ਪਤਾ ਹੋਊਗਾ ਵੀ ਪ੍ਰਧਾਨ ਜੀ ਜੇ ਆਹ ਕੁਝ ਹੋ ਰਿਹਾ ਤੇ ਇਹ ਨਾ ਹੋਵੇ ਵੀ ਤੁਸੀਂ ਉੱਥੇ ਜਾ ਕੇ ਜੱਫੀਆਂ ਪਾਈ ਜਾਓ, ਜੇ ਤੁਸੀਂ ਪਾਈ ਤੇ ਅਸੀਂ ਬਾਹਰ ਜੇ। ਇਹ ਸੁਨੇ ਅੱਜ ਦੇ ਨਹੀਂ, ਬੜੇ ਚਿਰ ਪਹਿਲਾਂ ਦੇ ਪਹੁੰਚਣ ਲੱਗ ਪਏ ਸੀ। ਆਪਾਂ ਉਸ ਦਬਾਅ ਨੂੰ ਵੀ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਵੀ ਉਹ ਹੈਗਾ ਸੀ, ਕਿਸਾਨਾਂ ਦਾ ਦਬਾਅ ਤਾਂ ਹੈਗਾ ਹੀ ਹੈਗਾ, ਪਾਰਟੀ ਦੇ ਅੰਦਰੋਂ ਵੀ ਸੀਗਾ। ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਕਿਉਂਕਿ ਜਦੋਂ ਕੋਈ ਵੀ ਸਿਆਸੀ ਪਾਰਟੀ ਮੈਂਬਰਸ਼ਿਪ ਭਰਾਉਂਦੀ ਹੈ, ਅਕਾਲੀ ਦਲ ਵੀ ਉਦੋਂ ਹੀ ਮੈਂਬਰਸ਼ਿਪ ਕਰਦਾ ਸੀ। ਸਗੋਂ ਹੁਣ ਤਾਂ ਅਕਾਲੀ ਦਲ ਨੇ ਮੈਂਬਰਸ਼ਿਪ ਵੀ ਚੈੱਕ ਨਾ ਕਰਤੀ ਸ਼ੁਰੂ ਕਰਤੀ ਸੀ ਕਿ ਭਾਈ ਪਤਾ ਲੱਗੇ ਮੈਂਬਰਸ਼ਿਪ ਅਸਲੀ ਹੈ। ਸੰਧਾਲੀਆ ਸਾਹਿਬ ਜਦੋਂ ਕਿਸਾਨਾਂ ਦੀਆਂ ਟਰਾਲੀਆਂ ਭਰ ਕੇ ਮੋਰਚਿਆਂ ਤੇ ਜਾਂਦੀਆਂ ਸੀ ਨਾ, ਤੇ ਉਦੋਂ ਅਕਾਲੀ ਦਲ ਦਾ ਜਿਹੜਾ ਪਿੰਡ ਦਾ ਲੀਡਰ ਉਹਨੂੰ ਜਾਂਦੇ ਕਹਿੰਦੇ ਹੋਣੇ ਆ ਅਸੀਂ ਤਾਂ ਚੱਲੇ ਆ ਖੇਤ ਬਚਾਉਣ, ਕੋਈ ਗੱਲ ਨਹੀਂ ਤੂੰ ਪਾਰਟੀ ਦੀ ਡੁਗਡੁਗੀ ਬਜਾਈ ਜਾ। ਹੁਣ ਉਹਨੇ ਪਿੰਡ 'ਚ ਵੀ ਰਹਿਣਾ, ਉਹਨੇ ਟਰਾਲੀ ਵੀ ਮੰਗਣੀ ਹੈ, ਉਹਨੇ ਜਠੇਰਿਆਂ ਦੇ ਮੇਲੇ ਤੇ ਵੀ ਇਕੱਠੇ ਜਾਣਾ, ਉਹਨੇ ਕਬੱਡੀ ਦੇ ਟੂਰਨਾਮੈਂਟ ਤੇ ਵੀ ਇੱਕੋ ਥਾਂ ਹੀ ਹੋਣਾ, ਉਹਨੇ ਬਾਕੀ ਸਾਰੇ ਦਿਨ ਸੁੱਤੇ ਵੀ ਜਾਣਾ, ਭੋਗ ਵਿਆਹ ਵੀ ਇਕੱਠਿਆਂ ਦੇ ਆ, ਤਾਂ ਫਿਰ ਜਵਾਬ ਤਾਂ ਕੋਈ ਨਹੀਂ ਸੀ ਨਾ। ਹੁਣ ਆ ਅਕਾਲੀ ਦਲ ਦੇ ਵਰਕਰਾਂ ਦਾ ਦਬਾਅ ਜਿਹੜਾ ਹੈ ਉਹ ਵੀ ਸਾਹਮਣੇ ਆਇਆ। ਹੁਣ ਮੈਂ ਇੱਕ ਗੱਲ ਤੁਹਾਡੇ ਨਾਲ ਹੀ ਕਲੀਅਰ ਕਰਦਾ ਕਿ ਜੇ ਕਿਸੇ ਨੂੰ ਇਹ ਲੱਗਦਾ ਕਿ ਭਾਈ ਐ ਹੋ ਗਿਆ, ਮੈਂ ਥੋੜਾ ਜਿਹਾ ਪਿੱਛੇ ਸੰਧਾਲੀਆ ਸਾਹਿਬ ਜ਼ਰੂਰ ਜਾਣਾ। ਅਸੀਂ ਚੇਤੇ ਰੱਖੀਏ ਕਿ ਅਕਾਲੀ ਦਲ ਭਾਜਪਾ ਗੱਠਜੋੜ ਇੱਥੋਂ ਤੱਕ ਅਚਾਨਕ ਨਹੀਂ ਪੁੱਜਾ, ਜਿੱਦਾਂ ਹੌਲੀ ਹੌਲੀ ਹਥੋੜਾ ਮਾਰ ਕੇ ਪਹਿਲਾਂ ਪੱਥਰ ਦੇ ਵਿੱਚ ਤਰੇੜਾਂ ਆਉਂਦੀਆਂ ਲਗਾਤਾਰ ਆਈਆਂ। ਪਹਿਲੀ ਗੱਲ ਹੈ ਕਿ ਸਮਾਜਿਕ ਏਕਤਾ ਦਾ ਨਾਂ ਦਿੱਤਾ ਸੀ ਕਿ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਦਾ ਪ੍ਰਤੀਕ ਆ, ਪਰ ਅਕਾਲੀ ਦਲ ਦੀ ਨੀਤੀ ਕੀ ਆ ਤੇ ਭਾਜਪਾ ਦੀ ਨੀਤੀ ਕੀ ਆ ਸਾਰੇ ਜਾਣਦੇ ਆ। ਅਕਾਲੀ ਦਲ ਨੇ ਅੱਜ ਤੱਕ ਰਾਜਨੀਤੀ ਕਾਹਤੇ ਕੀਤੀ ਆ ਕਿ ਸੰਘੀ ਢਾਂਚਾ ਮਜ਼ਬੂਤ ਹੋਵੇ, ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿਓ, ਚੰਡੀਗੜ੍ਹ ਪੰਜਾਬ ਨੂੰ ਦਿਓ, ਪਾਣੀ ਪੰਜਾਬ ਨੂੰ ਦਿਓ, ਜਿਹੜਾ ਪੰਜਾਬ ਦੇ ਹਿੱਸੇ ਦਾ ਬਾਹਰ ਨਾ ਜਾਵੇ। ਭਾਜਪਾ ਦੀ ਨੀਤੀ ਕੀ ਰਹੀ ਹੈ? ਉਹਨਾਂ ਨੇ ਕਦੇ ਪੰਜਾਬੀ ਭਾਸ਼ਾ ਦੀ ਗੱਲ ਜਿਹੜੀ ਹੈ ਭਾਜਪਾ ਨੇ ਬਹੁਤੀ ਨਹੀਂ ਕੀਤੀ। ਠੀਕ ਹੈ ਪੰਜਾਬ ਪ੍ਰਧਾਨ ਨੇ ਚਿੱਠੀ ਲਿਖੀ, ਪਰ ਜੰਮੂ ਕਸ਼ਮੀਰ 'ਚ ਕੀ ਹੋਇਆ? ਹੁਣ ਜੰਮੂ ਕਸ਼ਮੀਰ ਵਾਲੇ ਮੁੱਦੇ ਤੇ ਭਾਜਪਾ ਦੀ ਕੇਂਦਰ ਸਰਕਾਰ ਨੇ ਜਿਸ ਤਰੀਕੇ ਫੈਸਲਾ ਕੀਤਾ, ਆਪਣੇ ਆਪ ਦੇ ਵਿੱਚ ਅਕਾਲੀ ਦਲ ਕਸੂਤੀ ਸਥਿਤੀ 'ਚ ਫਸ ਗਿਆ ਸੀ ਕਿ ਭਾਈ ਆਪਾਂ ਵਜ਼ੀਰ ਵੀ ਹੈਗੇ ਆ ਤੇ ਕਰਾਂਗੇ ਕੀ। ਦੂਸਰਾ, ਜਦੋਂ SYL ਦੀ ਗੱਲ ਹੁੰਦੀ ਆ, ਆਪਾਂ ਹਰਿਆਣੇ ਵਾਲੇ ਭਰਾਵਾਂ ਨੂੰ ਇਹ ਨਹੀਂ ਕਹਿੰਦੇ ਕਿ ਭਾਈ ਤੁਸੀਂ ਗੁੱਸਾ ਨਾ ਕਰਿਓ, ਪਾਣੀ ਤੁਹਾਨੂੰ ਵੀ ਮਿਲਣਾ ਚਾਹੀਦਾ, ਪੰਜਾਬ ਵਾਲਿਆਂ ਨੂੰ ਵੀ, ਮਸਲਾ ਤਾਂ ਸਰਕਾਰਾਂ ਚੰਗੀ ਨੀਤੀ ਅਪਣਾਉਣ। ਪਰ ਜਿੰਨੀ ਵਾਰ ਵੀ ਕੇਂਦਰ ਦੀਆਂ ਸਰਕਾਰਾਂ ਨੇ ਸੁਪਰੀਮ ਕੋਰਟ 'ਚ ਪੱਖ ਰੱਖਿਆ, ਕਦੇ ਪੰਜਾਬ ਦਾ ਪੱਖ ਰੱਖਿਆ? ਪੱਖ ਦੂਜੇ ਪਾਸੇ ਵਾਲਾ ਹੀ ਲਿਆ। ਹੁਣ ਅਕਾਲੀ ਦਲ ਉਸ ਮੁੱਦੇ ਤੇ ਵੀ ਅਜੀਬ ਸੀ। ਤੇ ਜੇ ਕਿਸੇ ਨੂੰ ਲੱਗਦਾ ਕਿ ਅਚਾਨਕ ਕੜਕ ਨਹੀਂ ਹੋਈ,
ਹੌਲੀ ਹੌਲੀ ਤਰੇੜ ਆਈ ਹੈ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ 4 ਤੋਂ 8 ਚਾਹੁੰਦਾ ਸੀ ਅਕਾਲੀ ਦਲ ਸੀਟਾਂ, ਮਿਲੀ ਕਿਉਂ ਨਹੀਂ ਕੋਈ। ਦੂਸਰੇ ਪਾਸੇ ਹਰਿਆਣੇ ਦੇ ਵਿੱਚ ਕੀ ਹੋਇਆ, ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਕਿਹਾ ਸੀ ਕਿ ਇਕੱਲੇ ਲੋਕ ਸਭਾ ਹਲਕੇ ਦਾ ਅਸੀਂ ਇੰਚਾਰਜ ਬਣਾਤਾ, ਇੰਨੀਆਂ ਸੀਟਾਂ ਲੜਾਂਗੇ, ਲੜੀਆਂ ਕਿਉਂ ਨਹੀਂ ਤੇ ਬੀਜੇਪੀ ਨੂੰ ਸਮਰਥਨ ਕਿਉਂ ਦੇਣਾ ਪਿਆ। ਇਹ ਸਾਰੀਆਂ ਗੱਲਾਂ ਹੌਲੀ ਹੌਲੀ ਸਾਹਮਣੇ ਆਈਆਂ ਤੇ ਨਾਲ ਦੀ ਨਾਲ ਕਮਾਲ ਦੀ ਗੱਲ ਸੰਧਾਲੀਆ ਸਾਹਿਬ ਇਹ ਵੀ ਸੀ ਕਿ ਜਦੋਂ ਮਦਨ ਮੋਹਨ ਮਿੱਤਲ ਦੂਸਰੇ ਪਾਸੇ ਉਹ ਮਾਝੇ ਦੇ ਵਿੱਚੋਂ ਮਾਸਟਰ ਮੋਹਨ ਲਾਲ ਤੇ ਕਈ ਹੋਰ ਲੀਡਰ ਕਹਿੰਦੇ ਸੀ 59 ਸੀਟਾਂ ਘੱਟੋ ਘੱਟ, ਨਹੀਂ ਤਾਂ 117 ਦੀਆਂ 17 ਦੇ ਉੱਤੇ ਉਮੀਦਵਾਰ ਖੜੇ ਕਰਨੇ ਆ, ਪਤਾ ਉਦੋਂ ਹੀ ਲੱਗ ਗਿਆ ਸੀ ਕਿ ਵਿਆਹ ਦਾ ਕਾਰਡ ਛਪਣ ਦੇ ਲਈ ਇਬਾਰਤ ਦੇਤੀ ਹੈ, ਬਸ ਟੈਲੀਫੋਨ ਕਰਕੇ ਪ੍ਰਿੰਟਿੰਗ ਪ੍ਰੈਸ ਵਾਲਿਆਂ ਨੂੰ ਤਰੀਕ ਦੱਸਣੀ ਹੈ ਕਿ ਭਾਈ ਇੰਨੀ ਤਰੀਕ ਪਾ ਕੇ ਤਾਂ ਸਵੇਰ ਤੇ ਕਾਰਡ ਪ੍ਰਿੰਟ ਕਰ ਦਿਓ। WhatsApp ਗੱਲ ਵੈਸੇ ਇੱਕ ਹੋਰ ਵਿਚਾਰ ਨਾਲ ਹੀ ਆਪਣੇ ਇੱਥੇ ਜਿਹੜੇ ਪਰਿਵਾਰ ਦੇ ਮੈਂਬਰ ਉਹ ਵੀ ਇਹਦੇ ਨਾਲ ਮੇਰਾ ਖਿਆਲ ਸਹਿਮਤੀ ਪ੍ਰਗਟਾਉਣਗੇ। ਇਹ ਜਿਹੜਾ ਗੱਠਜੋੜ ਟੁੱਟਣ ਦੀ ਖਬਰ ਆਈ, ਮੇਰਾ ਖਿਆਲ ਆਪਾਂ ਇਹਨੂੰ ਅੱਜ ਤੋਂ 1.5 ਸਾਲ ਪਹਿਲਾਂ ਦਾ ਐਕਸਪੈਕਟ ਕਰਦੇ ਸੀ। ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਦਿੱਲੀ ਵਾਲੀਆਂ ਚੋਣਾਂ ਤੇ ਹਰਿਆਣੇ ਵਾਲੀਆਂ ਚੋਣਾਂ ਦੇ ਵਿੱਚ ਜੋ ਕੁਝ ਹੋਇਆ ਸੀ, ਜਿਵੇਂ ਅਚਾਨਕ ਤੋਂ ਆਖਿਆ ਵੀ ਅਸੀਂ 30 ਸੀਟ, ਤੁਸੀਂ ਤਾਂ 4-8 ਸੀਟਾਂ ਦੀ ਗੱਲ ਕਰਦੇ ਹੋ, ਪੂਰਾ ਬਿਆਨ ਨਹੀਂ ਤੁਸੀਂ ਦਿੱਤਾ। ਭੁੰਦੜ ਸਾਹਿਬ ਵਾਲਾ ਬਿਆਨ ਸੀਗਾ ਕਿ 30 ਸੀਟਾਂ ਲੈਣੀਆਂ, ਉਹ 30 ਤੋਂ ਬਾਅਦ ਫਿਰ 3 ਵੀ ਨਾ ਮਿਲੀਆਂ। ਤੇ ਹਰਿਆਣੇ 'ਚ ਜੋ ਕੁਝ ਹੋਇਆ ਉਹ ਵੀ ਆਪਾਂ ਨੂੰ ਸਾਰਾ ਕੁਝ ਪਤਾ ਵੀ ਸਾਰੀ ਇਲੈਕਸ਼ਨ ਜਿਹੜੀ ਉਹ ਵਿਰੋਧ ਦੇ ਵਿੱਚ ਲੜੀ ਗਈ ਹੋਵੇ ਤੇ ਜਦੋਂ ਜਿਨ੍ਹਾਂ ਦਾ ਸਾਥ ਦਿੱਤਾ ਹੋਵੇ ਉਹ ਬੰਦੇ ਪਾਸੇ ਰਹਿ ਗਏ ਹੋਣ ਤੇ ਸਹੁੰ ਚੁੱਕ ਸਮਾਗਮ 'ਚ ਭਾਜਪਾ ਨੇ ਫਿਰ ਸੱਦਿਆ ਹੋਵੇ ਤੇ ਅਕਾਲੀ ਦਲ ਉੱਥੇ ਗਿਆ ਹੋਵੇ। ਇਹ ਸਾਰੀਆਂ ਘਟਨਾਵਾਂ ਆਪਾਂ ਉਦੋਂ ਨਾਲ ਦੀ ਨਾਲ ਇੱਥੇ ਜ਼ਿਕਰ ਕਰਦੇ ਰਹੇ ਤੇ ਆਪਾਂ ਉਦੋਂ ਵੀ ਕਿਹਾ ਸੀ ਵੀ ਇੰਨੀ ਕਾਹਦੀ ਯਾਰ ਗੱਲ ਹੈ ਵੀ ਆਪਾਂ ਨੂੰ ਜੇ ਇੰਨੀ ਨਮੋਸ਼ੀ ਝੱਲਣੀ ਪੈਣ ਰਹੀ ਹੈ ਤੇ ਵਧੋ ਵਧੀ ਅਗਲਾ ਬੰਦਾ ਸਾਈਕਲ ਦੇ ਕਰੀਅਰ ਤੇ ਬਿਠਾ ਕੇ ਰਾਜੀ ਨਹੀਂ ਤੇ ਆਪਾਂ ਸਾਫਾ ਝਾੜ ਕੇ ਕਿ ਨਹੀਂ ਬਸ ਮੈਂ ਬਹਿ ਗਿਆ ਉਹ ਇੰਨਾ ਕੀ ਬੜਾ ਬਸ ਲੈ ਏਡੀ ਕਿਹੜੀ ਗੱਲ ਹੈ, ਇੰਨੇ ਕੁ ਥਾਂ 'ਚ ਮੈਂ ਚੱਲ ਜਾਣਾ। ਆਹ ਜਿਹੜਾ ਕੰਮ ਵਾਰ-ਵਾਰ ਕਰਨਾ ਪਿਆ ਤੇ ਅਖੀਰ ਹੁਣ ਅਗਲੇ ਨੇ ਮੈਨੂੰ ਐਂ ਜਾਪਦਾ ਵੀ ਕਰੀਅਰ ਹੀ ਲਾ ਕੇ ਸੁੱਟ ਦਿੱਤਾ ਵੀ ਲੈ ਹੁਣ ਕਿੱਥੇ ਬਹੇਗਾ। ਤੇ ਹੁਣ ਇਹ ਸਾਰੇ ਕੁਛ ਨੂੰ ਦੇਖ ਕੇ ਇੰਨੀ ਲੇਟ ਲਏ ਗਏ ਫੈਸਲੇ ਨੂੰ ਪੰਜਾਬੀਆਂ ਨੂੰ ਅਕਾਲੀ ਦਲ ਸਮਝਾ ਸਕੂਗਾ ਕਿ ਤੁਹਾਡੇ ਹਿੱਤ 'ਚ ਹੀ ਲਿਆ। ਦੇਖੋ ਇਹ ਆਪਣੇ ਆਪ 'ਚ ਬਹੁਤ ਇੰਪੋਰਟੈਂਟ ਸਵਾਲ ਹੈ। ਮੈਂ ਇਸੇ ਕਰਕੇ ਜਦੋਂ ਤੁਸੀਂ ਮੈਨੂੰ ਹਾਕ ਮਾਰੀ ਸੀ ਨਾ ਕਿ ਭਾਈ ਆ ਜਾ ਕੈਨੇਡਾ ਵਾਲਿਆ ਕਿ ਭਾਈ ਹੁਣ ਉੱਠ ਪਏ ਹੋਣੇ ਆ ਜਾਂ ਕੀ ਹੋ ਗਿਆ ਹੋਣਾ, ਮੈਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀ ਕਿ ਅਸਲ ਦੇ ਵਿੱਚ ਮੁੱਦਾ ਅੱਜ ਕੱਲ੍ਹ ਕੀ ਹੈ ਤੇ ਮੁੱਦਾ ਬਣਾਇਆ ਕੀ ਜਾ ਰਿਹਾ ਹੈ। ਹੁਣ ਠੀਕ ਹੈ ਅਕਾਲੀ ਭਾਜਪਾ ਗੱਠਜੋੜ ਟੁੱਟਣਾ ਕੋਈ ਛੋਟੀ ਗੱਲ ਤਾਂ ਨਹੀਂ। ਵਾਜਪਾਈ ਸਾਹਿਬ ਜਦੋਂ ਪਹਿਲੀ ਵਾਰੀ 13 ਦਿਨ ਦੇ ਲਈ ਪ੍ਰਧਾਨ ਮੰਤਰੀ ਬਣੇ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਅਕਾਲੀ ਦਲ ਦੇ ਪ੍ਰਧਾਨ ਵਜੋਂ ਕਿਹਾ ਸੀ ਬਿਨਾਂ ਸ਼ਰਤ ਹਮਾਇਤ, ਕੋਈ ਸ਼ਰਤ ਨਹੀਂ ਸੀ, ਕੋਈ ਕੰਡੀਸ਼ਨ ਨਹੀਂ ਸੀ ਕਿ ਸਾਨੂੰ ਆਹ ਦਿਓ ਜਾਂ ਉਹ ਦਿਓ। ਉਹਦੇ ਤੋਂ ਬਾਅਦ ਇੱਕ ਅੱਧੀ ਵਾਰੀ ਨੂੰ ਛੱਡ ਕੇ ਲਗਾਤਾਰ ਗੱਠਜੋੜ ਆਈ ਜਾਂਦਾ, 20 ਹਨੇਰੀਆਂ ਆਈਆਂ। ਹੁਣ ਜੇ ਅੱਜ ਦੀ ਤਰੀਕ ਦੇ ਵਿੱਚ ਸੰਧਾਲੀਆ ਸਾਹਿਬ ਤੁਸੀਂ ਆਪ ਕਲਪਨਾ ਕਰਨ ਦੀ ਕੋਸ਼ਿਸ਼ ਕਰੋ, ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਹੁੰਦੇ ਨੇ ਕਿ ਇਹਦੇ ਤੋਂ ਚੱਲਿਓ, ਉਦੋਂ ਇਹੀ ਮਸਲਾ ਹੁੰਦਾ ਹੈ ਕਿ ਕਿਸਾਨ ਸੜਕ ਤੇ ਬੈਠਾ ਹੈ, ਕਿਸਾਨ ਪਟਿਆਲੇ ਬੈਠਾ ਹੈ, ਕਿਸਾਨ ਬਾਦਲ ਪਿੰਡ ਬੈਠਾ ਹੈ, ਕਿਸਾਨ ਰੇਲਵੇ ਟਰੈਕ ਤੇ ਬੈਠਾ ਹੈ, ਪਰ ਸਭ ਤੋਂ ਮੂਹਰੇ ਆ ਕੇ ਬਿਆਨ ਕੀ ਆਉਂਦਾ ਜੀ ਫਲਾਨੀ ਜਗ੍ਹਾ ਦੇ ਉੱਤੇ ਟਰੈਕਟਰ ਨੂੰ ਅੱਗ ਲਾਤੀ ਗਈ ਹੈ, ਅੰਦੋਲਨ ਕਰਦੇ ਆ। ਤੇ ਉਹਦੇ ਤੋਂ ਬਾਅਦ ਆਉਂਦਾ ਕਿ ਇੰਨੇ ਕਲਾਕਾਰ ਪੁੱਜੇ ਨੇ ਤੇ ਕਲਾਕਾਰਾਂ ਨੇ ਉੱਥੇ ਆਖਿਆ ਆਰਡੀਨੈਂਸਾਂ ਦੇ ਮੁੱਦੇ ਤੇ ਸੰਘਰਸ਼ ਕਰਨ ਵਾਲੇ ਪਰੇ। ਇਹਦੇ ਤੋਂ ਇੱਕ ਸੰਕੇਤ ਮਿਲਦਾ ਕਿ ਪੋਲੀਟੀਕਲ ਲੀਡਰ ਕਿਵੇਂ ਫੈਸਲਾ ਬਣਾਉਂਦੇ ਆ। ਉਹਦੇ ਤੋਂ ਬਾਅਦ ਅੱਜ ਆਰਡੀਨੈਂਸ ਦੀ, ਗ੍ਰਾਮ ਸਭਾ ਦੇ ਮਤਿਆਂ ਦੀ, ਇਹਨਾਂ ਚੀਜ਼ਾਂ ਦੀ, ਉਹਨਾਂ ਚੀਜ਼ਾਂ ਦੀ, ਸੁਪਰੀਮ ਕੋਰਟ ਦੇ ਵਿੱਚ ਕੇਸ ਕਰਨ ਦੀ, ਪੰਜਾਬ ਸਾਰੇ ਨੂੰ ਇੱਕ ਮੰਡੀ ਐਲਾਨਣ ਦੀ, ਉਹ ਗੱਲ ਤਾਂ ਹੋ ਹੀ ਨਹੀਂ ਰਹੀ ਕਿ ਅਕਾਲੀ ਦਲ ਗੱਠਜੋੜ ਟੁੱਟ ਗਿਆ। ਅਕਾਲੀ ਦਲ ਨੇ ਕਹਿਤਾ ਅਸੀਂ ਕੁਰਬਾਨੀ ਕੀਤੀ ਹੈ, ਅਸੀਂ ਕਿਸਾਨ ਦੇ ਹਿੱਤਾਂ ਦੀ ਰਾਖੀ ਕੀਤੀ ਹੈ, ਦੂਜੇ ਕਹੀ ਜਾਂਦੇ ਆ ਸਟੰਟ ਹੈ। ਜੇ ਲੋਕ ਅਚਾਨਕ 10 ਦਿਨਾਂ ਦਾ ਅੰਦੋਲਨ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ ਦੇ ਉੱਤੇ ਕੇਂਦਰਿਤ ਕਰ ਸਕਦੇ ਆ ਤੇ ਅਕਾਲੀ ਦਲ ਫਿਰ ਇੰਨਾ ਕੁ ਸਟੈਪ ਤਾਂ ਲੈ ਹੀ ਸਕਦਾ ਨਾ, ਕਿਤੇ ਨਾ ਕਿਤੇ ਆਸ ਤਾਂ ਹੁੰਦੀ ਹੈ। ਨਹੀਂ ਪਰ ਇਹ ਇੱਕ ਗੱਲ ਤਾਂ ਹੈਗੀ ਹੈ WhatsApp, ਭਾਵੇਂ ਰਾਜਨੀਤਿਕ ਤੌਰ ਦੇ ਉੱਪਰ ਇਹ ਡਿਸੀਜਨ ਲਿਆ ਗਿਆ, ਇਹ ਇੱਕ ਹੁੰਦਾ ਨਾ ਵੀ ਡਾਕਟਰ ਅੰਦਰ ਪਏ ਮਰੀਜ਼ ਬਾਰੇ ਕਹਿ ਦਿੰਦਾ ਵੀ ਨਹੀਂ ਹੁਣ ਤਾਂ ਔਖਾ ਜਾਪਦਾ, ਸਾਹ ਅਜੇ ਔਖਿਆ, ਨਬਜ਼ ਥੋੜ੍ਹੀ ਘਟ ਗਈ ਆ, ਟੀਕਾ ਇੱਕ ਕਿਹਾ ਤਾਂ ਹੈ, ਜੇ ਉਹ ਲੱਗ ਗਿਆ ਤਾਂ ਫਿਰ ਠੀਕ ਆ, ਨਹੀਂ ਤਾਂ ਤੁਸੀਂ ਬਾਕੀ ਸੋਚ ਲਓ। ਨਾਲ ਹੀ ਜਿਹੜੇ ਪਰਿਵਾਰ ਵਾਲੇ ਉਹਨਾਂ 'ਚੋਂ ਇੱਕ ਬੰਦਾ ਸਲਾਹ ਦੇਈ ਜਾਂਦਾ, ਉਹ ਯਾਰ ਮੈਂ ਤੈਨੂੰ ਕਹਿਣ ਡਿਆ ਕਾੜਾ ਪਿਆ ਲਓ, ਐਵੇਂ ਡਾਕਟਰ ਦੇ ਚੱਕਰ 'ਚ ਨਾ ਪਾਓ ਯਾਰ। ਉਹ ਕੋਈ ਨਹੀਂ ਮੰਨਦਾ, ਅਖੀਰ ਇੱਕ ਸਿਆਣੇ ਬੰਦੇ ਦੇ ਕਹਿਣ ਤੇ ਵਧੋ ਵਧੀ ਕਾੜਾ ਪਿਆ ਦਿੰਦੇ ਆ ਤੇ ਅਖੀਰ ਜਿਹੜਾ ਮਰੀਜ਼ ਉਹ ਅੱਖਾਂ ਵੀ ਪੁੱਟਣ ਲੱਗ ਪੈਂਦਾ। ਮੈਨੂੰ ਐਂ ਜਾਪਦਾ ਵੀ ਜੇ ਅੱਜ ਇਹ ਫੈਸਲਾ ਲੈ ਲਿਆ ਤੇ ਜੇ ਇਸ ਫੈਸਲੇ ਨੂੰ ਪਿੰਡ ਕਿਉਂਕਿ ਇੱਕਦਮ ਤਾਂ ਲੋਕਾਂ ਨੇ ਸਮਝਣਾ ਨਹੀਂ, ਪਰ 2 4 6 ਮਹੀਨੇ ਜਦੋਂ ਵਿੱਚ ਪੈ ਗਏ ਤੇ ਸ਼ਾਇਦ ਇਸੇ ਫੈਸਲੇ ਦੇ ਉੱਪਰ ਅਕਾਲੀ ਦਲ ਆਪਣਾ ਜਿਹੜਾ ਬਚਿਆ ਖੁਚਿਆ ਆਧਾਰ ਹੈ ਉਹਨੂੰ ਦੁਬਾਰਾ ਤੋਂ ਇੱਕ ਤਰ੍ਹਾਂ ਨਾਲ ਜਿਹੜਾ ਉਹ ਸਟੈਂਡ ਕਰਾਉਣ ਦੇ ਵਿੱਚ ਕਾਮਯਾਬ ਹੋ ਜਾਵੇ। ਜਾਪਦੀ ਹੈ ਤੁਹਾਨੂੰ ਗੱਲ ਇਹ? ਨਹੀਂ ਬਿਲਕੁਲ, ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ 10 ਦਿਨ ਪਹਿਲਾਂ ਤੱਕ ਅਕਾਲੀ ਦਲ ਦੇ ਪਿੰਡ ਦੇ ਵਰਕਰ ਦੇ ਕੋਲੇ ਕਹਿਣ ਨੂੰ ਕੁਝ ਨਹੀਂ ਸੀ। ਅੱਜ ਉਹ ਕੀ ਕਹਿੰਦੇ ਆ? ਅੱਜ ਉਹ ਕਹਿੰਦੇ ਕਿ ਭਾਈ ਅਸੀਂ ਮੰਤਰੀ ਮੰਡਲ ਛੱਡਿਆ,
ਅੱਜ ਉਹ ਕਹਿੰਦੇ ਦੇਖਿਆ ਕਿਸਾਨੀ ਦੇ ਹਿੱਤਾਂ ਦੇ ਲਈ ਗੱਠਜੋੜ ਹੀ ਛੱਡ ਦਿੱਤਾ, ਜਿਸ ਗੱਠਜੋੜ ਦੇ ਆਸਰੇ ਅਸੀਂ ਕੇਂਦਰ ਦੇ ਵਿੱਚ ਸੀ। ਇਹ ਦੋਵੇਂ ਗੱਲਾਂ ਛੋਟੀਆਂ ਨਹੀਂ ਹੈਗੀਆਂ ਪਿੰਡ ਦੇ ਵਿੱਚ ਆਮ ਬੰਦੇ ਦੇ ਲਈ ਕਿ ਭਾਈ ਉਹ ਮੰਤਰੀ ਤੋਂ ਸਾਬਕਾ ਮੰਤਰੀ ਹੋ ਗਏ, ਉਹ ਗੱਠਜੋੜ ਛੱਡ ਕੇ ਇਕੱਲੇ ਹੀ ਹੋ ਗਏ। ਜਾਣੀ ਕਿ ਅਕਾਲੀ ਦਲ ਦੀ ਹੋਂਦ ਦਾ ਸਵਾਲ ਪੈਦਾ ਹੋ ਗਿਆ ਸੀ, ਕਿਉਂਕਿ ਕਿਸਾਨੀ ਦੀ ਵੋਟ ਹੀ ਤਾਂ ਪੈਂਦੀ ਸੀ। ਅੱਜ ਤੱਕ ਕਿਸਾਨਾਂ ਦੇ ਮੁੱਦੇ ਤੇ ਤਾਂ ਅਕਾਲੀ ਦਲ ਮਜ਼ਬੂਤੀ ਹਾਸਲ ਕਰਦਾ ਸੀ। ਉਹੀ ਮੁੱਦਾ ਜਦੋਂ ਹੱਥੋਂ ਕਿਰ ਚੱਲਿਆ ਸੀ ਤਾਂ ਅਕਾਲੀ ਦਲ ਇਸ ਘਟਨਾ ਦੇ ਨਾਲ ਜਿਉਂਦਾ ਰਹਿ ਜਾਊਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਹੁਣ ਨਿਰਭਰ ਕਾਹਦੇ ਤੇ ਕਰਨਾ ਸੰਧਾਲੀਆ ਸਾਹਿਬ, ਇਹ ਬਹੁਤ ਇੰਪੋਰਟੈਂਟ ਸਵਾਲ ਹੈ। ਅਕਾਲੀ ਦਲ ਨੇ ਫੈਸਲਾ ਕੋਈ ਐਵੇਂ ਨਹੀਂ ਲਿਆ ਜੇ ਵਿਰੋਧੀ ਪਾਰਟੀਆਂ ਨੂੰ ਲੱਗਦਾ ਜਾਂ ਸਾਡੇ ਦੇਖਣ ਸੁਣਨ ਵਾਲੇ ਲੱਗਦਾ ਕਿ ਅਕਾਲੀ ਦਲ ਨੇ ਫੈਸਲਾ ਕਰਤਾ। ਨਹੀਂ, ਦੇਖੋ ਬੜਾ ਪੜਾਅਵਾਰ ਉਹਨਾਂ ਨੇ ਮੁਹਿੰਮ ਚਲਾਈ ਹੈ। ਪਿਛਲੇ ਦਿਨਾਂ ਦੇ 10 ਦਿਨਾਂ ਦੇ ਫੈਸਲਿਆਂ ਨੂੰ ਦੇਖੋ। ਪਹਿਲਾਂ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਆਉਣਾ, ਉਹਦੇ ਤੋਂ ਬਾਅਦ ਜਿਸ ਦਿਨ ਕਿਸਾਨ ਜਥੇਬੰਦੀਆਂ ਸੜਕਾਂ ਦੇ ਉੱਤੇ ਬੰਦ ਕਰਦੀਆਂ, ਉਸੇ ਦਿਨ 3 ਘੰਟੇ ਦਾ ਚੱਕਾ ਜਾਮ ਕਰਨ ਦਾ ਫੈਸਲਾ ਅਕਾਲੀ ਦਲ ਦਾ ਲੈਣਾ, ਹਾਲਾਂਕਿ ਲੱਖ ਆਲੋਚਨਾ ਹੋਈ। ਉਹਦੇ ਤੋਂ ਬਾਅਦ ਐਲਾਨ ਕਰਨਾ ਕਿ 1 ਅਕਤੂਬਰ ਨੂੰ ਪੰਜਾਬ ਸੂਬੇ ਵਿੱਚ ਤਿੰਨੋਂ ਜਿਹੜੇ ਤਖਤ ਸਾਹਿਬਾਨ ਨੇ ਉਹਨਾਂ ਤੋਂ ਅਕਾਲੀ ਦਲ ਵਾਲੇ ਮਾਰਚ ਕਰਕੇ ਮੁਹਾਲੀ ਗੁਰਦੁਆਰਾ ਅੰਬ ਸਾਹਿਬ ਜਾਣਗੇ। ਉੱਥੋਂ ਰਾਜਪਾਲ ਸਾਹਿਬ ਨੂੰ ਰਾਸ਼ਟਰਪਤੀ ਸਾਹਿਬ ਦੇ ਨਾਂ ਇੱਕ ਮੰਗ ਪੱਤਰ ਦੇਣਾ ਹੈ। ਹੋਰ ਦੇਖੋ, ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰਤੀਆਂ। ਅਕਾਲੀ ਦਲ ਦੇ ਪ੍ਰਧਾਨ ਸਾਹਿਬ ਜਦੋਂ ਵੀ ਮੀਟਿੰਗਾਂ ਕਰਦੇ ਹੁੰਦੇ, ਇਹਦਾ ਮਤਲਬ ਕਿ ਉਹਨਾਂ ਨੇ ਇੱਕ ਟੀਚਾ ਮਿਥ ਲਿਆ ਹੁੰਦਾ ਕਿ ਭਾਈ ਆਪਾਂ ਹੁਣ ਐਂ ਕਰਨਾ। ਹੁਣ ਜਿਹੜੀ ਪਾਰਟੀ ਨੇ ਵਜ਼ੀਰੀ ਛੱਡੀ ਹੈ, ਜਦੋਂ ਉਹ ਲੁਧਿਆਣੇ ਮੀਟਿੰਗਾਂ ਕਰਦੇ ਆ, ਆਲਮਗੀਰ ਮੀਟਿੰਗਾਂ ਕਰਦੇ ਆ, ਡੇਲੋਂ ਮੀਟਿੰਗਾਂ ਕਰਦੇ ਆ, ਮੋਹਾਲੀ ਮੀਟਿੰਗਾਂ ਕਰਦੇ ਆ, ਇਹਦਾ ਮਤਲਬ ਹੈ ਕਿ ਆਪਣੇ ਵਰਕਰਾਂ ਨੂੰ ਦੁਬਾਰਾ ਸਰਗਰਮ ਕਰਨ ਦੇ ਲਈ ਉਹਨਾਂ ਨੇ ਬਕਾਇਦਾ ਕਵਾਇਦ ਸ਼ੁਰੂ ਕਰਤੀ ਹੈ। ਤੇ 1 ਅਕਤੂਬਰ ਨੂੰ ਠੋਕ ਕੇ ਸ਼ਕਤੀ ਪ੍ਰਦਰਸ਼ਨ ਕਰੂਗਾ ਅਕਾਲੀ ਦਲ ਕਿ ਭਾਈ ਆ ਫੈਸਲੇ ਦੇ ਨਾਲ ਦੇਖੋ ਅਸੀਂ ਪੰਜਾਬ 'ਚ ਕਿੱਥੇ ਆ ਖੜੇ ਹਾਂ। ਨਹੀਂ, ਪਰ 1 ਅਕਤੂਬਰ ਨੂੰ ਤਾਂ ਰੇਲ ਰੋਕੂ ਅੰਦੋਲਨ ਹੈ ਕਿਸਾਨਾਂ ਦਾ। ਇਹ ਇਦਾਂ ਕਿਉਂ ਆ ਵਾਰ-ਵਾਰ ਕਿ ਜਿੱਦਣ 25 ਨੂੰ ਕਿਸਾਨਾਂ ਨੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ, ਉਸ ਦਿਨ ਆਪਾਂ ਚੱਕਾ ਜਾਮ ਕਰਨ ਦੀ ਕਾਲ ਦੇਤੀ। ਜਿੱਦਣ ਚੱਕਾ ਕੋਈ ਚੱਲਣਾ ਨਹੀਂ, ਫਿਰ ਜਾਮ ਆਪਾਂ ਕਿਹੜਾ ਕਰਨਾ। ਤੇ ਹੁਣ ਜੇ ਤੁਹਾਡੇ ਹਿਸਾਬ ਨਾਲ 1 ਅਕਤੂਬਰ ਨੂੰ ਸ਼ਕਤੀ ਪ੍ਰਦਰਸ਼ਨ ਕਰਨਾ ਤੇ 1 ਅਕਤੂਬਰ ਨੂੰ ਤਾਂ ਕਿਸਾਨਾਂ ਦਾ ਰੇਲ ਅੰਦੋਲਨ ਸ਼ੁਰੂ ਹੋਣਾ, ਇਹ ਇਦਾਂ ਤਾਂ ਨਹੀਂ, ਮੈਂ ਨਹੀਂ ਕਹਿੰਦਾ ਵੀ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਪਰ ਯਾਰ ਤਰੀਕ ਇੱਕ ਅੱਧੀ ਅੱਗੇ ਪਿੱਛੇ ਕਰ ਲਓ। ਜਾਂ ਇਹ ਵੀ ਕਿਸੇ ਵੇਲੇ ਹੁੰਦਾ ਵੀ ਯਾਰ ਵਾਹ ਰੌਲਾ ਰੱਪਾ ਜਿਹਾ ਪੈਂਦਾ ਹੋਣਾ, ਕਿਹੜਾ ਪਤਾ ਲੱਗਣਾ ਵੀ ਉੱਥੇ ਆਪਣੇ ਬੰਦੇ ਕਿੰਨੇ ਆ ਤੇ ਬਗਾਨੇ ਕਿੰਨੇ ਆ। ਕਿਉਂਕਿ ਕਿਸਾਨਾਂ ਨੂੰ ਇਸ ਚੀਜ਼ ਤੇ ਵੀ ਇਤਰਾਜ਼ ਸੀਗਾ, ਆਪਾਂ ਉਹ ਜ਼ਿਕਰ ਕਰ ਹੀ ਲਈਏ ਵਿੱਚ, ਕਿ ਕਿਸਾਨ ਜਥੇਬੰਦੀਆਂ ਕਹਿੰਦੇ ਸੀ ਜਦੋਂ ਅਸੀਂ ਉੱਥੇ ਧਰਨੇ ਪ੍ਰਦਰਸ਼ਨ ਦੇ ਲਈ ਰੁਕੇ ਸੀ ਤਾਂ ਜਿਹੜੇ ਵਿਚਾਲੇ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਤੌਰ ਦੇ ਉੱਪਰ ਤੰਬੂ ਕਨਾਤਾਂ ਟੈਂਟ ਲਾਏ। ਜਿਹੜੇ ਕਿਸਾਨ ਆ ਰਹੇ ਸੀ ਸਾਡੇ ਵਾਲੇ ਧਰਨਿਆਂ ਦੇ ਵਿੱਚ ਪਹੁੰਚਣ ਦੇ ਲਈ, ਉਹਨਾਂ ਨੂੰ ਵੀ ਰਸਤੇ ਦੇ ਵਿੱਚ ਰੋਕਿਆ ਗਿਆ ਜਾਂ ਤੰਗ ਹੋਣਾ ਪਿਆ, ਜਾਂ ਜਦੋਂ ਰਸਤਾ ਨਹੀਂ ਮਿਲਿਆ ਤੇ ਉਹ ਵਾਪਸ ਚਲੇ ਗਏ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਬਹਿਣਾ, ਅਸੀਂ ਪਿੰਡ ਵਾਪਸ ਚਲੇ ਜਾਂਦੇ ਹਾਂ। ਉਹ ਸਾਰਾ ਕੁਝ ਕਿਤੇ ਦੁਬਾਰਾ ਨਾ ਹੋਵੇ, ਕਿਉਂਕਿ ਮੈਨੂੰ ਲੱਗਦਾ ਵੀ ਠੀਕ ਹੈ ਸਿਆਸਤ ਜਿਹਨੇ ਕਰਨੀ ਜੀ ਸਦਕੇ ਕਰੋ, ਪਰ ਜਿਨ੍ਹਾਂ ਦੇ ਲਈ ਕਰਨੀ ਘੱਟੋ ਘੱਟ ਉਹਨਾਂ ਦਾ ਫਾਇਦਾ ਤੇ ਕਰੋ। ਦੇਖੋ ਕੱਲਾ ਅਕਾਲੀ ਦਲ ਨਹੀਂ ਸੰਧਾਲੀਆ ਸਾਹਿਬ, 25 ਤਰੀਕ ਦਾ ਜਿਹੜਾ ਅੰਦੋਲਨ ਹੋਇਆ ਨਾ, ਆਮ ਬੰਦੇ ਦਾ ਸੀ, ਆਮ ਪੰਜਾਬੀ ਦਾ ਸੀ, ਉਹ ਤੋਂ ਸਾਰੀਆਂ ਸਿਆਸੀ ਪਾਰਟੀਆਂ ਕੰਬੀਆਂ ਹੋਈਆਂ। ਕਿਉਂਕਿ ਹੁਣ ਤੱਕ ਹੁੰਦਾ ਕੀ ਸੀ, ਤੁਸੀਂ ਇੱਕ ਕਲਪਨਾ ਕਰਨ ਦੀ ਕੋਸ਼ਿਸ਼ ਕਰੋ, ਸਾਡੇ ਦਰਸ਼ਕ ਵੀ ਕੋਸ਼ਿਸ਼ ਕਰਨ ਕਿ ਜੀ ਪੀਪਲਜ਼ ਪਾਰਟੀ ਆਫ ਪੰਜਾਬ ਬਣੀ, ਮਨਪ੍ਰੀਤ ਬਾਦਲ ਸਾਹਿਬ ਖਟਕੜ ਕਲਾਂ ਗਏ, ਅੰਮ੍ਰਿਤਸਰ ਦੀ ਮੁਕੱਦਸ ਧਰਤੀ ਤੇ ਗਏ, ਲੱਖਾਂ ਲੋਕਾਂ ਦਾ ਠਾਠਾ ਮਾਰਦਾ ਇਕੱਠ, ਇੱਕ ਲਹਿਰ ਖੜੀ ਹੋ ਗਈ, ਇਹ ਚਰਚਾ ਚੱਲਦੀ ਸੀ। ਆਮ ਆਦਮੀ ਪਾਰਟੀ ਆਈ, ਉਹਨਾਂ ਨਾ ਠਾਠਾ ਮਾਰਦਾ ਇਕੱਠ, ਪਹਿਲਾਂ ਲੋਕ ਭਲਾਈ ਪਾਰਟੀ ਆਈ, ਠਾਠਾ ਮਾਰਦਾ ਇਕੱਠ, ਜਾਣੀ ਕਿ ਜਿੰਨੇ ਇਕੱਠ ਹੁੰਦੇ ਸੀ ਪੋਲੀਟੀਕਲ ਹੁੰਦੇ ਸੀ। ਅੱਜ ਤੱਕ ਪਿਛਲੇ ਤੁਸੀਂ 10-12 ਸਾਲਾਂ ਦਾ ਇਤਿਹਾਸ ਦੇਖ ਲਓ, ਐਤਕੀ ਸਿਆਸੀ ਪਾਰਟੀਆਂ ਦੇ ਲੀਡਰ ਘਰੇ ਬੈਠੇ ਹੈ, ਆਹ ਤਾਂ ਕਾਲ ਅਸੀਂ ਕੀਤੀ ਹੀ ਨਹੀਂ ਸੀ। ਇਹ ਸਾਰਾ ਹੀ ਪੰਜਾਬ ਸੜਕਾਂ ਤੇ ਆ ਗਿਆ, ਇਹ ਸਾਰਾ ਹੀ ਪੰਜਾਬ ਇਕਮੁੱਠ ਹੋ ਗਿਆ। ਤੇ ਹੁਣ ਜਦੋਂ ਕਿਸੇ ਸਿਆਸੀ ਧਿਰ ਦੀ ਰਹਿਨੁਮਾਈ ਤੋਂ ਬਿਨਾਂ ਪੰਜਾਬ ਇਕਮੁੱਠ ਹੋਣ ਲੱਗ ਪਿਆ ਤੇ ਸੰਧਾਲੀਆ ਸਾਹਿਬ ਉਹ ਪਰੇ ਨਹੀਂ ਬੈਠ ਸਕਦੇ, ਭਾਵੇਂ ਕਿਸੇ ਸਿਆਸੀ ਪਾਰਟੀ ਵਾਲੇ, ਆਮ ਆਦਮੀ ਪਾਰਟੀ ਵਾਲੇ ਧਰਨੇ ਪ੍ਰਦਰਸ਼ਨ ਸ਼ੁਰੂ ਕਰਨ ਲੱਗੇ ਆ ਕੱਲ ਤੋਂ। ਹੁਣ ਉਹ ਧਰਨੇ ਪ੍ਰਦਰਸ਼ਨ ਜਦੋਂ ਸ਼ੁਰੂ ਹੋਣੇ ਆ, ਇਹਦਾ ਮਤਲਬ ਹੈ ਕਿ ਹੋਂਦ ਦਾ ਸਵਾਲ ਹੈ। ਕਾਂਗਰਸ ਪਾਰਟੀ ਵਾਲੇ ਖਟਕੜ ਕਲਾਂ ਦੇ ਵਿੱਚ ਬਹੁਤ ਵੱਡਾ ਇਕੱਠ ਕਰਨ ਦੀ ਸੋਚ ਰਹੇ ਆ 1-2 ਦਿਨਾਂ ਦੇ ਵਿੱਚ, ਇਹਦਾ ਮਤਲਬ ਹੈ ਕਿ ਹੋਂਦ ਦਾ ਸਵਾਲ ਹੈ ਕਿ ਕਿਸਾਨ ਤੇ ਆਮ ਲੋਕ ਜੋ ਕਰਦੇ ਆ, ਪਰ ਸਾਡੀ ਹੋਂਦ ਰਹਿਣੀ ਚਾਹੀਦੀ ਹੈ। ਇਸੇ ਤਰੀਕੇ ਅਕਾਲੀ ਦਲ ਨੂੰ ਵੀ ਪਤਾ ਹੈ ਕਿ ਜੇ ਕਿਸਾਨ ਅੰਦੋਲਨ ਬਿਨਾਂ ਸਾਡੀ ਸਰਗਰਮੀ ਤੋਂ ਅੱਗੇ ਵੱਧਦਾ ਰਿਹਾ, ਫਿਰ ਸਾਡਾ ਕਿਸਾਨ ਕਿਹੜਾ ਹੋਇਆ। ਕਿਤੇ ਨਾ ਕਿਤੇ ਉਹ ਸਾਰੀਆਂ ਚੀਜ਼ਾਂ ਹੁਣ ਦਰਸਾਉਣੀਆਂ ਤਾਂ ਪੈਣੀਆਂ ਨਾ, ਕਿ ਦੇਖੋ ਜੀ ਅਸੀਂ ਵੀ ਗਏ ਸੀ, ਇੰਨੇ ਹਜ਼ਾਰ ਲੋਕ ਸੀ, ਇੰਨੇ ਟਰੈਕਟਰ ਸੀ, ਮੰਗ ਪੱਤਰ ਦਿੱਤਾ, ਰਾਸ਼ਟਰਪਤੀ ਸਾਹਿਬ ਜੇ ਭਲਕ ਨੂੰ ਕਹਿਣ ਕਿ ਨਹੀਂ ਆਪਾਂ ਕੋਈ ਗੱਲ ਨਹੀਂ ਦੁਬਾਰਾ ਵਿਚਾਰ ਲੈਂਦੇ ਹਾਂ, ਬੰਦਾ ਕਹਿਣ ਜੋਗਾ ਤਾਂ ਹੋਊ ਨਾ ਕਿ ਦੇਖਿਆ ਅਸੀਂ ਉਦੋਂ ਫਿਰ ਐਡਾ ਇਕੱਠ ਕੀਤਾ ਸੀ, ਇਕੱਠ ਕਰਕੇ ਮੰਗ ਪੱਤਰ ਦਿੱਤਾ ਸੀ, ਰਾਸ਼ਟਰਪਤੀ ਸਾਹਿਬ ਮਜਬੂਰ ਹੋ ਗਏ। ਇੱਕ ਆਪਣੇ ਕੋਲੇ ਮੈਸੇਜ ਹੈ, ਇਹ ਮੀਤ ਸਾਹਿਬ ਦਾ ਪੱਤਰ, ਮੀਤ ਉਹਨਾਂ ਦਾ ਮੇਰਾ ਖਿਆਲ ID ਦਾ ਨਾਂ ਆ,
ਉਹ ਕਹਿੰਦੇ ਵੀ ਪੰਜਾਬ ਵਾਲਾ ਗੱਠਜੋੜ ਤੋੜਿਆ ਕਿ ਕੇਂਦਰ ਵਾਲਾ ਤੋੜਿਆ। ਦੇਖੋ ਜੀ, ਗੱਠਜੋੜ ਤੇ ਕੇਂਦਰ ਦੇ ਵਿੱਚ ਹੀ ਸੀਗਾ। ਜਦੋਂ ਆਪਾਂ NDA ਸਰਕਾਰ ਦੀ ਗੱਲ ਕਰਦੇ ਹਾਂ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਵੀ NDA ਦਾ ਅਸੀਂ ਹਿੱਸਾ ਸੀ, ਅਕਾਲੀ ਦਲ NDA ਦਾ ਹਿੱਸਾ ਸੀ, ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਹੋਣੀ ਕੇਂਦਰ 'ਚ ਮਿਨਿਸਟਰ ਸੀ। ਤੇ ਜਿਹੜੀ BJP ਦੀ ਰਾਜਨੀਤੀ ਉਹ ਕੇਂਦਰ ਵਾਲੇ ਪਾਸਿਓਂ ਚੱਲਦੀ ਆ। ਸਟੇਟਾਂ ਦੇ ਵਿੱਚ ਜਿਹੜੀਆਂ ਅਲੱਗ-ਅਲੱਗ ਪਾਰਟੀਆਂ ਜਿੱਦਾਂ ਅਕਾਲੀ ਦਲ ਹੈ, ਉੱਦਾਂ ਬਾਕੀ ਥਾਵਾਂ 'ਤੇ ਵੀ ਛੋਟੀਆਂ-ਛੋਟੀਆਂ ਪਾਰਟੀਆਂ ਉਹਨਾਂ ਦਾ ਗੱਠਜੋੜ ਹੈ। ਤਾਂ ਇਹ ਨਹੀਂ ਆ ਕਿ ਵੀ ਉਹ ਇਕੱਲੇ ਪੰਜਾਬ 'ਚ ਤੋੜ ਲਿਆ ਤੇ ਬਾਕੀ ਥਾਵਾਂ 'ਤੇ ਰਿਹਾ। ਜਿਹੜਾ ਗੱਠਜੋੜ ਹੈ ਇਸ ਵਕਤ ਕੇਂਦਰ ਵਾਲੇ ਪਾਸਿਓਂ ਤੋੜ ਲਿਆ ਕਿ ਉਹ ਕਹਿੰਦੇ ਕਿ NDA ਸਰਕਾਰ 'ਚੋਂ ਅਸੀਂ ਬਾਹਰ ਆ ਚੁੱਕੇ ਹਾਂ, ਹੁਣ NDA ਸਰਕਾਰ ਦਾ ਹਿੱਸਾ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਇਹ ਅੱਜ ਦੀ ਗੱਲ ਹੈ, ਇਹ ਮੈਂ ਕਲੀਅਰ ਕਰ ਦਿਆਂ। ਪਾਠ ਸਾਹਿਬ, ਇੱਥੇ ਜੇ ਆਪਾਂ ਅਕਾਲੀ ਦਲ ਤੋਂ ਬਾਅਦ ਹੁਣ ਦੂਸਰੀ ਧਿਰ ਦੀ ਗੱਲ ਕਰ ਲਈਏ, ਦੋ ਗੱਲਾਂ ਵਿਚਾਰਨ ਵਾਲੀਆਂ। ਇੱਕ ਤਾਂ ਜਦੋਂ ਇਹ ਫੈਸਲਾ ਆਉਂਦਾ ਜੀ ਕਿ ਗੱਠਜੋੜ ਜਿਹੜਾ ਉਹ ਤੋੜਤਾ, ਤੁਹਾਨੂੰ ਯਾਦ ਹੋਣਾ ਕਿ ਪਿਛਲੇ ਲੰਮੇ ਸਮੇਂ ਤੋਂ ਝੋਨੇ ਦੀ ਖਰੀਦ 1 ਅਕਤੂਬਰ ਨੂੰ ਹੁੰਦੀ ਹੈ। ਕਿਸਾਨ ਅੰਦੋਲਨ ਦਾ ਪ੍ਰੈਸ਼ਰ ਲਾ ਲਓ, ਗੱਠਜੋੜ ਟੁੱਟਣ ਦਾ ਗੱਲ ਕਰ ਲਓ, ਜਾਂ ਕੇਂਦਰ ਸਰਕਾਰ ਦੇ ਹੋਰ ਦਬਾਅ ਲਾ ਲਓ, ਕੱਲ੍ਹ ਅਚਾਨਕ ਤੋਂ ਇਹ ਫੈਸਲਾ ਕਰ ਦਿੱਤਾ ਜਾਂਦਾ ਕਿ ਹੁਣੇ ਤੁਰੰਤ ਅੱਜ ਤੋਂ ਹੀ ਝੋਨੇ ਦੀ ਖਰੀਦ ਜਿਹੜੀ ਸ਼ੁਰੂ ਹੈ। ਹੁਣ 1 ਅਕਤੂਬਰ ਤੋਂ ਜਿਹੜੀ ਝੋਨੇ ਦੀ ਖਰੀਦ ਹੋਣੀ ਸੀ ਉਹਨੂੰ 3-4 ਦਿਨ ਪਹਿਲਾਂ ਐਡਵਾਂਸ ਕਰਕੇ ਵੀ ਹੁਣੇ ਆ ਲਓ ਜੀ ਅਸੀਂ ਕਰ ਦਿੱਤੀ ਆ। ਕੌਣ ਕਹਿੰਦਾ MSP ਖਤਮ ਹੋ ਜੂ, ਕੌਣ ਕਹਿੰਦਾ ਮੰਡੀਆਂ 'ਚ ਚੱਕਣਾ ਨਹੀਂ, ਅਸੀਂ ਤਾਂ ਹੁਣ ਤੋਂ ਹੀ ਚੱਕਣ ਨੂੰ ਤਿਆਰ ਹਾਂ, ਲਿਆਓ ਜੀ ਝੋਨਾ। ਇਸ ਰਣਨੀਤੀ ਨੂੰ ਵੀ ਥੋੜ੍ਹਾ ਜਿਹਾ ਵਿਚਾਰ ਲੈਣਾ ਚਾਹੀਦਾ, ਕਿਉਂਕਿ ਜੇ ਸਾਰੇ ਪੱਤੇ ਕੇਂਦਰ ਦੇ ਹੱਥ 'ਚ ਨੇ ਤੇ ਫਿਰ ਮੇਰੇ ਖਿਆਲ ਨਾਲ ਉਹ ਆਪਣੇ ਹਿਸਾਬ ਨਾਲ ਵੀ ਥੋੜ੍ਹਾ ਬਹੁਤ ਮੈਨੂਪੂਲੇਟ ਕਰ ਸਕਦੇ ਆ। ਦੇਖੋ, ਇਹ ਘਰ ਦਾ ਵਿਹੜਾ ਹੈ ਤੇ ਵਿਹੜੇ 'ਚ ਲੋਕ ਆ, ਪਰ ਉਹਦੇ ਵਿੱਚ ਲੋਕ ਨਹੀਂ ਲੀਡਰ ਆ। ਕੋਈ ਵੀ ਬੰਦਾ ਇਸ ਭੁਲੇਖੇ ਦੇ ਵਿੱਚ ਨਾ ਰਹੇ ਕਿ ਪਿਛਲੇ 5-7 ਦਿਨਾਂ ਦੇ ਵਿੱਚ ਜਿੰਨੇ ਪੋਲੀਟੀਕਲ ਐਕਸ਼ਨ ਹੋਏ ਆ ਜਾਂ ਸਰਕਾਰੀ ਪੱਧਰ ਤੇ ਫੈਸਲੇ ਹੋਏ ਆ, ਭਾਵੇਂ ਉਹ ਸੂਬੇ 'ਚ ਹੋਏ ਤੇ ਭਾਵੇਂ ਕੇਂਦਰ 'ਚ, ਉਹ ਲੋਕਾਂ ਲਈ ਨਹੀਂ ਹੋਏ। ਇਹ ਭੁਲੇਖਾ ਕੱਢ ਲੈਣਾ ਚਾਹੀਦਾ ਕਿ ਲੋਕਾਂ ਲਈ ਹੋਏ ਆ, ਕਿਉਂਕਿ ਲੋਕਾਂ ਲਈ ਹੋਣੇ ਹੁੰਦੇ ਤਾਂ ਫੈਸਲੇ ਕੁਝ ਹੋਰ ਹੋਣੇ ਸੀ। ਹੁਣ ਸੰਧਾਲੀਆ ਸਾਹਿਬ, ਤੁਸੀਂ ਦੇਖੋ, ਅੱਜ ਜੇ ਕਿਸੇ ਬੰਦੇ ਨੂੰ ਲੱਗਦਾ ਨਾ ਕਿ ਅਕਾਲੀ ਭਾਜਪਾ ਗੱਠਜੋੜ ਟੁੱਟਿਆ ਤਾਂ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋ ਜੂ ਜਾਂ ਭਾਰਤ ਦੇ ਲੋਕਾਂ ਨੂੰ, ਨਾ। ਇਹਦਾ ਫਾਇਦਾ ਅਕਾਲੀ ਦਲ ਜਾਂ ਭਾਜਪਾ 'ਚੋਂ ਇੱਕ ਧਿਰ ਨੂੰ ਹੋ ਸਕਦਾ, ਇਹਦਾ ਨੁਕਸਾਨ ਉਹਨਾਂ 'ਚੋਂ ਇੱਕ ਧਿਰ ਨੂੰ ਹੋ ਸਕਦਾ, ਪਰ ਇਹਦਾ ਕਾਨੂੰਨਾਂ ਦੇ ਉੱਤੇ ਕੋਈ ਅਸਰ ਨਹੀਂ ਪੈਣਾ, ਕਿਉਂਕਿ 2 ਤਾਂ ਮੈਂਬਰ ਪਾਰਲੀਮੈਂਟ ਆ ਸਾਰੇ ਲੋਕ ਸਭਾ ਦੇ ਵਿੱਚ, ਇੰਨੇ ਕੀ ਰਾਜ ਸਭਾ ਦੇ ਵਿੱਚ ਹੁਣ ਇੱਕ ਅੱਧਾ ਉੱਪਰ ਥੱਲੇ ਦੇ ਨਾਲ, ਉਹਨਾਂ ਦੇ ਕੋਈ ਅਸਰ ਨਹੀਂ। ਹਾਂ, ਕੋਈ ਸਿਆਸੀ ਧਿਰ ਕਹਿਣ ਜੋਗੀ ਹੋ ਗਈ ਕਿ ਭਾਈ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਦੂਸਰੇ ਪਾਸੇ ਆ ਤੁਸੀਂ ਕੇਂਦਰ ਸਰਕਾਰ ਦੀ ਗੱਲ ਕੀਤੀ, ਇਹ ਬਹੁਤ ਅਹਿਮ ਨੁਕਤਾ। ਹੁਣ ਦੇਖੋ, ਉਹੀ ਕੇਂਦਰ ਦੀ ਸਰਕਾਰ ਹੈ, ਭਾਵੇਂ ਉਹ ਕਾਂਗਰਸ ਦੀ ਹੋਵੇ ਤੇ ਭਾਵੇਂ ਭਾਜਪਾ ਦੀ ਹੋਵੇ। ਆ ਜਦੋਂ ਕਣਕ ਝੋਨੇ ਦਾ ਸੀਜ਼ਨ ਆਉਂਦਾ, ਤੁਸੀਂ ਟਿੱਪਣੀਆਂ ਵੀ ਲਿਖ ਸਕਦੇ ਹੋ ਕਿ ਗੱਲ ਇਹ ਗਲਤ ਹੈ ਜਾਂ ਸਹੀ। ਹਮੇਸ਼ਾ ਹੀ ਕੀ ਹੁੰਦਾ ਸੰਧਾਲੀਆ ਸਾਹਿਬ, ਜੇ 1 ਤਰੀਕ ਮਿੱਥੀ ਆ ਨਾ ਤਾਂ 5 ਤਰੀਕ ਤੱਕ ਕਈ ਵਾਰੀ ਰੌਲਾ ਪੈਂਦਾ ਹੁੰਦਾ, ਫਲਾਨੀ ਮੰਡੀ 'ਚ ਤਾਂ ਬਾਰਦਾਨਾ ਹੀ ਨਹੀਂ ਆਇਆ ਜੀ, ਕਣਕ ਉੱਥੇ ਖੁੱਲੀ ਮੰਡੀ 'ਚ ਪਈ ਆ ਜੀ, ਸਰਕਾਰੀ ਖਰੀਦ ਲਈ ਇੰਸਪੈਕਟਰ ਸਾਹਿਬ ਪੁੱਜੇ ਹੀ ਨਹੀਂ ਜੀ, ਕਿਸਾਨ ਉੱਥੇ ਰੁਲੀ ਜਾਂਦੇ ਆ ਜੀ, ਉੱਥੇ ਪਾਣੀ ਦਾ ਪ੍ਰਬੰਧ ਹੀ ਨਹੀਂ ਜੀ, ਉੱਥੇ ਜਿਹੜੀ ਖਰੀਦ ਕਰਨ ਦੇ ਲਈ ਪਹਿਲੀ ਕਿਸ਼ਤ ਪੈਸਿਆਂ ਦੀ ਕੇਂਦਰ ਨੇ ਦੇਣੀ ਹੁੰਦੀ ਹੈ, ਕੈਸ਼ ਕ੍ਰੈਡਿਟ ਲਿਮਿਟ ਕਹਿੰਦੇ ਆ, ਉਹ ਜੀ ਅਜੇ ਤੱਕ ਦਿੱਤੀ ਨਹੀਂ ਜੀ, ਪੈਸੇ ਲੇਟ ਹੋ ਗਏ। ਉਹੀ ਕੇਂਦਰ ਸਰਕਾਰ ਹੈ, ਉਹੀ ਸਿਸਟਮ ਹੈ, ਉਹੀ ਕਾਨੂੰਨ ਹੈ, ਉਹੀ ਅਧਿਕਾਰੀ ਨੇ, ਉਹੀ ਫੈਸਲਾ ਕਰਨ ਵਾਲੇ ਆ, ਉਹੀ ਮੰਡੀਆਂ, ਉਹੀ ਫਸਲ, ਉਹੀ ਪੰਜਾਬ, ਉਹੀ ਕਿਸਾਨ, ਉਹੀ ਪੱਲੇਦਾਰ, ਉਹੀ ਆੜਤੀ। ਤੇ ਹੁਣ ਆ 7 ਦਿਨ ਪਹਿਲੇ ਕਿੱਦਾਂ ਹੋ ਗਿਆ ਬਈ? ਹੁਣ ਤੁਹਾਡੀ ਲੇਬਰ ਵੀ ਆ ਜਾਣੀ ਹੈ, ਹੁਣ ਤੁਹਾਡਾ ਬਾਰਦਾਨਾ ਵੀ ਆ ਜਾਣਾ ਹੈ, ਹੁਣ ਤੁਹਾਡੇ ਇੰਸਪੈਕਟਰ ਵੀ ਆ ਜਾਣੇ ਆ, ਹੁਣ ਤੁਹਾਡੀ ਨਵੀਂ ਵੀ ਨਹੀਂ ਕਿਸੇ ਨੇ ਦੇਖਣੀ, ਹੁਣ ਲਿਫਟਿੰਗ ਵੀ ਹੋ ਜਾਣੀ ਹੈ, ਹੁਣ ਕੈਸ਼ ਕ੍ਰੈਡਿਟ ਲਿਮਿਟ ਦੇ ਪੈਸੇ ਵੀ ਆ ਜਾਣੇ ਆ। ਹੁਣ ਕਿੱਥੋਂ? ਇਹਦਾ ਮਤਲਬ ਹੈ ਕਿ ਸਿਆਸੀ ਲਾਹੇ ਟੋਟੇ ਦੀ ਗੱਲ ਆ, ਆਮ ਬੰਦੇ ਦੀ, ਕਿਸਾਨ ਦੀ, ਪੱਲੇਦਾਰ ਦੀ, ਆੜਤੀਏ ਦੀ, ਮਜ਼ਦੂਰ ਦੀ ਗੱਲ ਨਹੀਂ ਹੈ। ਇਹ ਚੇਤੇ ਰੱਖ ਕੇ ਸਮਝਣ ਵਾਲੀ ਗੱਲ ਹੈ। ਬਿਲਕੁਲ ਸਹੀ। ਇਹਦੇ 'ਚ ਇੱਕ ਚੀਜ਼ ਮੈਂ ਇੱਕ ਵਾਰ ਫਿਰ ਯਾਦ ਕਰਾ ਦਿਆਂ, ਮੈਨੂੰ ਆ ਤੁਹਾਡੀਆਂ ਗੱਲਾਂ ਤੋਂ ਨਾ ਫਿਰ ਉਹ ਬਾਪੂ ਦੀ ਗੱਲ ਯਾਦ ਆ ਜਾਂਦੀ, ਜਿਸ ਬਾਪੂ ਦੀ ਗੱਲ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਤੋਂ ਬਾਅਦ ਸੁਣਾਉਣੀ ਹੈ। ਇਹ ਜਿਹੜੀ ਇਸ ਵਕਤ ਪਿੰਡਾਂ ਥਾਵਾਂ 'ਤੇ ਚਰਚਾ ਨਾ ਕਿ ਵੀ ਅਸਲ ਦੇ ਵਿੱਚ ਹੋਣਾ ਕੀ ਹੈ, MSP ਵਾਲਾ ਸਿਸਟਮ ਕਿਵੇਂ ਖਤਮ ਹੋਊਗਾ, ਤਾਂ ਅਕੋਰਡਿੰਗ ਟੂ ਬਾਪੂ ਜਿੱਦਣ ਇਹ ਦੇਸ਼ ਭੁੱਖਾ ਮਰਦਾ ਸੀ ਤੇ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਕੋਲੇ ਖਾਣ ਨੂੰ ਅਨਾਜ ਹੈ ਨਹੀਂ, ਤੇ ਅਮਰੀਕਾ ਕੋਲੋਂ ਜਦੋਂ ਲੈਣ ਜਾਂਦੇ ਆ ਉਦੋਂ ਅਗਲੇ ਵਿਖਾਉਂਦੇ ਆ ਅੱਖਾਂ ਵੀ ਆ ਗਏ ਜੇ ਠੂਠਾ ਫੜ ਕੇ। ਤੇ ਜਿੱਦਣ ਪੰਜਾਬ ਨੇ ਚੰਦ ਸਾਲਾਂ ਦੇ ਵਿੱਚ ਇਹ ਸਾਰਾ ਕੁਝ ਪੂਰਾ ਕਰ ਦਿੱਤਾ ਸੀ, ਉਸੇ ਦਿਨ ਤੋਂ ਇੱਕ ਕਹਾਣੀ ਬਣ ਗਈ ਸੀ। ਉਹ ਕਹਾਣੀ ਕੀ ਸੀ ਉਸ ਪ੍ਰੋਗਰਾਮ ਵਿੱਚ ਸੁਣਿਓ ਜ਼ਰੂਰ। ਤੇ ਹੁਣ ਉਹ ਐਂਡ ਮੌਕੇ ਤੇ ਇਸ ਵਕਤ ਕਿੱਥੇ ਪਹੁੰਚ ਚੁੱਕੀ ਹੈ। ਜਿਹੜੀ ਇੱਕ ਚਰਚਾ ਚੱਲਦੀ ਨਾ WhatsApp ਪੰਜਾਬ 'ਚ ਕਿ ਵੀ 4-4 ਹਜ਼ਾਰ ਏਕੜ ਦੇ ਟੱਕ ਹੋਣਗੇ, ਉਹ ਗੱਲ ਕਿੰਨੀ ਸੱਚੀ ਹੈ ਉਹ ਵੀ ਪਤਾ ਲੱਗ ਜਾਣੀ ਹੈ। ਤੇ ਉਹ 4-4 ਹਜ਼ਾਰ ਏਕੜ ਦੇ ਟੱਕਾਂ ਦੇ ਵਿੱਚੋਂ ਜਿਹੜੇ ਰਹਿੰਦੇ ਲੋਕ ਨੇ ਉਹਨਾਂ ਨੂੰ ਕਿੱਥੇ ਸ਼ਿਫਟ ਕੀਤਾ ਜਾਣਾ, ਇਹ ਵੀ ਗੱਲ ਬਾਪੂ ਦੱਸ ਗਿਆ। ਮੈਂ ਤਾਂ ਤੁਹਾਨੂੰ ਵਾਰ-ਵਾਰ ਉਹ ਯਾਦ ਕਰਾ ਰਿਹਾ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਕੁਐਸਚਨ ਸਾਡੇ ਲਈ ਸੀਗਾ ਕਿ ਯਾਰ ਅਸਲ ਦੇ ਵਿੱਚ ਇਹ ਹੋ ਕੀ ਰਿਹਾ, ਖੇਤੀ ਬਿੱਲ ਹੈ ਕੀ ਨੇ, ਖੇਤੀ ਬਿੱਲਾਂ 'ਚ ਹੋਇਆ ਕੀ, ਇਹ ਖੇਤੀ ਬਿੱਲ ਕਿੱਥੋਂ ਸ਼ੁਰੂ ਹੋਏ, ਹੋਇਆ ਕੀ ਹੈ ਤੇ ਫਿਊਚਰ ਕੀ ਹੋਣਾ ਮੋਹਰ ਲਾ ਕੇ।
ਇਹ ਗੱਲਾਂ ਸੁਣਨੀਆਂ ਜ਼ਰੂਰ, ਤੇ ਜੇ ਤੁਸੀਂ ਉਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਬਹੁਤ ਫਾਇਦਾ ਹੋਊਗਾ ਪਿੰਡਾਂ ਥਾਵਾਂ ਦੇ ਉੱਪਰ ਬੈਠੇ ਆਮ ਲੋਕਾਂ ਦਾ, ਕਿਉਂਕਿ ਉਹਨਾਂ ਦੀ ਗੱਲ ਉਹਨਾਂ ਤੱਕ ਪਹੁੰਚਣੀ ਜ਼ਰੂਰੀ ਹੈ। ਜੀ ਬਾਠ ਸਾਹਿਬ, ਤੁਹਾਡਾ ਕੰਮ ਆ ਬਹੁਤ ਵਧੀਆ ਸੂਤ ਆ। ਮੰਨ ਲਓ ਕਿ ਕਿਤੇ ਇੱਕ ਜਗ੍ਹਾ ਦੇ ਉੱਤੇ ਨਾ ਕਈ ਵਾਰੀ ਉਹ ਹੁੰਦਾ ਕਿ ਜਦੋਂ ਜਾਗੋ ਨਿਕਲਦੀ ਹੈ, ਇੱਕ ਘਰ 'ਚ ਜਾਣਾ, ਫਿਰ ਦੂਜੇ 'ਚ ਜਾਣਾ, ਫਿਰ ਤੀਜੇ 'ਚ ਜਾਣਾ, ਤੇ ਉੱਥੇ ਫਿਰ ਇੱਕ ਬੀਬੀ ਤਾਂ ਦੂਜੀ ਬੀਬੀ ਦੇ ਨਾਲ ਖੜੀ ਹੋਵੇ, ਤੇ ਉਹ ਜਿਹਦੇ ਘਰੇ ਗਏ ਆ ਉਹਦੇ ਘਰੇ ਕਈ ਵਾਰੀ ਹੁੰਦਾ ਕਿ ਵਿਹੜਾ ਥੋੜਾ ਹੁੰਦਾ, ਉੱਥੇ ਨੱਚਣ ਨੂੰ ਸਮੱਸਿਆ ਆਉਂਦੀ ਹੈ। ਉਹਨੇ ਕਹੀ ਜਾਣਾ ਕੋਈ ਗੱਲ ਨਹੀਂ, ਆਪਾਂ ਅਗਲਾ ਸਾਡਾ ਵਿਹੜਾ ਉੱਥੇ ਖੁੱਲ੍ਹਾ, ਬੱਤੀਆਂ ਬੁੱਤੀਆਂ ਮੈਂ ਮੁੰਡੇ ਨੂੰ ਕਿਹਾ ਸੀ ਕਿ ਜਗਾ ਕੇ ਰੱਖਿਆ ਇੱਧਰਲੇ ਪਾਸੇ, ਉਹਨੇ ਤੁਹਾਡਾ ਕੰਮ ਸੂਤ ਹੈ, ਆ ਜਿਹੜਾ ਕੰਮ ਕਰਦੇ ਉਹਦੀ ਗੱਲ ਨਹੀਂ ਕਰਨੀ। ਬਾਪੂ ਮਿੰਟ ਕੁ ਬਾਅਦ ਵਿੱਚ ਲੈ ਆਉਨੇ ਆ, ਵੈਸੇ ਗੱਲ ਸੁਣਨ ਵਾਲੀ ਹੋਣੀ, ਇੰਨਾ ਤੁਸੀਂ ਕਹਿੰਦੇ ਨਹੀਂ ਹੁੰਦੇ। ਮੈਂ ਪਤਾ ਕਿਉਂ ਕਹਿੰਦਾ ਬਾਠ ਸਾਹਿਬ, ਦੇਖੋ ਗੱਲ ਇਹ ਆਪਾਂ ਇੱਥੇ ਬਹਿ ਕੇ ਆਪਣਾ ਕੀ ਕੰਮ, ਆਪਣਾ ਕੰਮ ਹੈ ਕਿ ਜਿੰਨੀ ਇੱਕ ਜਾਣਕਾਰੀ ਆਪਣੇ ਦੋਵਾਂ ਭਰਾਵਾਂ ਕੋਲੇ ਹੁੰਦੀ ਹੈ ਆਪਾਂ ਸਾਰੀ ਸਨਮੁਖ ਰੱਖਦੇ ਨੇ, ਕਿਉਂਕਿ ਬੇਸਿਕਲੀ ਤਾਂ ਖਬਰਾਂ ਹੀ ਨੇ, ਤੇ ਉਹਨਾਂ ਖਬਰਾਂ ਨੂੰ ਅਲੱਗ-ਅਲੱਗ ਸੋਰਸਿਸ ਤੋਂ ਉਹਨਾਂ ਦਾ ਸੱਜਾ ਖੱਬਾ ਪੱਖ ਆਪਾਂ ਰੱਖਦੇ ਹਾਂ। ਪਰ ਜਿਹੜੀਆਂ ਚੀਜ਼ਾਂ ਸਰਕਾਰੀ ਮੀਟਿੰਗਾਂ 'ਚ ਹੋਈਆਂ, ਜਿਹੜੀਆਂ ਚੀਜ਼ਾਂ ਸਰਕਾਰੀ ਕਾਗਜ਼ਾਂ ਦੇ ਉੱਪਰ ਲਿਖੀਆਂ ਹੋਈਆਂ, ਉਹ ਸਾਰੀਆਂ ਗੱਲਾਂ ਦਾ ਆਪਾਂ ਨੂੰ ਉਨਾ ਪਤਾ ਨਹੀਂ ਹੁੰਦਾ ਜਿੰਨਾ ਉਸ ਬਾਪੂ ਨੂੰ ਪਤਾ ਸੀ, ਤੇ ਉਹ ਸਾਰੀਆਂ ਲਿਖਤਾਂ ਦੇ ਹਿਸਾਬ ਨਾਲ ਫੈਸਲੇ ਹੋਣੇ ਆ, ਨਾ ਤੁਹਾਡੇ ਕਿਹਾ ਹੋਣੇ ਨਾ ਮੇਰੇ ਕਿਹਾ ਹੋਣੇ, ਤੇ ਸ਼ਾਇਦ ਇਹ ਅਕਾਲੀ ਭਾਜਪਾ ਗੱਠਜੋੜ ਟੁੱਟਣ ਦਾ ਕਾਰਨ ਵੀ ਤੁਹਾਨੂੰ ਉਹਦੇ 'ਚੋਂ ਪਤਾ ਲੱਗ ਜਾਊਗਾ, ਤੇ ਭਵਿੱਖ ਫਿਊਚਰ ਵੀ ਆਪਾਂ ਸੋਚ ਸਕਦੇ। ਕਿਉਂਕਿ ਜਦੋਂ ਆਪਾਂ 25 ਦੀ ਗੱਲ ਕਰਦੇ ਹਾਂ, ਆਪਾਂ ਇਸ ਚੀਜ਼ ਦਾ ਉਲਾਂਭਾ ਦਿੰਦੇ ਹਾਂ ਵੀ ਯਾਰ ਉੱਥੇ ਕਿਸਾਨਾਂ ਦੇ ਤੁਸੀਂ ਗੱਲ ਨਹੀਂ ਕੀਤੀ, ਤੇ ਹੋਰ ਹੀ ਬੰਦੇ ਉੱਥੇ ਜਾ ਕੇ ਤੇ ਆਪਣੇ ਹਿਸਾਬ ਨਾਲ ਕਹੇਗੇ ਅਸੀਂ ਨਾਲ ਹਾਂ ਜੀ, ਅਸੀਂ ਨਾਲ ਹਾਂ ਜੀ, ਅਸੀਂ ਨਾਲ। ਆਪਾਂ ਨਾਲ ਤਾਂ ਹੈਗੇ ਹਾਂ, ਪਰ ਜਿਹੜੀ ਚੀਜ਼ ਚੱਲ ਰਹੀ ਹੈ ਉਹਦਾ ਵੀ ਤਾਂ ਪਤਾ ਲੱਗਣਾ ਚਾਹੀਦਾ ਨਾ ਵੀ ਭਾਈ ਸਾਹਿਬ ਆਪਣੇ ਨਾਲ ਹੋਇਆ ਹੀ ਸਰ ਜੂਗਾ ਜਾਂ ਕੁਝ ਹੋਰ ਕਰਨ ਦੀ ਵੀ ਲੋੜ ਆ। ਮੈਂ ਤਾਂ ਬੇਨਤੀ ਕਰ ਰਿਹਾ। ਬਿਲਕੁਲ ਠੀਕ ਹੈ। ਦੇਖੋ ਨਹੀਂ, ਮੈਂ ਤਾਂ ਖੁਦ ਜਿਗਿਆਸਾ 'ਚ ਹਾਂ ਕਿ ਭਾਈ ਉਹ ਸਾਰਾ ਕੁਝ ਪਤਾ ਲੱਗਣਾ ਚਾਹੀਦਾ, ਕਿਉਂਕਿ ਬਹੁਤ ਇੰਪੋਰਟੈਂਟ ਆ, ਬੜਾ ਮਹੱਤਵਪੂਰਨ ਹੈ। ਜੇ ਅਸੀਂ ਤੱਥ ਜਾਣਨੇ ਆ, ਜੇ ਅਸੀਂ ਪਰਦੇ ਦੇ ਪਿਛਲੀਆਂ ਗੱਲਾਂ ਜਾਣਨੀਆਂ, ਤਾਂ ਫਿਰ ਉਹ ਚੀਜ਼ਾਂ ਸਨਮੁਖ ਆਉਣੀਆਂ ਚਾਹੀਦੀਆਂ, ਤੇ ਸਾਰੇ ਦਰਸ਼ਕ ਦੇਖਣਗੇ, ਆਪਾਂ ਦੋਨੇ ਭਰਾ ਵੀ ਇਕੱਠੇ ਦੇਖਾਂਗੇ, ਨਾਲ ਨਾਲ ਚਰਚਾ ਵੀ ਕਰਾਂਗੇ, ਕਿਉਂਕਿ ਤੱਥ ਬੜੇ ਘੱਟ ਆਉਂਦੇ ਹੁੰਦੇ ਆ। ਸੰਧਾਲੀਆ ਸਾਹਿਬ, ਮੈਂ ਇੱਥੇ ਇੱਕ ਬੇਨਤੀ ਹੋਰ ਕਰ ਦੇਣੀ ਆ, ਕਿਉਂਕਿ ਗੱਠਜੋੜ ਟੁੱਟਿਆ, ਭਾਰਤੀ ਜਨਤਾ ਪਾਰਟੀ ਵਾਲੇ ਨੇ ਆਪਣੀਆਂ ਗੱਲਾਂ ਕਰਨੀਆਂ, ਅਕਾਲੀਆਂ ਨੇ ਆਪਣੀਆਂ ਕਰਨੀਆਂ। ਦੇਖੋ, ਅਕਾਲੀ ਦਲ ਬਹੁਤ ਸਾਰੇ ਹਮਲਿਆਂ ਤੋਂ ਹੁਣ ਬਚੂਗਾ। ਜਿਹੜੇ ਹਮਲੇ ਪਹਿਲਾਂ ਹੁੰਦੇ ਸੀ ਕਿ ਤੁਸੀਂ ਵਜ਼ਾਰਤ ਦੇ ਵਿੱਚੋਂ ਤੁਸੀਂ ਗੱਠਜੋੜ ਨਹੀਂ ਤੋੜਿਆ, ਉਹਨਾਂ ਨੇ ਦੋਨੇ ਚੀਜ਼ਾਂ ਪਰੇ ਕਰਤੀਆਂ, ਤੇ ਉਹਨਾਂ ਨੇ ਹੁਣ ਪੂਰੇ ਜ਼ੋਰ ਨਾਲ ਆਉਣਾ, ਪੂਰੇ ਹਮਲਾਵਰ ਢੰਗ ਦੇ ਨਾਲ ਆਉਣਾ। ਉਹ ਪੰਜਾਬ ਦੀ ਕਾਂਗਰਸ ਸਰਕਾਰ ਦੀ ਵੀ ਖਿੱਚ ਧੂ ਕਰਨਗੇ ਕਿ ਭਾਈ ਆ ਦੇਖੋ ਅਸੀਂ ਤਾਂ ਛੱਡਤਾ, ਤੁਸੀਂ ਛੱਡਿਆ। ਇੱਕ ਦੋ ਅਕਾਲੀ ਲੀਡਰਾਂ ਤੇ ਇਹ ਵੀ ਕਹਤਾ ਕੈਪਟਨ ਅਸਤੀਫਾ ਦੇਵੇ, ਸਾਡੀ ਬੀਬੀ ਨੇ ਅਸਤੀਫਾ ਦੇ ਦਿੱਤਾ। ਦੂਸਰਾ, ਹੁਣ ਇੱਕ ਹੋਰ ਜਿਹੜੀ ਗੱਲ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਪਾਸੇ ਨੂੰ ਜਾਊ, ਉਹ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਰਣਨੀਤੀ ਕੀ ਹੋਊ। ਜਿੱਦਾਂ ਪਿਛਲੇ ਦਿਨੀ ਦਸਤਾਵੇਜ਼ ਨਿਕਲ ਕੇ ਸਾਹਮਣੇ ਆਏ ਸੀ ਨਾ, ਉਹ ਕਹਿੰਦੇ ਸੀ ਕਿ ਆ ਦੇਖੋ ਜਿਹੜੇ ਡਾਕੂਮੈਂਟ ਜਿਹੜੇ ਆ, ਮਿਨਟਸ ਜਿਹੜੇ ਆ, ਉਹ ਸਾਹਮਣੇ ਆ ਗਿਆ ਕਿ ਪੰਜਾਬ ਕਾਂਗਰਸ ਦੇ ਪ੍ਰਤੀਨਿਧ ਉੱਥੇ ਬੈਠਕਾਂ ਦੇ ਵਿੱਚ ਜਾਂਦੇ ਰਹੇ ਆ, ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਆਹ ਕੰਮ ਹੋ ਜਾਣਾ, ਇਹ ਬੋਲੇ ਨਹੀਂ। ਭਾਰਤੀ ਜਨਤਾ ਪਾਰਟੀ ਦੀ ਕੇਂਦਰ 'ਚ ਸਰਕਾਰ ਹੈ, ਸਾਨੂੰ ਨਹੀਂ ਪਤਾ ਕਿ ਕੁਝ ਉੱਥੇ ਮੰਤਰੀ ਮੰਡਲ ਦੀਆਂ ਬੈਠਕਾਂ 'ਚ ਮੀਟਿੰਗਾਂ ਦੇ ਵਿੱਚ ਕੁਝ ਹੋਇਆ ਸੀ ਕਿ ਨਹੀਂ ਹੋਇਆ ਸੀ। ਪਰ ਜੇ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬਹੁਤੇ ਹੀ ਕਿਤੇ ਤਿੱਖੇ ਹਮਲੇ ਕਰ ਦਿੱਤੇ ਨਾ, ਇੱਕ ਅੱਧਾ ਦਸਤਾਵੇਜ਼ ਜੇ ਕਿਤੇ ਉਹ ਕੱਢ ਕੇ ਲੈ ਗਿਆ ਤਾਂ ਫਿਰ ਕੰਮ ਔਖਾ ਵੀ ਹੋ ਸਕਦਾ। ਨਹੀਂ, ਔਖਾ ਹੋਣਾ ਜਾਪਦਾ, ਕਿਉਂਕਿ ਦੇਖੋ ਆਮ ਤੌਰ ਤੇ ਮੈਂ ਇਹ ਆਸ ਕਰਦਾ ਸੀ ਵੀ ਜਦੋਂ ਗੱਠਜੋੜ ਟੁੱਟਣਾ ਤੇ ਪੰਜਾਬ ਦੀ ਲੀਡਰਸ਼ਿਪ ਵਾਲੇ ਪਾਸਿਓਂ ਹੋਗਾ ਵੀ ਸਾਨੂੰ ਕੋਈ ਪਰਵਾਹ ਨਹੀਂ, ਕੋਈ ਫਰਕ ਨਹੀਂ, ਭਾਜਪਾ ਮਜ਼ਬੂਤ ਹੈ, ਅਸੀਂ ਆਪਣੇ ਦਮ ਤੇ ਲੜਾਂਗੇ। ਪਰ ਜਿਹੜੇ ਅਸ਼ਵਨੀ ਸ਼ਰਮਾ ਹੋਣੀ ਇਸ ਵਕਤ ਉਹਨਾਂ ਦੇ ਪੰਜਾਬ ਵਾਲੇ ਪ੍ਰਧਾਨ ਆ ਜਾਂ ਇੰਚਾਰਜ ਨੇ, ਉਹਨਾਂ ਨੇ ਇਸ ਗੱਠਜੋੜ ਟੁੱਟਣ ਨੂੰ ਮੰਦਭਾਗਾ ਦੱਸਿਆ। ਉਹ ਕਹਿੰਦੇ ਵੀ ਅਕਾਲੀ ਦਲ ਜਿਹੜਾ ਹੈ ਉਹਨੂੰ ਇਸ ਮੌਕੇ ਤੇ ਸਾਡਾ ਸਾਥ ਨਹੀਂ ਸੀ ਛੱਡਣਾ ਚਾਹੀਦਾ, ਸਗੋਂ ਉਹਨਾਂ ਦੀ ਕਿਸਾਨਾਂ ਤੱਕ ਪਹੁੰਚ ਹੈ, ਸਗੋਂ ਸਾਡੇ ਨਾਲ ਲੱਗ ਕੇ ਤੇ ਕਿਸਾਨਾਂ ਨੂੰ ਸਮਝਾਉਣ ਦੇ ਵਿੱਚ ਮਦਦ ਕਰਦੇ ਵੀ ਨਹੀਂ, ਇਹ ਉਹਨਾਂ ਦੇ ਲਈ ਕਿੰਨੀ ਫਾਇਦੇ ਦੀ ਗੱਲ ਹੈ। ਇਸ ਬਿਆਨ ਨੂੰ ਸਮਝ ਲਈ ਆਪਾਂ ਜੀ। ਨਹੀਂ, ਇਹ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਬਿਆਨ ਦੋ ਤਿੰਨ ਜਿਹੜੇ ਉਹ ਆ ਗਏ ਉੱਪਰੋਂ ਥੱਲੇ। ਮਦਨ ਮੋਹਨ ਮਿੱਤਲ ਹੋਰੀ ਅੱਜ ਫਿਰ ਤੱਤੇ ਹੋ ਗਏ। ਉਹ ਯਾਰ ਉਹ ਦੋ ਬੰਦੇ ਤਾਂ ਹੈਗੇ ਨੇ, ਉਹ ਦੋ ਬੰਦੇ ਤਾਂ ਹੈਗੇ ਨੇ, ਇੱਕ ਮਦਨ ਮੋਹਨ ਮਿੱਤਲ ਹੋਰੀ ਹੋ ਗਏ, ਇੱਕ ਆਪਣੇ ਪਠਾਨਕੋਟ ਵਾਲੇ ਭਲਵਾਨ ਹੋ ਗਏ ਬੀਜੇਪੀ ਦੇ। ਉਹ ਦੋ ਬੰਦੇ ਤਾਂ ਮੁੱਠੀਆਂ 'ਚ ਥੁੱਕੀ ਫਿਰਦੇ ਵੀ ਪਰੇ ਪਰੇ ਹੋ ਜਾਓ ਯਾਰ, ਇੱਕ ਵਾਰ ਤੁਸੀਂ ਖਹਿੜਾ ਛਡਾ ਦੇਣਾ ਤਾਂ ਬਾਕੀ ਅਸੀਂ ਆਪੇ ਦੇਖ ਲਾਂਗੇ। ਪਰ ਮੈਂ ਤਾਂ ਰਣਨੀਤੀ ਦੀ ਗੱਲ ਕਰਦਾ, ਓਵਰਆਲ ਪਾਰਟੀ ਦੀ। ਦੇਖੋ, ਸਟੇਜ ਖਾਲੀ ਕਰ ਦਿਓ, ਕਹਿੰਦੇ ਭੰਗੜਾ ਹੁਣ ਅਸੀਂ ਇਕੱਲਿਆਂ ਨੇ ਪਾਉਣਾ ਹੈ। ਚਲੋ ਕੋਈ ਗੱਲ ਨਹੀਂ, ਹੁਣ ਟਿਕਟਾਂ ਟੁਕਟਾਂ ਪਿਛਲੇ ਸਮੇਂ ਦੇ ਵਿੱਚ ਨਹੀਂ ਸੀ ਮਿਲੀਆਂ, ਹੁਣ ਸੰਧਾਲੀਆ ਸਾਹਿਬ ਦੇਖੋ ਹੋਣਾ ਕੀ ਹੈ। ਮੈਨੂੰ ਜੋ ਇੱਥੇ ਗੱਲ ਲੱਗਦੀ, ਕਿਉਂਕਿ ਸਿਆਸਤ ਦਾ ਕੁਝ ਨਹੀਂ ਪਤਾ ਹੁੰਦਾ। ਕਈ ਲੋਕ ਇੱਥੇ ਸਵਾਲ ਕਰਦੇ ਆ ਜੀ ਕਿਤੇ ਦੁਬਾਰਾ ਤਾਂ ਨਹੀਂ ਇਕੱਠੇ ਹੋ ਜਾਣਗੇ। ਦੇਖੋ, ਸਾਨੂੰ ਨਹੀਂ ਲੱਗਦਾ ਕਿ ਇਕੱਠੇ ਹੋਣਗੇ, ਪਰ ਇਹ ਸਿਆਸਤ ਦਾ ਕੁਝ ਨਹੀਂ ਪਤਾ ਹੁੰਦਾ। ਬੈਂਸ ਭਰਾਵਾਂ ਨੇ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣ ਲੜੀ ਸੀ, ਮੁੜ ਕੇ ਗੱਠਜੋੜ ਛੇਤੀ ਟੁੱਟ ਗਿਆ ਸੀ। ਸਿਆਸਤ ਦਾ ਕੁਝ ਨਹੀਂ ਪਤਾ ਹੁੰਦਾ। ਸਿੱਧੂ ਸਾਹਿਬ ਪਹਿਲਾਂ ਭਾਜਪਾ ਸੀ, ਅੱਜ ਕੱਲ੍ਹ ਕਾਂਗਰਸ 'ਚ ਨੇ, ਕਾਂਗਰਸ 'ਚ ਵੀ ਗੁੱਸੇ ਨੇ। ਸਿਆਸਤ ਦਾ ਕੁਝ ਨਹੀਂ ਪਤਾ ਹੁੰਦਾ। ਕੋਰ ਕਮੇਟੀ ਅਕਾਲੀ ਦਲ ਦੀਆਂ ਬੈਠਕਾਂ ਦੇ ਵਿੱਚ ਢੀਂਡਸਾ ਸਾਹਿਬ, ਬ੍ਰਹਮਪੁਰਾ ਸਾਹਿਬ, ਸੇਖਵਾਂ ਸਾਹਿਬ ਬਹਿੰਦੇ ਸੀ, ਅੱਜ ਵੱਖ ਨੇ। ਬਾਕੀ ਸਿਆਸਤ ਦਾ ਕੀ ਪਤਾ।
ਕਦੇ ਦੁਸ਼ਯੰਤ ਚਟਾਲਾ ਹੋੜੀ ਬਹੁਤ ਰੌਲਾ ਰੱਪਾ ਪਾਉਂਦੇ ਹੁੰਦੇ ਸੀ ਕਿ ਭਾਰਤੀ ਜਨਤਾ ਪਾਰਟੀ ਗਲਤ ਪਾਰਟੀ ਆ, ਪੰਜਾਬ ਦੇ ਨਾਲ ਹੀ ਆ ਹਰਿਆਣਾ, ਉੱਥੇ ਉਪ ਮੁੱਖ ਮੰਤਰੀ ਬਣ ਕੇ ਬੈਠੇ ਭਾਜਪਾ ਦੇ ਸਹਿਯੋਗ ਨਾਲ। ਕਦੇ ਕਿਸੇ ਨੇ ਸੋਚਿਆ ਸੀ ਕਿ ਸ਼ਿਵ ਸੈਨਾ ਦਾ ਗੱਠਜੋੜ ਕਾਂਗਰਸ ਦੇ ਨਾਲ ਵੀ ਹੋ ਸਕਦਾ, ਅਗਲਿਆਂ ਨੇ ਆਪਣਾ ਮੁੱਖ ਮੰਤਰੀ ਬਣਾਇਆ। ਆਪ ਪੰਜਾਬ ਤੋਂ ਉੱਪਰਲੇ ਪਾਸੇ ਪਠਾਨਕੋਟ ਪਾਰ ਕਰ ਜਾਈਏ, ਜੰਮੂ ਕਸ਼ਮੀਰ ਦੇ ਵਿੱਚ ਪੀਡੀਪੀ ਦੀ ਦੇਖੋ ਕੀ ਨੀਤੀ ਹੈ, ਭਾਜਪਾ ਬਿਲਕੁਲ ਉਲਟ ਹੈ। ਦੋਨਾਂ ਨੇ ਸਰਕਾਰ ਚਲਾਈ ਕਿ ਨਹੀਂ ਚਲਾਈ? ਪੀਡੀਪੀ ਨੇ ਆਪਣਾ ਮੁੱਖ ਮੰਤਰੀ ਬਣਾ ਲਿਆ, ਭਾਜਪਾ ਨੇ ਆਪਣਾ ਉਪ ਮੁੱਖ ਮੰਤਰੀ ਬਣਾ ਲਿਆ। ਇਸੇ ਤਰ੍ਹਾਂ ਜਦੋਂ ਬਿਹਾਰ ਦੀਆਂ ਚੋਣਾਂ ਸੀ ਵਿਧਾਨ ਸਭਾ, ਤੁਹਾਨੂੰ ਸੰਧਾਲੀਆ ਸਾਹਿਬ ਚੰਗੇ ਤਰੀਕੇ ਚੇਤਾ ਹੋਣਾ ਕਿ ਨਿਤਿਸ਼ ਕੁਮਾਰ ਦੇ ਬਾਰੇ ਮੋਦੀ ਸਾਹਿਬ ਨੇ ਤੇ ਮੋਦੀ ਸਾਹਿਬ ਦੇ ਬਾਰੇ ਨਿਤਿਸ਼ ਕੁਮਾਰ ਨੇ ਕੀ ਕੁਝ ਕਿਹਾ ਸੀ। ਅੱਜ ਘਿਓ ਖਿਚੜੀ ਹੈਗੇ ਕਿ ਨਹੀਂ ਹੈਗੇ? ਜੱਫੀਆਂ ਇੱਕ ਦੂਜੇ ਨੂੰ ਸਿਆਸੀ ਤੌਰ ਤੇ ਪਾਉਂਦੇ ਕਿ ਨਹੀਂ ਪਾਉਂਦੇ? ਬਿਲਕੁਲ, ਉਹ ਸਾਰਾ ਕੁਝ ਸਾਹਮਣੇ ਹੈ। ਭਾਈ ਸਾਨੂੰ ਨਾ ਪੁੱਛੋ ਕਿ ਗੱਠਜੋੜ ਦੁਬਾਰਾ ਹੋ ਸਕਦਾ ਕਿ ਨਹੀਂ ਹੋ ਸਕਦਾ, ਕਿਉਂਕਿ ਲੀਡਰ ਨੇ ਤੇ ਲੀਡਰ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਉੱਤੇ ਕੁਝ ਵੀ ਕਰ ਲੈਂਦੇ ਹੁੰਦੇ ਆ। ਆਹੋ, ਜਦੋਂ ਕੁਰਸੀ ਪਤਾ ਹੋਵੇ ਵੀ ਯਾਰ ਇਦਾਂ ਨਹੀਂ ਇਦਾਂ ਮਿਲਦੀ ਆ ਤੇ ਫਿਰ ਉਸ ਹਿਸਾਬ ਨਾਲ ਵੀ ਉਹਨਾਂ ਨੇ ਕਰ ਲੈਣਾ ਸੈੱਟ। ਇੱਕ ਨਾ ਇੱਥੇ ਮੈਸੇਜ ਸੀ ਗਗਨਦੀਪ ਗੁਰਾਇਆ ਦਾ, ਉਹ ਕਹਿੰਦੇ ਵੀ ਲੁਧਿਆਣੇ ਉਹਨਾਂ ਦੇ ਕੋਈ ਨੋਨ ਫਾਈਨੈਂਸਰ ਨੇ ਵੱਡੇ, ਤੇ ਉਹਨਾਂ ਨੂੰ ਕਹਿੰਦੇ ਵੀ ਫੋਨ ਆਏ 3 ਕੰਪਨੀਆਂ ਤੋਂ, ਤੇ ਉਹ ਕੰਪਨੀਆਂ ਕਹਿੰਦੀਆਂ ਵੀ ਸਾਨੂੰ 100 ਕਿੱਲੇ ਤੋਂ ਜ਼ਿਆਦਾ ਜ਼ਮੀਨ ਚਾਹੀਦੀ ਹੈ ਠੇਕੇ ਤੇ, 75,000 ਰੁਪਇਆ ਕਿੱਲੇ ਦਾ ਠੇਕਾ ਦੇਵਾਂਗੇ ਤੇ 30 ਸਾਲਾਂ ਲਈ ਸਾਨੂੰ ਚਾਹੀਦੀ ਹੈ। ਹੁਣ ਇਹ ਮੈਸੇਜ ਉਹਨਾਂ ਨੇ ਕੀਤਾ, ਹੁਣ ਪਤਾ ਨਹੀਂ ਇਹ ਸਹੀ ਹੈ ਕਿ ਗਲਤ ਹੈ, ਪਰ ਚਲੋ ਜੇ ਆਇਆ ਵੀ ਮੰਨ ਲਈਏ, ਤੇ ਇਸ ਤਰ੍ਹਾਂ ਦੇ ਫੋਨ ਆਪਾਂ ਨੂੰ ਥੋੜ੍ਹੇ ਸੱਚ ਹੁੰਦੇ ਵੀ ਜਾਪਦੇ ਤਾਂ ਕਰਕੇ ਲੱਗਦੇ ਆ, ਕਿਉਂਕਿ ਜੇ ਜ਼ਮੀਨ ਲੈ ਕੇ ਤੇ ਇੱਥੇ ਵੱਡੀਆਂ ਕੰਪਨੀਆਂ ਜਾਂ ਕਾਰਪੋਰੇਟ ਘਰਾਣੇ ਸਟੀਲ ਵਾਲੇ ਗੋਦਾਮ ਬਣਾ ਸਕਦੇ ਆ, ਤੇ ਫਿਰ ਠੇਕੇ ਤੇ ਜ਼ਮੀਨ ਲੈਣ ਵਾਲਿਆਂ ਦੇ ਜਾਂ ਕੰਟਰੈਕਟ ਫਾਰਮਿੰਗ ਵਾਲਿਆਂ ਦੇ ਜਾਂ ਜਿਹੜੇ ਉਹ ਵੱਡੇ ਪਲਾਟ ਬਣਾਉਣ ਵਾਲਿਆਂ ਦੇ ਫੋਨ ਵੀ ਤਾਂ ਆ ਹੀ ਸਕਦੇ ਆ ਕਿ ਨਹੀਂ? ਸੰਧਾਲੀਆ ਸਾਹਿਬ, ਮੈਂ ਇਹ ਗੱਲ ਅਜੇ ਕਰਨੀ ਨਹੀਂ ਸੀ ਚਾਹੁੰਦਾ, ਤੁਸੀਂ ਛੇੜ ਲਈ ਆ, ਕਿਉਂਕਿ ਅਜੇ ਕਿਸਾਨਾਂ ਦਾ ਸੰਘਰਸ਼ ਸਿਖਰ ਤੇ ਆ, ਅਜੇ ਬਹੁਤ ਅੱਗੇ ਪਿੱਛੇ ਕਈ ਕੁਛ ਹੋਣਾ। ਨਹੀਂ, ਮੈਂ ਇਹ ਪਤਾ ਕਿਉਂ ਦੇਖੋ ਮੈਂ ਕਿਉਂ ਕੀਤੀ ਬਾਟ ਸਾਹਿਬ, ਮੈਂ ਤਾਂ ਕੀਤੀ ਵੀ ਸੰਘਰਸ਼ ਚੱਲ ਰਿਹਾ, ਗੱਠਜੋੜ ਤੱਕ ਟੁੱਟ ਗਿਆ, ਪਰ ਜਿਸ ਪਾਸਿਓਂ ਫੈਸਲੇ ਹੋਣੇ ਆ ਇਹਦਾ ਮਤਲਬ ਉਧਰੋਂ ਟਸ ਤੋਂ ਮਸ ਹੋਣ ਵਾਲੀ ਗੱਲ ਲੱਗਦੀ ਨਹੀਂ, ਜਿਹੜੇ ਇਸ ਤਰ੍ਹਾਂ ਦੇ ਫੋਨ ਕਾਲ ਆਉਣ ਲੱਗ ਪਈਆਂ। ਮੈਂ ਤਾਂ ਕਿਹਾ ਇਹ ਗੱਲ। ਨਹੀਂ ਜੀ, ਨਹੀਂ, ਬਿਲਕੁਲ ਨਹੀਂ, ਟਸ ਤੋਂ ਮਸ ਉਹਨਾਂ ਨੇ ਹੋਣਾ ਨਹੀਂ, ਕੋਈ ਸੰਭਾਵਨਾ ਨਹੀਂ। ਦੂਸਰੇ ਪਾਸੇ ਜੇ ਆਪਾਂ ਪੰਜਾਬ ਦੇ ਆਮ ਲੋਕਾਂ ਦਾ ਆਰਥਿਕ ਪੱਧਰ ਦੇਖੀਏ, ਦੇਖੋ ਸਹਿਮਤੀ ਅਸਹਿਮਤੀ ਹੋ ਸਕਦੀ ਆ। ਮੈਨੂੰ ਜੋ ਲੱਗਿਆ, ਮੈਂ ਸੰਧਾਲੀਆ ਸਾਹਿਬ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਜੀ। ਹੁਣ ਜੇ ਆਪਾਂ ਕਹੀਏ ਕਿ ਪੰਜਾਬ ਦਾ ਹਰ ਬਸ਼ਰ ਜਿਹੜਾ ਹਰ ਬਸ਼ਿੰਦਾ ਅਵੇਅਰ ਹੋ ਗਿਆ, ਹੁਣ ਨਹੀਂ ਇਹਨਾਂ ਨੇ ਕੰਪਨੀਆਂ ਨੂੰ ਜ਼ਮੀਨਾਂ ਦੇਣੀਆਂ। ਮੈਂ 2-3 ਗੱਲ ਦੱਸਦਾ ਕਿ ਮਜਬੂਰੀ ਕਿੱਥੇ ਹੁੰਦੀ ਹੈ। ਰੁਜ਼ਗਾਰ ਲੱਭਦਾ ਨਹੀਂ, ਰੁਜ਼ਗਾਰ ਮੇਲਿਆਂ ਦੇ ਵਿੱਚੋਂ ਰੌਲੇ ਰੱਪੇ ਇਹ ਪੈਂਦੇ ਆ ਕਿ ਨਾ ਵੱਧ ਭੇਜੀ ਜਾਂਦੇ ਆ ਕਿ ਇੰਨਿਆਂ ਨੂੰ ਰੁਜ਼ਗਾਰ ਦੇ ਦਿੱਤਾ, ਜਦ ਕਿ ਉੱਥੇ ਗੱਲਾਂ ਕੁਝ ਹੋਰ ਹੁੰਦੀਆਂ। ਕੇਂਦਰ ਸਰਕਾਰ ਦਾ ਵਤੀਰਾ ਕੀ ਆ ਸਾਨੂੰ ਪਤਾ ਹੈ। ਹੁਣ ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੰਦਾ, ਮੈਂ ਕਹਿੰਦਾ ਇਦਾਂ ਹੋਵੇ ਨਾ ਕਦੇ, ਪਰ ਜੋ ਮੈਨੂੰ ਖਦਸ਼ਾ ਹੈ, ਸੰਧਾਲੀਆ ਸਾਹਿਬ ਤੁਸੀਂ ਆਪ ਦੀ ਟਿੱਪਣੀ ਵੀ ਬਾਅਦ ਚ ਦੇ ਦਿਓ। ਮੰਨ ਲਓ ਪਿੰਡ ਦਾ ਇੱਕ ਬੰਦਾ, ਉਹਦੇ ਕੋਲੇ 2 ਏਕੜ ਜ਼ਮੀਨ ਹੈ, ਨਿੱਕੇ ਨਿਆਣੇ ਉਹਦੇ ਨੇ 12ਵੀਂ ਜਮਾਤ ਕਰ ਲਈ ਹੈ। ਹੁਣ 12ਵੀਂ ਜਮਾਤ ਕਰ ਲਈ ਹੈ, 2 ਏਕੜ ਦੇ ਉੱਤੇ ਇੰਨਾ ਲੋਨ ਤਾਂ ਮਿਲਣਾ ਨਹੀਂ ਕਿ ਉਹ ਆਪਣੇ ਨਿੱਕੇ ਨਿਆਣੇ ਨੂੰ ਪੜ੍ਹਨ ਦੇ ਲਈ ਵਿਦੇਸ਼ ਭੇਜ ਦੇਵੇ ਜੀ, ਨਾ ਉਹਨੂੰ ਇੰਨਾ ਠੇਕਾ ਮਿਲਣਾ। ਜੇ ਉਹਨੂੰ ਕੋਈ ਸੂਟੜ ਬੂਟੜ ਬਾਬੂ ਆ ਕੇ ਕਹੂਗਾ ਕਿ ਭਾਈ ਠੀਕ ਹੈ ਤੇਰੇ 2 ਏਕੜ ਆ ਤੇ 30 ਸਾਲਾਂ ਦੇ ਲਈ ਤੂੰ ਸਾਨੂੰ ਦੇ ਦੇ, ਤੇ ਪੈਸੇ 1 ਨੰਬਰ ਦੇ ਵਿੱਚ ਤੇਰੇ ਬੈਂਕ ਖਾਤੇ 'ਚ ਆਉਣਗੇ, ਲਿਖਤ ਪੂਰੀ ਕਰਾਂਗੇ। ਹੁਣ ਉਸ ਕਿਸਾਨ ਦੇ ਸਾਹਮਣੇ ਕੀ ਹੋਊਗਾ, ਉਸ ਪੰਜਾਬੀ ਦੇ ਸਾਹਮਣੇ ਕੀ ਹੋਊਗਾ? ਯਾਰ ਜਿੰਨੇ ਕੁ ਪੈਸੇ ਮੁੰਡੇ ਨੂੰ 2 ਸਾਲਾਂ ਦੀ ਫੀਸ ਦੇ ਚਾਹੀਦੇ ਆ, ਧੀ ਨੂੰ 2 ਸਾਲਾਂ ਲਈ ਫੀਸ ਦੀ ਚਾਹੀਦੇ ਆ, ਉੱਦਾਂ ਮੇਰੇ ਕੋਲੇ ਬੈਂਕ ਬੈਲੈਂਸ ਕੋਈ ਨਹੀਂ, 1 ਨੰਬਰ ਦੇ ਵਿੱਚ ਪੈਸੇ ਆਉਣੇ ਆ, ਮੈਂ ਇਹੀ ਪੈਸੇ ਅੰਬੈਸੀ ਨੂੰ ਦਿਖਾ ਦਊਂਗਾ, ਇਹਦੇ ਨਾਲ ਹੀ ਨਿਆਣੇ ਦੀ ਫੀਸ ਨਿਕਲ ਜੂ। ਇਹਨਾਂ 2 ਏਕੜਾਂ ਦੇ ਵਿੱਚੋਂ ਹੁੰਦਾ ਕੀ ਹੈ? ਤਾਂ ਤੁਸੀਂ ਇਹ ਦੇਖੋ ਕਿ ਕਿੱਡਾ ਵੱਡਾ ਸੰਕਟ ਹੋਏਗਾ। ਹੁਣ ਜਦੋਂ ਉਹ ਬੰਦੇ ਇਹ ਗੱਲਾਂ ਬਾਤਾਂ ਕਰਨਗੇ ਕਿ ਭਾਈ ਪੈਸੇ ਇੱਕੋ ਵਾਰੀ ਆਉਂਦੇ ਆ, ਨਿਆਣਾ ਪੜ ਜੂਗਾ, ਨਹੀਂ ਤਾਂ ਸਾਰੀ ਉਮਰ ਇੱਥੇ ਅੱਡੀਆਂ ਗੋਡੇ ਰਗੜੂ, ਇਹ ਸਿਚੁਏਸ਼ਨ ਆ ਸਕਦੀ ਹੈ। ਮਜਬੂਰੀਆਂ ਵੱਡੀਆਂ ਨੇ, ਜਿਹਦੇ ਸਿਰ ਤੇ ਕਰਜ਼ਾ ਚੜਿਆ ਤੇ ਵਿਆਜ ਜਿਹੜਾ ਉਹਨੂੰ ਦੇਣਾ ਪੈਂਦਾ। ਜੇ ਅਗਲੇ ਮੂਹਰੇ ਲਿਆ ਕੇ ਪੈਸਿਆਂ ਦੀ ਪੰਡ ਰੱਖ ਦੇਣਗੇ ਕਿ ਭਾਈ ਆ ਕੋਈ ਗੱਲ ਨਹੀਂ, ਅੱਧੇ 4 ਏਕੜ ਜਿਹੜੇ ਤੇਰੇ ਹੈਗੇ ਆ, 30 ਸਾਲਾਂ ਬਾਅਦ ਜ਼ਮੀਨ ਤੇਰੇ ਦੀ ਤੇਰੀ, ਪੈਸੇ ਇਕੱਠੇ ਫੜ। ਮਜਬੂਰੀਆਂ ਬਹੁਤ ਕੁਝ ਕਰਾ ਸਕਦੀਆਂ ਜੀ। ਇੱਕ ਮੈਂ ਪੱਖ, ਕਿਉਂਕਿ ਦੇਖੋ ਕਾਰਨ ਹੈ ਤੁਸੀਂ ਬੰਦੇ ਸਿਆਣੇ ਪੜ੍ਹੇ ਲਿਖੇ, ਮੈਂ ਥੋੜਾ ਪਿੰਡਾਂ ਵਾਲਾ ਸਵਾਲ ਕਰ ਲੈਣਾ ਹੁੰਦਾ, ਕਿਉਂਕਿ ਜਿਹੜੇ ਸੱਥ 'ਚ ਬੈਠੇ ਬਾਪੂ ਹੁੰਦੇ ਆ ਨਾ, ਉਹਨਾਂ ਪੋਟਿਆਂ ਜਾਂ ਦੇ ਹਿਸਾਬ ਲਾ ਕੇ ਕਹਿਣਾ ਹੁੰਦਾ ਪੜ੍ਹਿਆ ਫਿਰ ਆਹ ਕਿੱਦਾਂ ਫਿਰ ਹੋਈ ਗੱਲ। ਹੁਣ ਪੜ੍ਹਿਆ ਤੂੰ ਮੈਨੂੰ ਐਂ ਸਮਝਾ ਵੀ ਜੇ 75,000 ਰੁਪਇਆ ਠੇਕਾ ਅਗਲੇ ਨੇ ਦੇਣਾ, ਮੰਨ ਲਓ ਮੈਂ 1 ਕਿੱਲੇ ਦਾ ਹਿਸਾਬ ਲਾਉਣਾ, 10 ਕਿੱਲਿਆਂ ਦਾ ਠੇਕਾ ਵੀ 10 ਸਾਲਾਂ ਦਾ ਠੇਕਾ ਬਣ ਗਿਆ 7.5 ਲੱਖ ਰੁਪਈਆ। ਜੇ ਉਹ 30 ਸਾਲਾਂ ਦਾ ਬਣਾਉਂਦੇ ਨੇ ਤੇ ਫਿਰ ਕਿੰਨੇ ਪੈਸੇ ਬਣੇ ਦੱਸੋ ਜੀ? 22-23 ਲੱਖ ਰੁਪਈਆ ਬਣ ਗਿਆ। ਬਣ ਗਿਆ 1 ਕਿੱਲੇ ਦਾ ਠੇਕਾ 22-23 ਲੱਖ ਰੁਪਈਆ 30 ਸਾਲਾਂ ਦੇ ਲਈ ਦੇਣ ਨਾਲੋਂ ਚੰਗਾ ਨਹੀਂ ਵੀ 17-18 ਲੱਖ ਨੂੰ ਜੇ ਜ਼ਮੀਨ ਦਾ ਕਿੱਲਾ ਮਿਲਦਾ ਤੇ ਮੈਂ ਉਹ ਲੈ ਲਾਂ, ਪੱਕਾ ਹੀ ਉਹਨਾਂ ਦਾ। ਮੈਂ ਤਾਂ ਗੱਲ ਕਰਦਾ ਵੀ ਜਿਹੜੇ ਉੱਥੇ ਸਿਆਣੇ ਸਿਰ ਬੈਠੇ ਐ, ਉਹ ਹਿਸਾਬ ਨਾਲ ਲਾ ਕੇ ਦਿੰਦੇ ਹੋਣਗੇ ਵੀ ਦੇਖੋ ਬਾਬੂ ਜੀ ਐਸਾ ਹੈ ਵੀ 30 ਸਾਲਾਂ ਲਈ ਕਿੱਲਾ ਠੇਕੇ ਤੇ ਲੈਣਾ ਹੈ,
ਪੈਸੇ ਤੁਸੀਂ ਉਨੇ ਦੇ ਦੇਣੇ ਆ ਜਿੰਨੇ ਦਾ ਕਿੱਲਾ ਹੈ ਨਹੀਂ, ਤੇ ਉਦੋਂ ਬਾਅਦ ਫੇਰ ਜ਼ਮੀਨ ਉਹਨਾਂ ਨੂੰ ਦੇਣ ਨੂੰ ਫਿਰਦੇ। ਉਹਨੂੰ ਚੰਗਾ ਨਹੀਂ ਵੀ ਤੁਸੀਂ ਅੱਜ ਉਹ ਕਿੱਲਾ ਜਿਹੜਾ ਮੁੱਲ ਲੈ ਲਓ ਤੇ 30 ਸਾਲ ਬਾਅਦ ਉਸ ਕਿੱਲੇ ਦੀ ਕੀ ਕੀਮਤ ਹੋਏਗੀ ਵੀ ਤੁਸੀਂ ਅੰਦਾਜ਼ਾ ਲਾ ਲਓ। ਇਹ ਕੈਲਕੂਲੇਸ਼ਨ ਨਾ ਮਾਰਦੇ ਹੋਣਗੇ ਉਹ। ਇਹ ਇੱਕ ਮੁੱਦਾ ਰੱਖਿਆ, ਪੜ੍ਹਿਆ, ਹੁਣ ਤੂੰ ਮੈਨੂੰ ਸਮਝਾਉਣਾ ਹੈ, ਪੜ੍ਹਿਆ। ਮੈਂ ਲੱਗਾ ਸਮਝਾਉਣ। ਪਰਲਜ਼ ਕੰਪਨੀ ਵਾਲੇ ਪੰਜਾਬ 'ਚ ਹੀ ਸੀ, ਚਿੱਟ ਫੰਡ ਕੰਪਨੀਆਂ ਵਾਲੇ ਪੰਜਾਬ 'ਚ ਹੀ ਸੀ। ਪਹਿਲਾਂ ਆਉਂਦੇ ਆ ਕਿ ਭਾਈ 10 ਮਹੀਨਿਆਂ 'ਚ ਪੈਸੇ ਦੁੱਗਣੇ, ਤੇ 9 ਮਹੀਨੇ ਟੈਲੀਫੋਨ ਕਰ ਦਿੰਦੇ ਆ ਜਿਹੜੇ ਪਹਿਲੇ ਬੰਦੇ ਹੁੰਦੇ ਆ, ਤੁਹਾਡੇ ਪੈਸੇ 10 ਤੋਂ ਪਹਿਲਾਂ ਹੀ ਦੁੱਗਣੇ ਹੋ ਗਏ, ਆ ਕੇ ਲੈ ਜਾਓ। ਤੇ ਨਾਲ ਹੀ ਉਹਨੂੰ ਜਦੋਂ ਉਹਨੂੰ ਪੈਸੇ ਦਿੰਦੇ ਆ ਤੇ ਨਾਲ ਹੀ ਵਾਪਸ ਜਾਣ ਲੱਗੇ ਨੂੰ ਹਾਕ ਮਾਰ ਕੇ ਕਹਿੰਦੇ ਆ ਹੁਣ 8 ਮਹੀਨਿਆਂ ਵਾਲੀ ਸਕੀਮ ਵੀ ਆ ਗਈ ਆ, ਜੇ ਕੋਈ ਹੋਰ ਵੀ ਹੋਇਆ ਨੇੜੇ ਤੇੜੇ ਤਾਂ ਉਹਨੂੰ ਵੀ ਕਹਿ ਦੇ ਤੈਨੂੰ ਵਿੱਚੋਂ 25% ਬਾਕੀਆਂ ਦਾ ਵੀ ਦੇ ਦਿਆਂਗੇ। ਉਹ ਭੂਆ ਤੋਂ ਵੀ ਪੈਸੇ ਲੈ ਆਉਂਦਾ, ਮਾਸੀ ਤੋਂ ਵੀ ਪੈਸੇ ਲੈ ਆਉਂਦਾ, ਗੁਆਂਢੀ ਤੋਂ ਵੀ ਲੈ ਆਉਂਦਾ, ਆਪਣੇ ਵੀ ਸਾਰੇ ਖੰਜਾਂ ਖੂੰਜਿਆਂ ਦੇ ਵਿੱਚੋਂ ਕੱਢ ਕੇ ਲੈ ਆਉਂਦਾ, ਘਰ ਵਾਲੀ ਦੇ ਗਹਿਣੇ ਵੇਚ ਕੇ ਵੀ ਲੈ ਆਉਂਦਾ। ਸ਼ੁਰੂਆਤੀ ਦੌਰ ਦੇ ਵਿੱਚ ਸਾਰਾ ਕੁਝ ਹੀ ਹੋਣਾ, 75 ਦੀ ਜਗ੍ਹਾ ਦੇ ਉੱਤੇ ਤੁਹਾਨੂੰ 78000 ਵੀ ਮਿਲ ਸਕਦਾ, ਪਰ ਬਾਅਦ ਵਿੱਚ ਮੈਂ ਨਹੀਂ ਕਹਿਣਾ ਕਿ ਸਾਡੇ ਨਾਲ ਕੀ ਹੋਣਾ ਤੇ ਕੀ ਨਹੀਂ ਹੋਣਾ। ਮੈਂ ਤਾਂ ਮਜਬੂਰੀ ਦੱਸੀ ਹੈ ਕਿ ਭਾਈ ਆਹ ਕੁਝ ਮਜਬੂਰੀਆਂ ਹੋਣੀਆਂ ਜਿੱਥੇ ਲੋਕਾਂ ਨੇ ਕਹਿਣਾ ਕਿ ਭਾਈ ਆਪਾਂ ਕਿਹੜਾ ਕਿਸੇ ਨੂੰ ਦੱਸਣਾ, ਚੁੱਪ ਚਪੀਤੇ ਜਦੋਂ ਮੁੰਡਾ ਚੜ ਗਿਆ ਆਪਾਂ ਦੱਸਣਾ ਹੀ ਬਾਅਦ ਚ, ਮੈਂ ਤਾਂ ਆਹ ਕੰਮ ਕਰ ਲਿਆ, ਤੁਸੀਂ ਤਾਂ ਮੂਰਖ ਹੀ ਆ। ਚਲੋ ਇਹ ਤਾਂ ਹੁਣ ਦੱਸੂਗਾ ਵੀ ਸਮਾਂ ਕਿ ਵੀ ਇਸ ਵਕਤ ਚੱਲਦਾ ਕੀ ਹੈ, ਕਿਉਂਕਿ ਦਬਾਅ ਜਿਹੜਾ ਉਹ ਕੇਂਦਰ ਸਰਕਾਰ ਤੇ ਬਣਾਉਣ ਦੇ ਲਈ ਅਕਾਲੀ ਦਲ ਨੇ ਗੱਠਜੋੜ ਤੋੜ ਲਿਆ। ਕਿਸਾਨਾਂ ਦਾ ਸੰਘਰਸ਼ ਉਸੇ ਤਰ੍ਹਾਂ ਜਾਰੀ ਹੈ। ਪੰਜਾਬ ਦੀਆਂ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ, ਮੈਂ ਇੱਕ ਨੂੰ ਛੱਡ ਕੇ ਕਹਾਂ ਕਿਉਂਕਿ ਬੀਜੇਪੀ ਵਾਲੇ ਉਹਨਾਂ ਦੇ ਨਾਲ ਨੇ, ਭਾਜਪਾ ਵਾਲਿਆਂ ਦੇ, ਕਿਉਂਕਿ ਉਹਨਾਂ ਨੂੰ ਤਾਂ ਆਪਣੀ ਮਾਂ ਪਾਰਟੀ ਦਾ ਸਾਥ ਦੇਣਾ ਹੀ ਪੈਣਾ। ਬਾਕੀ ਸਾਰੀਆਂ ਇਸ ਵਕਤ ਵਿਰੋਧ 'ਚ ਖੜੀਆਂ, ਤੇ ਮੁੱਦਾ ਇਹ ਹੈ ਵੀ ਜਿਹੜੀ ਕਿਸਾਨੀ ਹੈ ਉਹ ਬਚਾਉਣੀ ਹੈ, ਪਰ ਦੂਸਰੇ ਪਾਸੇ ਬਚਦੀ ਨਜ਼ਰ ਆਉਂਦੀ ਨਹੀਂ। ਪਰ ਇਹ ਸਾਰੇ ਕੁਛ ਦੇ ਵਿੱਚ ਜਿਹੜੀ ਸਿਆਸਤ ਹੈ ਬਾਠ ਸਾਹਿਬ, ਉਹ ਵੀ ਨਾਲ ਦੀ ਨਾਲ ਆਪਣਾ ਮਸਾਲਾ ਜਿਹੜਾ ਉਹ ਪਾਈ ਜਾ ਰਹੀ। ਮੈਨੂੰ ਇਹ ਜਾਪਦਾ ਕਿ ਆਪਾਂ ਥੋੜ੍ਹਾ ਇਸ ਤੋਂ ਬਾਅਦ ਦੇ ਹਾਲਾਤ ਤੇ ਬਾਕੀ ਪਾਰਟੀਆਂ ਦੇ ਬਿਆਨਾਂ ਦੇ ਹਿਸਾਬ ਨਾਲ ਉਹਨਾਂ ਦੀ ਸਥਿਤੀ ਵੀ ਥੋੜ੍ਹੀ ਵਿਚਾਰ ਲਈਏ, ਕਿਉਂਕਿ ਜੇ ਅੱਜ ਗੱਠਜੋੜ ਟੁੱਟਾ ਤੇ ਝਟਕਾ ਇਕੱਲਾ ਬੀਜੇਪੀ ਅਕਾਲੀ ਦਲ ਨੂੰ ਨਹੀਂ ਲੱਗਾ, ਬਾਕੀਆਂ ਨੂੰ ਵੀ ਥੋੜ੍ਹਾ ਜਿਹਾ ਇੱਕ ਵਾਰ ਪੈਰ ਜੇ ਤੇ ਹਿੱਲੇ ਹੋਣੇ ਆ ਵੀ ਓਏ ਅੱਛਾ ਹੁਣ ਕੀ ਹੋਊਗਾ ਫਿਰ। ਕਿਉਂਕਿ ਜਿਹੜੇ ਬੰਦੇ ਦਾ ਮੰਨ ਲਓ ਮੈਂ ਕੋਈ ਵੀ ABCD ਪਾਰਟੀ 'ਚ ਹੋਵਾਂ ਬੀਜੇਪੀ ਤੋਂ ਬਿਨਾਂ, ਤੇ ਮੈਨੂੰ ਅਜੇ ਤੱਕ ਕਿਤੇ ਰਾਹ ਨਾ ਮਿਲਦਾ ਹੋਵੇ, ਤੇ ਮੈਂ ਸੋਚੂੰਗਾ ਤੇ ਸਹੀ ਵੀ ਯਾਰ ਇਹਦਾ ਮਤਲਬ ਬੀਜੇਪੀ ਨੂੰ ਹੁਣ ਬੰਦੇ ਚਾਹੀਦੇ ਆ, ਓਏ ਆਪਾਂ ਫਿਰ ਮਿਲ ਕੇ ਆਈਏ ਇੱਕ ਵਾਰ ਬਾਊ ਜੀ ਨੇ ਉੱਥੇ ਜਾ ਕੇ ਵੀ ਕੋਈ ਗੱਲ ਨਹੀਂ ਮਹਾਰਾਜ ਕੁੜਤੀ ਪਾਉਣੀ ਆ ਸੰਤਰੀ ਰੰਗ ਦੀ ਪਾ ਲਾਂਗੇ। ਇਹ ਵੀ ਚੀਜ਼ ਹੋ ਸਕਦੀ ਕਿ ਨਹੀਂ? ਨਹੀਂ 100% ਆਊਗੀ ਜੀ। ਦੇਖੋ ਗੱਠਜੋੜ ਭਾਵੇਂ ਮਜਬੂਰੀ 'ਚ ਟੁੱਟਾ, ਭਾਵੇਂ ਜ਼ਰੂਰੀ ਟੁੱਟਾ, ਭਾਵੇਂ ਤਿਆਗ ਕੀਤਾ, ਭਾਵੇਂ ਕੁਰਬਾਨੀ ਕੀਤੀ ਹੈ, ਜਾਂ ਜੋ ਕੁਝ ਵੀ ਕੀਤਾ, ਗੱਠਜੋੜ ਟੁੱਟਾ ਤੇ ਉਹਦਾ ਅਸਰ ਸਾਰੇ ਪਾਸੇ ਪੈਣਾ ਹੈ। ਪਹਿਲੀ ਗੱਲ, ਸੰਧਾਲੀਆ ਸਾਹਿਬ, ਜਿਹੜੀਆਂ ਪੰਜਾਬ ਦੀਆਂ 23 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਚੋਣ ਲੜਦੀ ਸੀ, ਵਿਧਾਨ ਸਭਾ ਦੀਆਂ 23 ਸੀਟਾਂ, 23 ਬਹੁਤ ਹੁੰਦੀਆਂ ਪੰਜਾਬ 'ਚ ਕਿਉਂਕਿ ਕੁੱਲ ਸਾਡੇ ਕੋਲ 117 ਹੀ ਆ, ਉਹ 23 ਸੀਟਾਂ ਬਹੁਤੀਆਂ ਸ਼ਹਿਰੀ ਇਲਾਕਿਆਂ ਵਾਲੀਆਂ। ਉਹਨਾਂ 23 ਸੀਟਾਂ ਦੇ ਹੁਣ ਸਮੀਕਰਨ ਕੀ ਹੋਣਗੇ? ਉਹਨਾਂ 23 ਸੀਟਾਂ ਤੋਂ ਜਿੱਥੋਂ ਅਕਾਲੀ ਦਲ ਦੇ ਉਮੀਦਵਾਰ ਨਹੀਂ ਹੁੰਦੇ ਸੀ, ਹੁਣ ਉਮੀਦਵਾਰ ਕਿਹੜੇ ਹੋਣਗੇ? ਉਹਨਾਂ ਤੋਂ ਇਲਾਵਾ ਜਿਹੜੀਆਂ ਬਾਕੀ 94 ਸੀਟਾਂ ਉੱਥੋਂ ਭਾਰਤੀ ਜਨਤਾ ਪਾਰਟੀ ਨੇ ਆਪਦੇ ਉਮੀਦਵਾਰ ਖੜੇ ਕਰਨੇ ਆ ਕਿ ਕਿਸੇ ਦੂਸਰੀ ਪਾਰਟੀ ਤੋਂ ਸਪੋਰਟ ਲੈਣੀ ਹੈ? ਜੇ ਉਮੀਦਵਾਰ ਖੜੇ ਕਰਨੇ ਆ ਤੇ ਉਹ ਕਿੱਦਾਂ ਦੇ ਹੋਣਗੇ, ਕਿੰਨੀਆਂ ਵੋਟਾਂ ਲੈਣਗੇ? ਕਿਉਂਕਿ ਤੁਸੀਂ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਜੇ ਕੈਲਕੂਲੇਟ ਕਰੋ, ਇਹ ਦੇਖੋ ਕਿ ਭਾਈ ਮਾਰਜਨ ਕਈ ਸੀਟਾਂ ਤੇ ਕਿੰਨਾ ਕਰਿਆ। ਕਈਆਂ ਤੇ ਕੁਝ ਸੈਂਕੜਿਆਂ ਦਾ ਰਿਹਾ ਸੀ, ਕਈਆਂ ਤੇ 2000 ਦਾ ਰਿਹਾ ਸੀ, ਕਈਆਂ ਤੇ 4000 ਦਾ ਰਿਹਾ ਸੀ। ਤੇ ਜੇ ਆ ਗੱਠਜੋੜ ਟੁੱਟਾ 5-5, 7-7 ਹਜ਼ਾਰ ਵੋਟ ਤੇ ਵੀ ਫਰਕ ਪਾ ਗਿਆ ਤਾਂ ਬਹੁਤ ਸਾਰਾ ਜਿਹੜਾ ਮਾਰਜਨ ਆ ਨਾ ਉਹ ਇੱਧਰ ਉੱਧਰ ਹੋ ਜਾਊਗਾ। ਹੁਣ ਹੋਰ ਦੇਖੋ, ਹੁਣ ਤੱਕ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਤੇ ਕਾਂਗਰਸ ਮੁਕਾਬਲੇ ਥੋੜੀ ਸਮਝਦੀਆਂ ਸੀ। ਉਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਜਦੋਂ ਇਹ ਦੱਸਿਆ ਨਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਨੇ ਸਾਡੇ ਨਾਲ ਆਹ ਕੀਤਾ ਤੇ ਅਕਾਲੀ ਦਲ ਉਹਦਾ ਹਿੱਸੇਦਾਰ ਹੈ, ਕਿ ਇਹ ਤਾਂ ਮੈਦਾਨ ਤੋਂ ਹੀ ਬਾਹਰ ਹੋ ਜਾਣੇ ਆ। ਅਗਲੇ ਹੁਣ ਮੈਦਾਨ 'ਚ ਆ ਗਏ ਆ। ਹੁਣ ਇਹਦੇ ਨਾਲ ਜਦੋਂ ਲੋਕਾਂ ਦੇ ਸਾਹਮਣੇ ਬਾਰ-ਬਾਰ ਇਹ ਗੱਲ ਗਈ ਕਿ ਭਾਈ ਅਸੀਂ ਅਸਤੀਫਾ ਦੇ ਕੇ ਆਏ ਆ, ਗੱਠਜੋੜ ਤੋੜ ਕੇ ਆਏ ਆ, ਤੇ ਆਮ ਬੰਦਾ ਜਿਹੜਾ ਉਹ ਮਿਹਨਤਕਸ਼ ਬੰਦਾ ਜਿਹੜਾ ਹੈ, ਜਿਹਨੂੰ ਬਹੁਤ ਜ਼ਿਆਦਾ ਪਰਦੇ ਪਿਛਲੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ, ਸੰਧਾਲੀਆ ਸਾਹਿਬ, ਮੈਨੂੰ ਇਸ ਗੱਲ ਦਾ ਖਦਸ਼ਾ ਹੈ ਕਿ ਕਿਤੇ ਆਮ ਆਪਣੇ ਲੋਕ ਮੁੱਦਿਆਂ ਤੋਂ ਉਹ ਥਿੜਕ ਕੇ ਲਾਂਭੇ ਨਾ ਹੋ ਜਾਏ। ਨਹੀਂ, ਪਰ ਉਹ ਤਾਂ ਹੋਣਗੇ ਬਾਠ ਸਾਹਿਬ। ਇਦਾਂ ਕਿੱਦਾਂ ਹੋ ਸਕਦਾ? ਜੇ ਅਸੀਂ ਪਾਰਟੀਬਾਜ਼ੀ ਤੋਂ ਜਿੱਦਣ ਵੱਡਾ ਧਰਨਾ ਸੀ 25 ਵਾਲਾ, ਉਦਣ ਲਾਂਭੇ ਨਹੀਂ ਹੋ ਸਕੇ। ਉਦਣ ਵੀ ਅਸੀਂ ਟਰੈਕਟਰ ਸ਼ਿੰਗਾਰਿਆ, ਝੰਡਾ ਲਾਇਆ ਪਾਰਟੀ ਦਾ, ਭਾਵੇਂ ਲੱਖ ਫੋਟੋਆਂ ਕਿਸੇ ਨੇ ਨਿੱਕੀ ਲਾਈ, ਕਿਸੇ ਨੇ ਵੱਡੀ ਫੋਟੋ ਲਾਈ, ਉਸ ਤੋਂ ਬਾਅਦ ਉਹ ਪ੍ਰਧਾਨ ਜੀ ਨੂੰ ਭੇਜੀ, ਭਾਵੇਂ ਕਿਸੇ ਵੀ ਪਾਰਟੀ ਦੇ ਸੀਗੇ, ਤੇ ਉਹ ਸਾਰਾ ਕੁਝ ਅਸੀਂ ਉਦਣ ਕੀਤਾ ਤੇ ਬਾਅਦ 'ਚ ਅਸੀਂ ਕਿਹੜਾ ਕਰਾਂਗੇ ਨਾ। ਕਿਉਂਕਿ ਕਾਰਨ ਇਹ ਹੈ ਨਾ, ਜਿਹੜਾ ਜ਼ਹਿਰ ਪਿੰਡਾਂ ਦੇ ਵਿੱਚ ਪੰਚੀ ਸਰਪੰਚੀ ਦੇ ਨਾਂ ਤੇ ਪੋਲੀਟੀਕਲ ਪਾਰਟੀਆਂ ਨੇ ਬੀਜਿਆ ਨਾ, ਉਹਦੀਆਂ ਜੜ੍ਹਾਂ ਇੰਨੀਆਂ ਕੁ ਡੂੰਘੀਆਂ ਨੇ ਵੀ ਜੇ ਆਪਾਂ ਨਵੇਂ ਪੁੱਟਣ ਲੱਗ ਪਏ ਨਾ ਤੇ ਉਹ ਪੁੱਟੀਆਂ ਨਹੀਂ ਜਾਣੀਆਂ। ਜੀ, ਇਹ ਗੱਲ ਤੁਹਾਡੀ ਠੀਕ ਹੈ, ਕਿਉਂਕਿ ਪਿੰਡਾਂ ਦੇ ਵਿੱਚ ਸਾਡਾ ਮਸਲਾ ਹੀ ਇਦਾਂ ਦਾ ਹੋ ਗਿਆ। ਇੱਥੇ ਟਿੱਪਣੀਆਂ ਕਈ ਆ ਰਹੀਆਂ ਸੀ ਕਿ ਕੀ ਤੁਹਾਨੂੰ ਲੱਗਦਾ ਨਹੀਂ ਕਿ ਕਿਸਾਨਾਂ ਦੀ ਇੱਕ ਪਾਰਟੀ ਹੋਣੀ ਚਾਹੀਦੀ ਹੈ? ਬਿਲਕੁਲ ਹੋਣੀ ਚਾਹੀਦੀ ਹੈ। ਖੇਤਰੀ ਪਾਰਟੀ ਖੇਤਰੀ ਹਿੱਤਾਂ ਦੀ ਰੱਖਿਆ ਕਰੇ, ਕਿਸਾਨਾਂ ਦੀ ਪਾਰਟੀ ਕਿਸਾਨਾਂ ਦੀ ਰੱਖਿਆ ਕਰੇ। ਕਿਸਾਨਾਂ ਦੀ ਕਿਉਂ?
ਕਿਸਾਨਾਂ ਤੇ ਮਜ਼ਦੂਰਾਂ ਦੀ ਸਾਂਝੀ ਪਾਰਟੀ ਹੋਣੀ ਚਾਹੀਦੀ ਹੈ, ਨਾਲ ਦੁਕਾਨਦਾਰਾਂ ਦੀ ਵੀ ਪਾਰਟੀ ਹੋਣੀ ਚਾਹੀਦੀ ਹੈ, ਕਿਸਾਨ ਇਕੱਲੇ ਤਾਂ ਨਹੀਂ। ਅਸਲ ਦੇ ਵਿੱਚ ਸਾਨੂੰ ਕਿਸਾਨਾਂ ਦੀ ਪਾਰਟੀ ਦੀ ਨਹੀਂ ਲੋੜ, ਸਾਨੂੰ ਲੋਕਾਂ ਦੀ ਪਾਰਟੀ ਦੀ ਲੋੜ ਹੈ। ਸਾਨੂੰ ਉਹਨਾਂ ਲੀਡਰਾਂ ਦੀ ਲੋੜ ਹੈ ਜਿਹੜੇ ਲੋਕਾਂ ਦੇ ਲੀਡਰ ਹੋਣ, ਉਹ ਕਿਸੇ ਚੋਣ ਨਿਸ਼ਾਨ ਦੇ ਲੀਡਰ ਨਾ ਹੋਣ, ਕਿਸੇ ਆਪਣੀ ਪਾਰਟੀ ਦੇ ਝੰਡੇ ਦੇ ਲੀਡਰ ਨਾ ਹੋਣ, ਕਿਸੇ ਆਪਣੀ ਪਾਰਟੀ ਦੀ ਸੱਤਾ ਦੇ ਲੀਡਰ ਨਾ ਹੋਣ, ਲੋਕਾਂ ਦੇ ਲੀਡਰ ਹੋਣ। ਕਿਉਂਕਿ ਕਿਸਾਨ ਇਕੱਲਾ ਕੁਝ ਨਹੀਂ। ਬਾਕੀ ਇਹ ਵੀ ਹੈ ਕਿ ਜੇ ਇੰਨਾ ਸੌਖਾ ਹੁੰਦਾ ਨਾ ਕਿ ਕਿਸਾਨਾਂ ਦੀ ਪਾਰਟੀ ਇੱਕ ਹੋਵੇ, ਤਾਂ ਅਸੀਂ ਪਿਛਲੇ 10 ਦਿਨਾਂ ਤੋਂ ਇਹ ਨਾ ਕਹਿੰਦੇ ਕਿ 31 ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਈਆਂ। ਫਿਰ ਅਸੀਂ ਕਹਿੰਦੇ ਕਿ ਕਿਸਾਨ ਜਥੇਬੰਦੀ ਦੀ ਅਗਵਾਈ 'ਚ ਘੋਲ ਚੱਲਦਾ। ਆਸਾਨ ਨਹੀਂ ਹੈ, ਗੁੰਝਲਾਂ ਬਹੁਤ ਨੇ। ਇੱਕ ਵਾਰੀ ਉਹਨਾਂ ਦਾ ਗੋਲਾ ਕਿਤੇ ਡਿੱਗ ਪਵੇ ਨਾ, ਤੇ ਉਹਨੂੰ ਇਕੱਠਾ ਕਰਦਿਆਂ ਵੀ ਕਈ ਵਾਰੀ ਇੰਨੀਆਂ ਕੁ ਗੰਢਾਂ ਪੈ ਜਾਂਦੀਆਂ, ਫਿਰ ਬੀਬੀਆਂ ਕਹਿੰਦੀਆਂ ਹੁੰਦੀਆਂ ਚੱਲ ਇੰਨੀ ਕੁ ਤੋੜ ਕੇ ਲਾ ਕੇ ਪਰੇ ਸੁੱਟ ਦੇ। ਬਹੁਤ ਔਖਾ ਹੋਇਆ ਪਿਆ, ਪਰ ਕਿਸਾਨੀ ਘੋਲ ਜਿੱਥੇ ਕ ਪਹੁੰਚਾ, ਸੰਧਾਲੀਆ ਸਾਹਿਬ, ਮੇਰੀ ਆਸ ਤੇ ਅਰਦਾਸ ਇਹ ਹੈ ਕਿ ਸਾਡੇ ਸਾਹਮਣੇ ਇਹ ਡਿੱਗੇ ਨਾ, ਉੱਪਰ ਨੂੰ ਜਾਵੇ। ਨਹੀਂ, ਬਿਲਕੁਲ ਜਾਊਗਾ। ਅੱਛਾ WhatsApp, ਇੱਕ ਚੀਜ਼ ਜਿਹੜੀ ਹੋਰ ਮੈਂ ਸੋਚਦਾ ਕਿ ਆਪਾਂ ਵਿਚਾਰ ਲਈਏ, ਜੇ ਮੰਨ ਲਓ ਕਿ ਇਸ ਵਕਤ ਇਹ ਸਾਰੇ ਸੰਘਰਸ਼ ਨੂੰ ਦੇਖਦਿਆਂ, ਇਹ ਭਾਵੇਂ ਗੱਠਜੋੜ ਟੁੱਟਣ ਦੇ ਦਬਾਅ ਨੂੰ ਦੇਖਦਿਆਂ ਵੀ, ਜੇ BJP ਇਹ ਸੋਚ ਲਵੇ ਕਿ ਯਾਰ ਜੇ ਇੰਨਾ ਵੱਡਾ ਦੇਸ਼ ਆਪਣੇ ਕੋਲ ਹੈ, ਉਹਦੇ 'ਚੋਂ ਇੱਕ ਖੇਤਰ ਤੇ ਆਪਾਂ ਰਾਜ ਕਰਨਾ, ਤੇ ਉਹਦਾ ਜਿਹੜਾ ਰਸਤਾ ਹੈ ਉਹ ਕਿਸਾਨੀ ਦੇ ਥਰੂ ਹੋ ਕੇ ਜਾਂਦਾ, ਇਸ ਚੀਜ਼ ਨੂੰ ਐਕਸੈਪਟ ਹੀ ਕਰ ਲਵੇ ਵੀ ਯਾਰ ਭਾਵੇਂ ਇੱਥੇ ਆਪਾਂ ਨੂੰ ਕੁਛ ਵੱਧ ਖਰਚਾ ਕਰਨਾ ਪਵੇ, ਜੇ ਅੱਗੇ 40-50 ਸਾਲਾਂ ਤੋਂ ਆਪਾਂ ਕਰਦੇ ਆ ਰਹੇ ਹਾਂ, ਜੇ ਆਪਾਂ ਨੂੰ ਹੁਣ ਵੀ ਕਰਨਾ ਪੈਂਦਾ ਤੇ ਆਪਾਂ ਕਰ ਲੈਂਦੇ ਹਾਂ, ਇਹ ਜਿਹੜੀ ਗੱਦੀ ਹੈ ਇਸ ਸਟੇਟ ਪੰਜਾਬ ਦੀ ਉਹ ਆਪਣੇ ਹੱਥ 'ਚ ਆ ਜਾਊਗੀ। ਤੇ ਇੱਦਾਂ ਸੋਚਿਆ ਨਹੀਂ ਜਾ ਸਕਦਾ, ਕਿੱਡੀ ਕੁ ਗੱਲ ਹੈ ਔਖੀ, ਕਿਉਂਕਿ ਜੇ ਬਾਕੀ ਥਾਵਾਂ ਤੇ ਐਡੇ ਫੈਸਲੇ ਲਏ ਜਾ ਸਕਦੇ ਤੇ ਪੰਜਾਬ ਲਈ ਨਹੀਂ ਲਏ ਜਾ ਸਕਦੇ। ਪੁਆਇੰਟ ਤੁਹਾਡਾ ਬਹੁਤ ਵੈਲਿਡ ਹੈ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਪ੍ਰਧਾਨ JP ਨੱਡਾ ਸਾਹਿਬ ਆ, ਉਹਨਾਂ ਨੇ ਆਪਣੀ ਨਾ ਇੱਕ ਨਵੀਂ ਐਲਾਨੀਆ ਨੀਤੀ, ਰਣਨੀਤੀ ਟੀਮ ਦਾ ਐਲਾਨ ਕੀਤਾ, ਉਹਦੇ ਵਿੱਚ ਫੇਰਬਦਲ ਕੀਤੇ ਆ। ਪੱਛਮੀ ਬੰਗਾਲ 'ਚ ਚੋਣਾਂ ਹੋਣ ਵਾਲੀਆਂ, ਉੱਥੋਂ ਦੇ ਲੋਕਾਂ ਨੂੰ ਪ੍ਰਤੀਨਿਧਤਾ ਦਿੱਤੀ ਕਿ ਭਾਈ ਆ ਸਾਡਾ ਲੀਡਰ ਪਾਰਟੀ ਦਾ ਕੌਮੀ ਮੀਤ ਪ੍ਰਧਾਨ। ਉਹਨਾਂ ਨੇ ਬਿਹਾਰ ਨੂੰ ਪ੍ਰਤੀਨਿਧਤਾ ਦਿੱਤੀ, ਪੰਜਾਬ ਤੋਂ 2 ਬੰਦੇ ਲਏ ਆ। ਪੰਜਾਬ ਤੋਂ ਲਾਲਪੁਰਾ ਸਾਹਿਬ ਬੜੇ ਵੱਡੇ ਬੰਦੇ ਨੇ, ਉਹਨਾਂ ਨੂੰ ਰਾਸ਼ਟਰੀ ਬੁਲਾਰਾ ਬਣਾਇਆ। ਤਰਨ ਚੁੱਗ ਹੋਰਾਂ ਨੂੰ ਜਨਰਲ ਸਕੱਤਰ ਬਣਾਇਆ ਪਾਰਟੀ ਦਾ ਕੌਮੀ। ਹੁਣ ਜੇ ਉਹਨਾਂ ਦਾ ਮਤਲਬ ਹੈ ਕਿ ਧਿਆਨ ਹੈਗਾ, ਨਹੀਂ ਤਾਂ 2 ਬੰਦੇ ਨਹੀਂ, ਇੱਕ ਹੀ ਹੁੰਦੇ ਸੀ, ਜਾਂ ਖੰਨਾ ਸਾਹਿਬ ਹੁੰਦੇ ਸੀ ਜਾਂ ਤਰਨ ਚੁੱਗ, ਤੀਜਾ ਬੰਦਾ ਤਾਂ ਲਾਉਂਦਾ ਹੀ ਨਹੀਂ ਸੀ ਉਹ। ਐਤਕੀ 2 ਲਾਏ ਆ, ਇਹਦਾ ਮਤਲਬ ਹੈ ਕਿ ਧਿਆਨ ਹੈਗਾ। ਦੂਸਰਾ, ਜੇ ਮੈਂ ਸੋਚ ਰਿਹਾ ਇਦਾਂ ਉਹਨਾਂ ਨੇ ਕਰਨਾ ਨਹੀਂ, ਪਰ ਜੇ ਕਰ ਸਕਦੇ ਆ, ਰਾਜਨੀਤੀ ਦੇ ਵਿੱਚ ਤਬਦੀਲੀ ਲਿਆਉਣ ਲੱਗਿਆ ਮਿੰਟ ਨਹੀਂ ਲੱਗਦਾ। ਹੁਣ ਜੇ ਬੀਤੇ ਕੱਲ ਤੱਕ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਦੀ ਸਰਕਾਰ ਫੈਸਲਾ ਕਰਦੀ ਕਿ ਚਲੋ ਭਾਈ ਆਪਾਂ ਐਂ ਕਰਦੇ ਆ, ਰਾਸ਼ਟਰਪਤੀ ਸਾਹਿਬ ਨੂੰ ਕਹਿੰਦੇ ਆ ਕਿ ਦਸਖਤ ਨਾ ਕਰੋ, ਕਮੇਟੀ ਦੇ ਕੋਲੇ ਭੇਜ ਦਿਓ, ਫਿਰ ਕੀ ਹੋਣਾ ਸੀ? ਅਕਾਲੀ ਦਲ ਨੇ ਕਹਿਣਾ ਸੀ ਅਸੀਂ ਮੰਤਰੀ ਮੰਡਲ ਛੱਡਿਆ, ਸਾਡੇ ਦਬਾਅ 'ਚ ਹੋਇਆ, ਅਸੀਂ ਗੱਠਜੋੜ ਤੋੜਿਆ, ਸਾਡੇ ਦਬਾਅ 'ਚ ਹੋਇਆ, ਜਾਂ ਕਿਸਾਨ ਜਥੇਬੰਦੀਆਂ ਦੇ ਦਬਾਅ 'ਚ ਹੋਇਆ। ਹੁਣ ਕੀ ਹੋ ਸਕਦਾ? ਹੋ ਸਕਦਾ ਹੈ ਕਿ 2-3 ਵੱਡੇ ਸਿੱਖ ਤੇ ਕਿਸਾਨ ਚਿਹਰੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪੋਲੀਟੀਕਲ ਵੀ ਹੋ ਸਕਦੇ, ਨਾਨ ਪੋਲੀਟੀਕਲ, ਲੋਕਾਂ ਦੇ ਵਿੱਚ ਉਹ ਚਰਚਿਤ ਸ਼ਖਸੀਅਤਾਂ ਹੋ ਸਕਦੀਆਂ। ਹੋ ਸਕਦਾ ਉਹ ਕੇਂਦਰ ਸਰਕਾਰ ਕੋ ਜਾਣ, ਕੇਂਦਰ ਸਰਕਾਰ ਦੇ ਕਿਸੇ ਖਾਸ ਮੰਤਰੀ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣ, ਉਹਨਾਂ ਤੋਂ ਬਾਅਦ ਐਲਾਨ ਕਰ ਦਿੱਤਾ ਜਾਵੇ ਕਿ ਭਾਈ ਇਹ ਸਾਡੇ ਕੋਲੇ ਆਏ ਸੀ, ਉਹਨਾਂ ਨੇ ਗੱਲਾਂ ਸਮਝਾਈਆਂ ਤੇ ਸਾਨੂੰ ਐਂ ਲੱਗਿਆ ਕਿ ਭਾਈ ਇਹ ਜਿਹੜਾ ਤੌਖਲਾ, ਅਸੀਂ ਉਸ ਤੌਖਲੇ ਨੂੰ ਦੂਰ ਕਰਨ ਦੇ ਲਈ ਇਹਨੂੰ ਸਥਾਈ ਕਮੇਟੀ ਦੇ ਕੋਲੇ ਭੇਜ ਦਿੰਨੇ ਆ। ਤੇ ਉਹ ਲੀਡਰ ਵੀ ਆ ਕੇ ਕਹਿ ਸਕਦੇ, ਦੇਖਿਆ ਉਹ ਤਾਂ ਕਿਸਾਨਾਂ ਦੀ ਮੰਨਦੇ ਆ, ਤੇ ਜੇ ਕਿਤੇ ਉਹ ਬਿੱਲ ਹਾਲ ਦੀ ਘੜੀ ਵਾਪਸ ਕਰਾ ਦੇਣ, ਅਸੀਂ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਰਨ ਨੂੰ ਤਿਆਰ ਆ। ਇਹ ਹੋ ਸਕਦਾ। 1.5 ਸਾਲ ਬਿੱਲ ਕਿਸੇ ਕਮੇਟੀ ਦੇ ਕੋਲੇ ਰੱਖਣੇ ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ, ਕਿਉਂਕਿ 2024 ਤੱਕ ਸਰਕਾਰ ਹੈ। ਜੇ ਕਿਤੇ ਇਦਾਂ ਹੋ ਗਈ, ਸਿਆਸਤ ਹੈ, ਕੁਝ ਵੀ ਹੋ ਸਕਦਾ। ਹਾਂ, ਨਹੀਂ ਇਹ ਤਾਂ ਮੈਂ ਕਹਿ ਰਿਹਾ ਸੀ, ਕਿਉਂਕਿ ਜੇ ਮੈਂ ਫਸਲਾਂ ਦਾ ਹਿਸਾਬ ਲਾਵਾਂ ਤੇ ਉਹ 3 ਜਾਂ 4 ਹੀ ਚੁੱਕਣੀਆਂ ਉਹਨਾਂ ਨੇ। ਹੁਣ ਜੇ 3 ਜਾਂ 4 ਫਸਲਾਂ ਜਿਹੜੀਆਂ ਉਹਨਾਂ ਦਾ ਹਿਸਾਬ ਕਿਤਾਬ ਲਾ ਕੇ ਤੇ ਇੱਕ ਗੱਦੀ ਜਿਹੜੀ ਹੈ ਉਹ ਜਾਪਦੀ ਹੋਵੇ ਕਿ ਵੀ ਆਪਾਂ ਨੂੰ ਮਿਲ ਸਕਦੀ ਹੈ, ਕਿਉਂਕਿ ਹੁਣ ਜਿਹੜੀ ਗੱਠਜੋੜ ਵਾਲੀ ਕਹਾਣੀ ਸੀ ਉਹ ਤਾਂ ਹੁਣ ਪਾਸੇ ਹੋ ਗਈ, ਕਿਉਂਕਿ ਅਜੇ ਤਾਂ ਗੱਠਜੋੜ ਅੱਜ ਟੁੱਟਾ 6 ਮਹੀਨੇ ਸਾਲ ਨੂੰ, ਹੁਣ ਇਹ ਤਾਂ ਆਪਾਂ ਭੁੱਲ ਜਾਈਏ ਵੀ ਦੁਬਾਰਾ ਗੱਠਜੋੜ ਹੋ ਜੂ, ਕਿਉਂਕਿ ਜਿਸ ਹਿਸਾਬ ਨਾਲ ਭਾਜਪਾ ਵਾਲੇ ਪਹਿਲਾਂ ਦਿੱਲੀ 'ਚ ਕਰਦੇ ਸੀ ਜਾਂ ਉਸ ਤੋਂ ਪਹਿਲਾਂ ਹਰਿਆਣੇ 'ਚ ਕੀਤਾ ਉਹਨਾਂ ਨੇ, ਵੀ ਇੱਕ ਵਾਰਾਂ ਜਦੋਂ ਉਹ ਛੱਡ ਜੀ ਮਾਰ ਕੇ ਭੱਜ ਜਾਂਦੇ ਆ ਫਿਰ ਉਦੋਂ ਬਾਅਦ ਲਾਗੇ ਨਹੀਂ ਲੱਗਣ ਦਿੰਦੇ, ਵੀ ਨਾ ਕੋਈ ਗੱਲ ਨਹੀਂ ਕਰਨੀ। ਪੰਜਾਬ ਦੇ ਵਿੱਚ ਵੀ ਜਿਸ ਹਿਸਾਬ ਨਾਲ ਤੱਤੇ ਗਰਮ ਇਸ ਵਕਤ ਲੀਡਰ ਨੇ BJP ਦੇ, ਜੇ ਗੱਠਜੋੜ ਟੁੱਟ ਗਿਆ ਤੇ ਉਹਨਾਂ ਨੂੰ ਜਿੱਦਾਂ ਤੁਸੀਂ ਦੱਸਿਆ ਕਿ ਵੀ ਕੋਈ ਹੋਰ ਚਿਹਰੇ ਮੋਹਰੇ ਲਾ ਕੇ ਤੇ ਪੰਜਾਬੀਆਂ ਨੂੰ ਉਹੀ ਗੱਲ ਕਰ ਲਈ ਜਾਵੇ ਜਿਹੜੀ ਪੰਜਾਬੀ ਮੰਗ ਰਹੇ ਨੇ, ਤੇ ਫਿਰ ਤਾਂ ਸਮੀਕਰਨ ਟੋਟਲੀ ਬਦਲ ਸਕਦੇ ਹੈ, ਭਾਵੇਂ ਹਾਈਪੋਥੈਟੀਕਲ ਜੀ ਗੱਲ, ਪਰ ਜੇ ਇਦਾਂ ਹੁੰਦਾ ਤੇ ਫਿਰ ਇਹ ਜੇ ਬੜੀ ਦੂਰ ਤੱਕ ਜਾਣੀ ਹੈ। ਸੰਧਾਲੀਆ ਸਾਹਿਬ, ਜੇ ਕਿਸੇ ਨੂੰ ਭੁਲੇਖਾ ਹੈ ਕਿ ਇਦਾਂ ਨਹੀਂ ਹੋ ਸਕਦਾ, ਤੇ ਮੈਂ ਇੱਕ ਭੁਲੇਖਾ ਦੂਰ ਕਰ ਦਿੰਦਾ। ਤੁਸੀਂ ਜਲੰਧਰੋਂ ਬੱਸ 'ਚ ਬੈਠੋ, ਤੁਸੀਂ ਅੰਮ੍ਰਿਤਸਰੋਂ ਬੈਠੋ, ਤੁਸੀਂ ਸ਼੍ਰੀ ਮੁਕਤਸਰ ਸਾਹਿਬ ਤੋਂ ਬੈਠੋ, ਹਰਿਆਣੇ ਵਾਲੇ ਬਾਰਡਰ ਦੇ ਕੋਲੇ ਪਹੁੰਚ ਜਾਓ। ਜੇ ਤੁਹਾਨੂੰ ਉੱਥੋਂ ਕੋਈ ਜਾਣ ਦਿੰਦਾ ਅੱਗੇ ਤਾਂ ਚਲੇ ਜਾਓ, ਨਹੀਂ ਤਾਂ ਉੱਥੇ ਖੜ ਕੇ ਦੋਨੇ ਹੱਥ ਇਦਾਂ ਉੱਪਰ ਰੱਖ ਕੇ ਤੇ ਐਂ ਦੇਖੋ ਹਰਿਆਣੇ ਵੱਲੋਂ,
ਕੋਈ ਵੇਲਾ ਹੁੰਦਾ ਸੀ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਦੇ ਨਾਲ ਸਮਝੌਤਾ ਕਰਦੀ ਸੀ ਹਰਿਆਣੇ 'ਚ, ਤੇ ਉਸ ਪਾਰਟੀ ਦੇ ਪ੍ਰਧਾਨ ਦਾ ਨਾਂ ਸੀ ਕੁਲਦੀਪ ਬਿਸ਼ਨੋਈ। ਇਹ ਬਹੁਤ ਪੁਰਾਣੀ ਗੱਲ ਨਹੀਂ, 10-12 ਸਾਲ ਪੁਰਾਣੀ ਗੱਲ ਆ। ਬਿਲਕੁਲ। ਦੋਨੇ ਪਾਰਟੀਆਂ 45 ਵਿਧਾਨ ਸਭਾ ਦੀਆਂ ਸੀਟਾਂ ਤੇ ਚੋਣ ਲੜਦੀਆਂ ਸੀ ਬਰਾਬਰ। ਤੇ ਹੋਇਆ ਕਿ ਅਚਾਨਕ ਵਿਧਾਨ ਸਭਾ ਦੀ ਚੋਣ ਆਉਂਦੀ ਹੈ, ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਕਹਿੰਦੀ ਤੁਹਾਨੂੰ ਸੀਟਾਂ ਘੱਟ ਦੇਣੀਆਂ, ਉਹਨਾਂ ਨੂੰ ਸੀਟਾਂ ਦਿੱਤੀਆਂ ਨਹੀਂ। ਉਹ ਕਹਿੰਦੇ ਕਿ ਅਸੀਂ ਪਹਿਲਾਂ ਜਿੰਨੀਆਂ ਲੈਣੀਆਂ, ਗੱਠਜੋੜ ਟੁੱਟਦਾ ਹੈ। ਭਾਰਤੀ ਜਨਤਾ ਪਾਰਟੀ ਠੋਕ ਵਜਾ ਕੇ ਆਪਣਾ ਪ੍ਰਚਾਰ ਕਰਦੀ ਹੈ, ਆਪਣੇ ਦਮ ਤੇ ਬਹੁਮਤ ਲੈਂਦੀ ਹੈ, ਮਨੋਹਰ ਲਾਲ ਖੱਟਰ ਨੂੰ ਮੁੱਖ ਮੰਤਰੀ ਬਣਾਉਂਦੀ ਹੈ, ਤੇ ਲਗਾਤਾਰ ਦੂਜੀ ਵਾਰੀ ਉਹਨਾਂ ਦੀ ਸਰਕਾਰ ਹੈ, ਭਾਵੇਂ ਦੁਸ਼ਯੰਤ ਦਾ ਸਾਥ ਲੈਣਾ ਪਿਆ। ਜੇ ਇਹ ਕੰਮ ਹਰਿਆਣੇ 'ਚ ਹੋ ਸਕਦਾ ਹੈ, ਇਦਾਂ ਹੀ ਗੱਠਜੋੜ ਤੋੜ ਕੇ ਮਹਾਰਾਸ਼ਟਰ 'ਚੋਂ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰ ਸਕਦੇ ਆ, ਤਾਂ ਫਿਰ ਭਾਈ ਇੱਥੇ ਕਿੰਨੀ ਕੁ ਵੱਡੀ ਗੱਲ ਹੈ। ਜਾਣੀ ਕੁਝ ਵੀ ਹੋ ਸਕਦਾ ਹੈ, ਕੁਝ ਵੀ ਸੰਭਵ ਹੈ। ਨਹੀਂ, ਪਰ ਜੇ ਤੁਸੀਂ ਮਹਾਰਾਸ਼ਟਰ ਦਾ ਜ਼ਿਕਰ ਕੀਤਾ, ਮਹਾਰਾਸ਼ਟਰ ਦੇ ਵਿੱਚ ਜਿਹੜੇ ਲੋਕਲ ਮੁੱਦੇ ਹੈ ਉਹ ਵਾਕਈ ਹਾਵੀ ਹੈ। ਜੇ ਲੋਕਲ ਮੁੱਦੇ ਹਾਵੀ ਨਾ ਹੁੰਦੇ ਤੇ ਸ਼ਿਵ ਸੈਨਾ ਸਰਕਾਰ ਨਾ ਬਣਾਉਂਦੀ। ਠਾਕਰੇ ਸਾਹਿਬ ਇਸ ਵਕਤ ਭਾਈ ਸਾਹਿਬ ਗਾਰਦ ਲੱਗੀ ਆ ਮਾਂ ਕੋਠੀਆਂ ਦੇ ਉੱਪਰ ਤੇ ਬਹਿ ਜਾ ਹੋਈ ਪਈ ਆ ਉੱਥੇ, ਉਹ ਗਲਤ ਕਿੱਥੇ ਬਣਨੀ ਸੀ ਜੀ। ਮੇਰੀ ਗੱਲ ਮੈਂ ਤਾਂ ਕਿਹਾ, ਮੇਰੀ ਗੱਲ ਸੁਣੋ, ਮੈਂ ਤਾਂ ਇਹ ਕਿਹਾ ਵੀ ਜਿਹੜੀਆਂ ਇਧਰ ਪੰਜਾਬ ਵਾਲੀਆਂ ਪਾਰਟੀਆਂ ਨੇ ਲੋਕਲ, ਇਹ ਵੀ ਹੋ ਸਕਦਾ ਵੀ ਜੇ ਉਧਰੋਂ ਜੇ ਕੋਈ ਨਾ ਮੰਨੇ ਤੇ ਇੱਧਰ ਵਾਲੀ ਜਿਹੜੀ ਗੱਲ ਹੈ ਉਹ ਬਣ ਜਾਵੇ, ਤੇ ਇੱਧਰੋਂ ਹੋ ਸਕਦਾ ਵੀ ਜੇ ਕੱਲ ਤੱਕ ਭਗਵੰਤ ਮਾਨ ਹੋਣੀ ਆਉਂਦੇ ਸੀ ਵੀ ਅਸੀਂ ਰਾਜ ਕਰਨਾ ਸੱਚੀ ਕਰ ਲੈਣਾ ਅਗਲੇ। ਮੈਂ ਨਹੀਂ ਕਹਿੰਦਾ ਹੋਣਾ ਏਦਾਂ, ਕੁਝ ਵੀ ਸੰਭਵ ਹੋ ਸਕਦਾ ਇੱਥੇ। ਨਹੀਂ, ਤੁਸੀਂ ਅੱਜ ਤੱਕ ਨਹੀਂ ਕਿਹਾ, ਨਾ ਮੈਂ ਕਦੀ ਕਿਹਾ, ਪਰ ਕਈ ਵਾਰੀ ਹੋ ਜਾਂਦਾ। ਹੁਣ ਤੁਸੀਂ ਦੇਖੋ ਨਾ ਕਿੱਡੀ ਵੱਡੀ ਗੱਲ ਆ ਕਿ ਕਹਾਣੀ ਕਿੱਥੇ ਖੜਦੀ ਹੈ। ਕਦੇ ਕਿਸੇ ਨੇ ਸੋਚਿਆ ਸੀ ਕਿ ਜੰਮੂ ਕਸ਼ਮੀਰ ਵਰਗੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਉਪ ਮੁੱਖ ਮੰਤਰੀ ਬਣੂ? ਕਦੇ ਨਹੀਂ ਸੀ ਕਿਸੇ ਨੇ ਸੋਚਿਆ। ਕਦੇ ਕਿਸੇ ਨੇ ਸੋਚਿਆ ਸੀ ਕਿ 6 ਲੋਕ ਸਭਾ ਦੀਆਂ ਸੀਟਾਂ ਵਿੱਚੋਂ 3 ਬੀਜੇਪੀ ਜਿੱਤ ਜੂ? ਕਿਵੇਂ ਜਿੱਤੀਆਂ ਬਈ? ਕਿੱਦਾਂ ਕੰਮ ਅਗਲੇ ਪਾਸੇ ਨੂੰ ਵਧਿਆ? ਕਿਉਂਕਿ ਬਹੁਤ ਢੰਗ ਜਿਹਦੇ ਨਾਲ ਉਹ ਕੇ ਆਉਂਦੇ ਆ, ਸੰਭਾਵਨਾ ਕੋਈ ਨਹੀਂ। ਪਰ ਆਪਾਂ ਤਾਂ ਬੇਨਤੀ ਇਹੀ ਕਰਦੇ ਆ ਕਿ ਠੀਕ ਹੈ, ਅਕਾਲੀ ਦਲ ਨੇ ਫੈਸਲਾ ਲਿਆ, ਬੀਜੇਪੀ ਦੇ ਲੀਡਰਾਂ ਨੇ ਆਪਣੀਆਂ ਗੱਲਾਂ ਕਰਨੀਆਂ, ਕਾਂਗਰਸ ਵਾਲਿਆਂ ਨੇ 28 ਸਤੰਬਰ ਨੂੰ ਵੱਡਾ ਇਕੱਠ ਕਰਨ ਦੀ ਕੋਸ਼ਿਸ਼ ਕਰਨੀ ਹੈ, ਆਮ ਆਦਮੀ ਪਾਰਟੀ ਧਰਨੇ ਦੇਣ ਲੱਗ ਪਈ। ਪਰ ਪੰਜਾਬ ਦੇ ਲੋਕੋ ਮਸਲਾ ਕਿਸਾਨ ਦਾ ਸੀ, ਮਜ਼ਦੂਰ ਦਾ ਸੀ, ਆੜਤੀਏ ਦਾ ਸੀ, ਪੱਲੇਦਾਰ ਦਾ ਸੀ। ਕਿਤੇ ਸਿਆਸੀ ਪਤੰਗਾਂ ਦੇ ਵਿੱਚ ਆ ਜਿਹੜਾ ਲਿਫਾਫਾ ਰੱਸੀ ਨਾਲ ਬੰਨ੍ਹ ਕੇ ਕਿਸਾਨ ਤੇ ਪੰਜਾਬ ਦਾ ਆਮ ਬੰਦਾ ਉਡਾਉਂਦਾ ਸੀ ਨਾ, ਹਵਾ ਹਲਕੀ ਵਗਦੀ ਹੋਵੇ, ਇਹ ਨਾ ਹੋਵੇ ਤੁਹਾਨੂੰ ਤੁਹਾਡਾ ਲਿਫਾਫਾ ਦਿਸਣੋਂ ਹਟ ਜਾਏ, ਸਿਆਸੀ ਪਤੰਗਾਂ ਹੀ ਨਾ ਕੱਲੀਆਂ ਦੇਖਦੇ ਰਹੋ। ਵਾਰ ਸਾਹਿਬ ਇੱਥੇ ਇੱਕ ਵਾਰ ਫਿਰ ਤੋਂ ਮੈਨੂੰ ਚੇਤਾ ਕਰਾਉਣਾ ਪੈਣਾ ਬਾਪੂ ਦਾ, ਯਾਰ ਮੈਨੂੰ ਫੇਰ ਆ ਗਿਆ ਚੇਤਾ। ਜੇ ਕਹੋ ਤੇ ਕਰਾ ਦੇਣੇ, ਤੁਸੀਂ ਕਰਾਓ, ਤੁਸੀਂ ਦੱਸੋ। ਨਹੀਂ, ਬਣਦਾ ਵੀ ਆ। ਉੱਥੇ ਬੀਬੀਆਂ ਕਈ ਵਾਰੀ ਕਹਿੰਦੀਆਂ ਹੁੰਦੀਆਂ ਇਦਾਂ ਕਿ ਭਾਈ ਆ ਜੇ ਹੁਣ ਸਾਡਾ ਘਰ ਆਉਣ ਲੱਗਾ, ਵਿਹੜਾ ਖੁੱਲਾ ਆ, ਪਰ ਮੂਹਰੇ ਨਾ ਥੋੜੀ ਜਿਹੀ ਸੜਕ ਖਰਾਬ ਆ, ਦੇਖ ਕੇ ਚੱਲਿਓ। ਮੈਂ ਤਾਂ ਇਹੀ ਕਹਿਣਾ ਕਿ ਭਾਈ ਅਸੀਂ ਪ੍ਰਾਈਮ ਫੋਕਸ ਮੁਕਾ ਦੇਣਾ, ਪਰ 2 ਮਿੰਟ ਤੁਹਾਨੂੰ ਦੇਣੇ ਆ, ਤੁਸੀਂ ਨਾਲ ਹੀ YouTube ਦੇ ਉੱਤੇ ਆ ਜਾਣਾ ਤੇ ਪ੍ਰਾਈਮ ਏਸ਼ੀਆ ਦੇ YouTube ਚੈਨਲ ਦੇ ਉੱਤੇ ਇੱਕ ਐਸਾ ਬਜ਼ੁਰਗ ਅਸੀਂ ਤੁਹਾਨੂੰ ਦਿਖਾਉਣਾ ਹੈ, ਉਹ ਤੱਥ ਰੱਖ ਕੇ ਗੱਲਾਂ ਕਰਦਾ ਹੈ। ਲੀਡਰ ਉਹਨੇ ਕੋਈ ਨਹੀਂ ਛੱਡਿਆ ਜਿਹੜੇ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਆ ਜੀ, ਫਲਾਨੇ ਆ ਜੀ, ਧਮਕਾਨੇ ਆ ਜੀ। ਜੇ ਤਾਂ ਤੁਹਾਨੂੰ ਉਸ ਬਾਬੇ ਦੀਆਂ ਗੱਲਾਂ ਚੰਗੀਆਂ ਲੱਗੀਆਂ, ਟਿੱਪਣੀਆਂ ਤਾਂ ਵੀ ਕਰ ਦਿਓ, ਆਪਾਂ ਬਾਬਾ ਇੱਕ ਵਾਰੀ ਫੇਰ ਸੱਦ ਲੈਣਾ, ਗੱਲ ਮੰਨ ਲੈਂਦਾ ਕਦੀ। ਹਾਂ, ਇਹ ਜ਼ਰੂਰ ਆਪਾਂ ਤੁਹਾਨੂੰ ਸੁਣਾਵਾਂਗੇ, ਕਿਉਂਕਿ ਜਿਹੜੀ ਆਪਾਂ 25 ਨੂੰ ਨੌਜਵਾਨੀ ਦੇਖੀ ਨਾ ਸੜਕਾਂ ਦੇ ਉੱਪਰ, ਤੇ ਜਦੋਂ ਪੋਲੀਟੀਕਲ ਪਾਰਟੀਆਂ ਦੇ ਲੀਡਰਾਂ ਤੋਂ ਲਾਂਭੇ ਹੋ ਕੇ, ਪੰਜਾਂ ਸਿੰਗਰਾਂ ਤੋਂ ਲਾਂਭੇ ਹੋ ਕੇ ਸਾਡੇ ਪੱਤਰਕਾਰ ਭਰਾਵਾਂ ਨੂੰ ਉਹ ਨੌਜਵਾਨ ਵੀ ਦਿਸ ਪੈਂਦੇ ਸੀ, ਯਾਰ ਇਹਨਾਂ ਦੀ ਗੱਲ ਵੀ ਸੁਣ ਲਈਏ। ਤਾਂ ਉਹਨਾਂ ਦੇ ਮੂੰਹ ਅੱਗੇ ਜਦੋਂ ਮਾਈਕ ਕਰਦੇ ਸੀ ਵੀ ਤੁਹਾਨੂੰ ਪਤਾ ਵੀ ਹੋਇਆ ਕੀ ਆ, ਤਾਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਯਾਰ ਹੋਇਆ ਕੀ ਆ। ਉਹ ਕਹਿੰਦੇ ਬਸ ਬਾਪੂ ਹੋਰੀ ਕਹਿੰਦੇ ਆ ਵੀ ਕੁਝ ਹੋ ਗਿਆ ਆਪਣੇ ਨਾਲ ਗਲਤ ਤੇ ਆਪਾਂ ਉਹਨਾਂ ਦੇ ਨਾਲ ਆ। ਉਹ ਗੱਲਾਂ ਬਾਪੂ ਨੇ ਵੀ ਦੱਸਦੀਆਂ ਵੀ ਅਸਲ 'ਚ ਹੋਇਆ ਕੀ ਹੈ ਗਲਤ, ਆਪਾਂ ਉਹ ਸੁਣਨੀਆਂ ਜ਼ਰੂਰ। ਇਸ ਤੋਂ ਬਾਅਦ ਇੱਕ ਮੈਂ ਬੇਨਤੀ ਹੋਰ ਕਰਦਾ ਕਿ ਤੁਸੀਂ ਦੇਖਦੇ ਤਾਂ ਇਸ ਵਕਤ ਅਪਰੋਕਸੀਮੇਟਲੀ 7000 ਦੇ ਕਰੀਬ ਹੋ YouTube ਦੇ ਉੱਪਰ, ਪਰ ਉਹ ਲਾਈਕ ਵਾਲਾ ਅੰਗੂਠਾ ਨਹੀਂ ਦੱਬਦੇ ਤੁਸੀਂ। ਜੇ ਤੁਸੀਂ ਦੇਖ ਰਹੇ ਹੋ ਤਾਂ ਜ਼ਰੂਰ ਦੱਬ ਦਿਆ ਕਰੋ, ਉਹਦੇ ਨਾਲ ਹੌਸਲਾ ਜਿਹਾ ਵੱਧ ਜਾਂਦਾ। ਸਾਨੂੰ ਥੋੜ੍ਹਾ ਜਿਹਾ ਇਹ ਮਹਿਸੂਸ ਹੁੰਦਾ ਵੀ ਨਹੀਂ ਯਾਰ, ਜੇ ਸਾਡਾ ਪਰਿਵਾਰ ਸਾਨੂੰ ਸੁਣਦਾ ਦੇਖਦਾ ਤੇ ਉਹ ਪਸੰਦ ਵੀ ਕਰਦੇ ਨੇ ਵੀ ਅਸੀਂ ਠੀਕ ਰਸਤੇ ਤੇ ਜਾ ਰਹੇ ਹਾਂ। ਪਾਠ ਸਾਹਿਬ, ਹੁਣ ਜਾਂਦੇ ਜੇ ਕੋਈ ਗੱਲ ਤੁਸੀਂ ਕਰਨੀ ਚਾਹੋ ਤੇ ਜ਼ਰੂਰ ਕਰੋ ਸਾਹਿਬ ਜੀ। ਮੈਂ ਸਿਰਫ ਇੱਕੋ ਹੀ ਬੇਨਤੀ ਕਰਨੀ ਆ ਜੀ। ਦੇਖੋ, ਪਹਿਲੀ ਗੱਲ ਹੈ ਕਿ ਸਾਰੇ ਜਣੇ ਸ਼ਾਂਤ ਰਹੋ, ਤੇ ਦੂਸਰੀ ਬੇਨਤੀ ਹੈ ਕਿ ਸਿਆਸੀ ਪਾਰਟੀਆਂ ਬਹੁਤ ਨੇ, ਜੁੜੇ ਰਹੋ, ਪਰ ਆਉਣ ਵਾਲੇ ਕੁਝ ਮਹੀਨੇ ਸਿਆਸੀ ਕੱਪੜੇ ਨਾ ਪਾਓ, ਪੰਜਾਬੀ ਬਣ ਕੇ ਸੋਚੋ। ਜੇ ਪੰਜਾਬੀ ਬਣ ਕੇ ਸੋਚੋਗੇ ਤਾਂ ਸ਼ਾਇਦ ਪੰਜਾਬ ਦਾ ਮਾੜਾ ਮੋਟਾ ਜਿਹੜਾ ਇਹ ਅਸਤਿਤਵ ਹੈ, ਹੋਂਦ, ਐਗਜ਼ਿਸਟੈਂਸ ਜਿਹੜੀ ਆ, ਉਹਨੂੰ ਆਪਾਂ ਬਣਾਈ ਰੱਖਣ 'ਚ ਕਾਮਯਾਬ ਹੋ ਜਾਾਂਗੇ। ਨਹੀਂ ਤਾਂ ਸਿਆਸੀ ਕੰਮਾਂ ਦੇ ਵਿੱਚ ਕਈ ਵਾਰੀ ਧੂੜਾਂ ਹੀ ਉੜਦੀਆਂ, ਬਹੁਤਾ ਯਾਰ ਦਾ ਨਜ਼ਰ ਨਹੀਂ ਫਿਰਾਉਂਦਾ ਹੁੰਦਾ। ਠੀਕ ਆ ਵਾਟ ਸਾਹਿਬ, ਬਹੁਤ ਧੰਨਵਾਦ ਜੀ, ਬਹੁਤ ਮਿਹਰਬਾਨੀ। ਸ਼ੁਕਰੀਆ ਜੀ, ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਅੱਜ ਅਸੀਂ ਇਹ ਲਾਈਵ ਆਪ ਜੀ ਲਈ ਇਸ ਕਰਕੇ ਕੀਤਾ ਕਿਉਂਕਿ ਇੰਨਾ ਪੁਰਾਣਾ ਪੰਜਾਬ ਦੇ ਵਿਚਲਾ ਗੱਠਜੋੜ, ਜਿਹਨੂੰ 9 ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ, ਜਿਹਦੇ ਬਾਰੇ ਕਿਹਾ ਜਾਂਦਾ ਸੀ ਕਿ ਵੀ ਉਹ ਵੱਖ ਨਹੀਂ ਹੋ ਸਕਦਾ, ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਹੈ, ਕਿਸਾਨਾਂ ਦੇ ਮੁੱਦੇ ਦੇ ਉੱਪਰ ਉਹ ਰਿਸ਼ਤਾ ਇੰਨਾ ਪੁਰਾਣਾ, ਦਹਾਕਿਆਂ ਪੁਰਾਣਾ ਟੁੱਟ ਗਿਆ। ਉਸ ਤੋਂ ਬਾਅਦ ਸਿਆਸੀ ਸਮੀਕਰਨ ਕੀ ਹੋਣਗੇ ਆਪਾਂ ਉਹਦੇ 'ਤੇ ਆਉਣ ਵਾਲੇ ਸਮੇਂ 'ਚ ਚਰਚਾ ਕਰਦੇ ਰਹਾਂਗੇ, ਪਰ ਜਿਸ ਮੁੱਦੇ ਦੇ ਉੱਪਰ ਉਹ ਗੱਠਜੋੜ ਟੁੱਟਾ, ਉਹ ਮੁੱਦਾ ਫਿੱਕਾ ਨਹੀਂ ਪੈਣਾ ਚਾਹੀਦਾ।
ਉਹਦੇ ਤੇ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਤੁਸੀਂ ਜ਼ਰੂਰ ਯਾਦ ਰੱਖਿਓ। ਫਿਲਹਾਲ ਦਿਓ ਇਜਾਜ਼ਤ। ਗੁਰਪ੍ਰੀਤ ਸੰਧਾਵਾਲੀਆ ਨੂੰ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।